रेडियो इंडिया KRPA 1110 AM ਨਾਲ जुड़े समूह ਸਰੋਤਿਆਂ ਦਾ ਵਕਾਰੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ ਜੀ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇੱਥੇ ਜਾ ਕੇ ਤੁਸੀਂ ਕਿਸੇ ਵਕਤ ਸਾਨੂੰ ਲਾਈਵ ਸੁਣ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ ਜੀ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604 592 91 91 64 592 9191 ਸਾਡਾ ਨੰਬਰ ਹੈ। ਤੁਸੀਂ ਕਿਸੇ ਵਕਤ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਸੋ ਆਓ ਅਸੀਂ ਅੱਜ ਦੇ ਵਿਸ਼ੇ ਵੱਲ ਵਧਦੇ ਹਾਂ। ਸਾਡਾ ਅੱਜ ਦਾ ਵਿਸ਼ਾ ਹੈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਪੈਰ ਪਸਾਰਾ, ਵਕਤੀ ਜਾਂ ਸਥਾਈ। ਸਾਡੇ ਅੱਜ ਦੇ ਇਸ ਵਿਸ਼ੇ ਨੂੰ ਵਿਸਥਾਰ ਦੇਣ ਜਾਂ ਇੰਜ ਕਹਿ ਲਓ ਕਿ ਸਾਡੇ ਇਸ ਅਹਿਮ ਸਵਾਲ ਦਾ ਜਵਾਬ ਦੇਣ ਲਈ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਹੋਣਗੇ ਇੱਕ ਕੱਦਾਵਾਰ ਆਗੂ ਜੋ ਸਾਫ਼ ਸੁਥਰੀ ਸਿਆਸਤ ਦੇ ਮਦਈ ਹੋਣ ਕਾਰਨ ਵੈਸੇ ਵੀ ਭੀੜ ਵਿੱਚੋਂ ਵੱਖਰੀ ਸ਼ਖਸੀਅਤ ਦਿਸਣ ਵਾਲੀ ਸ਼ਖਸੀਅਤ ਹੈ। ਮੇਰੀ ਮੁਰਾਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਨਤੜਕ ਸਿੰਘ ਬਰਾੜ ਤੋਂ ਹੈ, ਜੋ ਅੱਜ ਇੱਕ ਗੂੜੇ ਰੰਗ ਦੀ ਸਚਿਆਰੀ ਦਸਤਾਰ ਸਜਾ ਕੇ ਮੇਰੇ ਸਾਹਮਣੇ ਬਿਰਾਜਮਾਨ ਨੇ। ਸੋ ਆਓ ਪਹਿਲਾਂ ਇਹਨਾਂ ਦਾ ਸਵਾਗਤ ਕਰ ਲਈਏ। ਨਤੜਕ ਸਿੰਘ ਬਰਾੜ ਜੀ, ਤੁਹਾਡਾ ਸਵਾਗਤ ਹੈ ਰੇਡੀਓ ਇੰਡੀਆ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਧੰਨਵਾਦ ਜੀ ਭਾਮ ਸਾਹਿਬ, ਤੁਹਾਡਾ ਵੀ, ਤੁਹਾਡੇ ਸਰੋਤਿਆਂ ਦਾ ਵੀ, ਇੰਡੀਆ ਰੇਡੀਓ ਦਾ ਜੀ, ਮਿਹਰਬਾਨੀ। ਸਿੱਖ ਸਿਆਸਤ ਦਾ ਹੀ ਨਹੀਂ ਸਗੋਂ ਸਿੱਖ ਪੰਥ ਦਾ ਹਰਿਆਵਲ ਦਸਤਾ ਮੰਨੀ ਜਾਂਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਤੋਂ 1982 ਚ ਆਪਣਾ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਸਰਦਾਰ ਨਤੜਕ ਸਿੰਘ ਬਰਾੜ, ਜੋ 1983 ਚ ਹੀ ਫੈਡਰੇਸ਼ਨ ਦੇ ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਬਣੇ ਸਨ ਤੇ ਫਿਰ ਕਦੇ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹਨਾਂ ਪੰਜਾਬ ਦੇ ਸੂਚਨਾ ਕਮਿਸ਼ਨਰ ਦੇ ਸੰਵਿਧਾਨਕ ਅਹੁਦੇ ਤੋਂ ਇਲਾਵਾ ਅਕਾਲੀ ਸਿਆਸਤ ਵਿੱਚ ਕਈ ਅਹਿਮ ਅਹੁਦਿਆਂ ਤੇ ਸੇਵਾਵਾਂ ਦਿੱਤੀਆਂ ਹਨ। ਪੰਜਾਬ 'ਚ ਅਕਾਲੀ ਸਿਆਸਤ ਦੇ ਸਿਖਰ ਨੂੰ ਵੀ ਇਹਨਾਂ ਨੇ ਹੰਢਾਇਆ ਤੇ ਮਾੜੇ ਦੌਰ ਵੀ ਇਹਨਾਂ ਨੇ ਆਪਣੀ ਜਿਹੜੀ ਹੋਂਦ ਹੈ, ਆਪਣੀ ਜਿਹੜੇ ਇੱਕ ਵੱਖਰੀ ਸ਼ਖਸੀਅਤ ਹੈ, ਉਹਨੂੰ ਬਣਾਈ ਰੱਖਣ ਵਿੱਚ ਕਾਮਯਾਬ ਰਹੇ ਨੇ। ਬਰਾੜ ਸਾਹਿਬ ਇੰਨੀ ਦਿਨੀ ਉਸ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤੇ ਸਿਰ ਕੱਢ ਆਗੂ ਹੈ ਜਿਸ ਨੂੰ ਅਸੀਂ ਹਮੇਸ਼ਾ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੀ ਕਤਾਰ ਵਿੱਚ ਖੜਾ ਕੇ ਦੇਖਦੇ ਰਹੇ ਹਾਂ, ਕਿਉਂਕਿ ਕੇਂਦਰ ਵਿੱਚ ਪਿਛਲੇ ਕਰੀਬ 8.5 ਸਾਲਾਂ ਤੋਂ ਸੱਤਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੇ ਕਈ ਅਜਿਹੇ ਫੈਸਲੇ ਕੀਤੇ ਹੈ ਜਿਨ੍ਹਾਂ ਨੂੰ ਤੁਸੀਂ ਦੋ ਅਰਥੀ ਪ੍ਰਭਾਵ ਨਾਲ ਦੇਖਦੇ ਆ ਰਹੇ ਹਾਂ। ਬੀਜੇਪੀ ਅਗਰ ਪੰਥ ਜਾਂ ਪੰਜਾਬ ਪ੍ਰਤੀ ਕੋਈ ਗਲਤ ਫੈਸਲਾ ਲੈਂਦੀ ਹੈ ਤਾਂ ਪੰਜਾਬੀਆਂ ਦਾ ਖਫਾ ਹੋਣਾ ਕੁਦਰਤੀ ਹੈ। ਇਹੀ ਕਾਰਨ ਹੈ ਕਿ ਪੂਰੇ ਦੇਸ਼ ਭਰ ਵਿੱਚ ਰਾਜ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿੱਚ ਅਜੇ ਤੱਕ ਪੈਰ ਨਹੀਂ ਲੱਗ ਸਕੇ। ਪਰ ਹੁਣ ਕੁਝ ਹਾਲਾਤ ਬਦਲੇ ਤੇ ਵੱਖਰੇ ਜ਼ਰੂਰ ਵਿਖਾਈ ਦੇ ਰਹੇ ਹੈ। ਜਦੋਂ ਸਿੱਖ ਆਗੂਆਂ ਦਾ ਤੇਜ਼ੀ ਨਾਲ ਭਾਰਤੀ ਜਨਤਾ ਪਾਰਟੀ ਵੱਲ ਝੁਕਾਅ ਵੱਧਦਾ ਜਾ ਰਿਹਾ ਹੈ, ਅਸੀਂ ਸਾਰੇ ਵੇਖ ਰਹੇ ਹਾਂ ਇਸ ਬਦਲਦੇ ਹਾਲਾਤਾਂ ਦੇ ਕੀ ਕਾਰਨ ਨੇ, ਭਵਿੱਖ ਵਿੱਚ ਕੀ ਹੋਣ ਜਾ ਰਿਹਾ ਤੇ ਕਿਸ ਕਿਸਮ ਦੀਆਂ ਸੰਭਾਵਨਾਵਾਂ ਕਿਆਸ ਕੀਤੀਆਂ ਜਾ ਸਕਦੀਆਂ ਨੇ, ਇਹ ਬਰਾੜ ਸਾਹਿਬ ਤੋਂ ਜਾਣਾਂਗੇ। ਬਰਾੜ ਸਾਹਿਬ, ਪਹਿਲ ਦੇ ਆਧਾਰ ਤੇ ਅਸੀਂ ਤੁਹਾਡੇ ਸਿਆਸੀ ਸਫ਼ਰ ਦਾ ਸੰਖੇਪ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਭਾਮ ਸਾਹਿਬ, ਮੈਂ 1982 ਤੋਂ ਆਪਣਾ ਸਿਆਸੀ ਸਫ਼ਰ, ਜਿਵੇਂ ਤੁਸੀਂ ਜ਼ਿਕਰ ਕੀਤਾ, ਸ਼ੁਰੂ ਕੀਤਾ ਜੀ। ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਸੀ, ਜਿਹਦੇ ਮੋਰਚਾ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਸੀ ਜੀ, ਉਹ ਮੈਂ ਮਿੱਥ ਕੇ ਤਾਂ ਨਹੀਂ ਕੀਤਾ, ਅਚਨਚੇਤ ਹੋ ਗਿਆ। ਮੈਂ ਕਾਲਜ ਪੜ੍ਹਦਾ ਸੀ ਉਦੋਂ, ਪਿਤਾ ਜੀ ਹੋਰਾਂ ਨੇ ਗ੍ਰਿਫਤਾਰੀ ਦੇਣ ਲਈ ਜਾਣਾ ਸੀ। ਵਲੰਟੀਅਰ ਉਦੋਂ ਘੱਟ ਹੀ ਜਾਂਦੇ ਸੀਗੇ, ਮਤਲਬ ਜਿਹੜੇ ਸਮਰਪਿਤ ਲੋਕ ਸੀ ਜਾਂਦੇ ਸੀ। ਤੇ ਸਰ ਗੁਰਦੇਵ ਸਿੰਘ ਸ਼ਾਂਤ ਜਿਹੜੇ ਸਾਬਕਾ MLA ਸੀ, ਉਹਨਾਂ ਨੇ ਜਥੇ ਦੀ ਅਗਵਾਈ ਕਰਨੀ ਸੀ। ਤਾਂ ਮੇਰੇ ਮਨ 'ਚ ਜਦੋਂ ਪਿਤਾ ਜੀ ਚਲੇ ਗਏ, ਮੇਰੇ ਮਨ 'ਚ ਖਿਆਲ ਜਿਹਾ ਆਇਆ, ਬੀਬੀ ਜੀ ਮੈਨੂੰ ਕਹਿਣ ਲੱਗ ਪਏ ਕਿ ਤੂੰ ਸਵਖਤੇ ਕਾਲਜੋਂ ਆਇਆ ਕਰ, ਸਾਰਾ ਖੇਤੀਬਾੜੀ ਦਾ ਕੰਮ ਤੂੰ ਦੇਖਣਾ। ਤੇ ਮੈਂ ਸੋਚਿਆ ਕਿ ਮੈਂ ਉਹਨਾਂ ਦੀ ਥਾਂ ਜੇਲ੍ਹ ਹੀ ਚਲਾ ਜਾਵਾਂ, ਬੰਦਾ ਪੂਰਾ ਕਰ ਦਿਆਂ ਤੇ ਕੰਮ ਤੋਂ ਵੀ ਬਚ ਜਾ। ਮੇਰੀ 21.5 ਸਾਲ ਉਮਰ ਸੀ ਜੀ। ਤਾਂ ਮੈਂ ਮਗਰ ਪਾਪਾ ਜੀ ਦੇ ਚਲਾ ਗਿਆ ਉੱਥੇ। ਤੇ ਬੜੀ ਦਿਲਚਸਪ ਗੱਲ ਹੈ ਕਿ ਮੈਂ ਉੱਥੇ ਗਿਆ, ਉਹ ਕਹਿੰਦੇ ਤੂੰ ਕਿਵੇਂ ਆ ਗਿਆ? ਮੈਂ ਕਿਹਾ ਜੀ ਮੈਂ ਜਾਊਂਗਾ ਗ੍ਰਿਫਤਾਰੀ ਦੇਣ। ਉਹ ਕਹਿੰਦੇ ਕਿ ਐਮਰਜੈਂਸੀ 19-20 ਮਹੀਨੇ ਛੱਡੇ ਨਹੀਂ ਸੀ, ਪਤਾ ਨਹੀਂ ਕਿੰਨੇ ਸਾਲ ਨਾ ਛੱਡਣ। ਮੈਂ ਕਿਹਾ ਇਹੀ ਗੱਲ ਆ ਨਾ, ਮੈਂ ਕਿਵੇਂ ਸੰਭਾਲੂ? ਤੇ ਉਹ ਕਹਿੰਦੇ ਨਹੀਂ, ਮੈਂ ਤੈਨੂੰ ਨਹੀਂ ਜਾਣ ਦੇਣਾ ਕਿਉਂਕਿ ਤੂੰ ਮਾਫੀ ਮੰਗ ਲੇਗਾ ਜੀ। ਦੇਖੋ ਉਦੋਂ ਕਿੰਨੀ ਸਿਦਕ ਦਿਲੀ ਸੀ, ਫਿਰ ਪਰਿਵਾਰ ਦੀ ਖੇਹ ਹੋ ਜੂ। ਬਿਲਕੁਲ। ਉਹ ਮੈਂ ਕਿਹਾ ਨਹੀਂ ਜੀ, ਮਾਫੀ ਨਹੀਂ ਮੰਗਦਾ, ਮੈਨੂੰ ਪਤਾ ਉੱਥੇ ਪੜ੍ਹ ਵੀ ਸਕਦਾ ਮੈਂ, ਤੇ ਮੈਂ ਡਰਦਾ ਨਹੀਂ, ਤੁਸੀਂ ਮੈਨੂੰ ਭੇਜੋ। ਉਹਨਾਂ ਨੇ ਬਲਵੰਤ ਸਿੰਘ ਰਾਮੂਵਾਲੀਏ ਨਾਲ ਗੱਲ ਕੀਤੀ, ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਲੈ ਗਏ। ਉਹਨਾਂ ਨੇ ਕਿਹਾ ਪ੍ਰਧਾਨ ਸਾਹਿਬ ਨੇ ਕਿ ਠੀਕ ਹੈ ਜਹੇਦਾਰ ਜੀ, ਤੁਸੀਂ ਤਾਂ ਬਾਹਰ ਕੋਈ ਬੰਦਾ ਤਿਆਰ ਕਰੋਗੇ, ਇਹ ਬੰਦੇ ਦਾ ਬੰਦਾ ਪੂਰਾ ਇਹਨੂੰ ਭੇਜ ਦਿਓ। ਤਾਂ ਮੈਂ ਉਦੋਂ ਗਿਆ, ਸਾਨੂੰ ਇੱਕ ਰਾਤ ਅੰਮ੍ਰਿਤਸਰ ਰੱਖਿਆ, ਫਿਰ 2 ਰਾਤਾਂ ਸੰਗਰੂਰ ਰੱਖਿਆ, ਫਿਰ ਬਠਿੰਡੇ ਲੈ ਗਏ। 40 ਦਿਨਾਂ ਬਾਅਦ ਉਦੋਂ ਸਾਰੇ ਇਕੱਠੇ ਕੈਦੀ
ਛੱਡਤੇ ਸੀ ਇੰਦਰਾ ਗਾਂਧੀ ਨੇ ਦੀਵਾਲੀ ਦੇ ਮੌਕੇ। ਉਦੋਂ ਮਗਰੋਂ ਆ ਕੇ ਮੈਂ ਜਿਵੇਂ ਉੱਥੇ ਮੈਂ ਨਾ ਅੰਦਰ ਇੱਕ ਸਰਦਾਰ ਪ੍ਰੀਤਮ ਸਿੰਘ ਭਾਟੀਆ ਸੀ ਗੁਰਦਾਸਪੁਰ ਤੋਂ, ਇੱਕ ਸਰਦਾਰ ਗੁਰਨਾਮ ਸਿੰਘ ਬਿੰਜਲ ਰਿਟਾਇਰਡ ਡੀਓ ਸੀ ਜੀ। ਉਹ ਰਾਤ ਨੂੰ ਇੱਕ ਭਾਸ਼ਣ ਦਿੰਦੇ ਹੁੰਦੇ ਸੀ ਸਾਰਿਆਂ ਨੂੰ ਇਕੱਠਿਆਂ ਕਰਕੇ ਕਿ ਅਕਾਲੀ ਸਿਆਸਤ ਕੀ ਆ, ਅਕਾਲੀ ਸਿਆਸਤ 'ਚ ਕਿਵੇਂ ਹੋਇਆ, ਕਾਂਗਰਸ ਨੇ ਕਿਵੇਂ ਧੱਕਾ ਕੀਤਾ, ਅਸੀਂ ਦੇਸ਼ ਦੀ ਆਜ਼ਾਦੀ 'ਚ ਕੀ ਯੋਗਦਾਨ ਪਾਇਆ। ਤਾਂ ਮੈਂ ਉਹ ਸੁਣਦਾ ਰਹਿੰਦਾ, ਲਿਖਦਾ ਰਹਿੰਦਾ। ਤਾਂ ਬਸ ਉੱਥੋਂ ਮੇਰਾ ਦਿਲਚਸਪੀ ਪੈਦਾ ਹੋ ਗਈ ਕਿ ਮੈਨੂੰ ਕੰਮ ਕਰਨਾ ਚਾਹੀਦਾ। ਫਿਰ ਮੈਂ ਉਦੋਂ ਸਟੂਡੈਂਟ ਸੀ, ਬਾਹਰ ਆਇਆ ਤਾਂ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਾਮਲ ਹੋ ਗਿਆ ਜੀ। ਤੇ ਫਿਰ ਮੈਂ ਥੋੜੀ ਦੇਰ ਬਾਅਦ ਹੀ ਹਰਮਿੰਦਰ ਸਿੰਘ ਸੰਧੂ ਉਦੋਂ ਜਨਰਲ ਸੈਕਟਰੀ ਸੀ, ਭਾਈ ਅਮਰੀਕ ਸਿੰਘ ਪ੍ਰਧਾਨ ਸੀ, ਤੇ ਉਹਨਾਂ ਨੂੰ ਮੇਰੀ ਗੱਲਬਾਤ ਠੀਕ ਲੱਗੀ। ਉਹਨਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ। ਪਹਿਲਾਂ ਮੈਨੂੰ ਐਕਟਿੰਗ ਜ਼ਿਲ੍ਹਾ ਪ੍ਰਧਾਨ ਬਣਾਇਆ, ਅਮਰਜੀਤ ਸਿੰਘ ਚਾਵਲੇ ਪ੍ਰਧਾਨ ਸੀ ਪਰ ਉਹ ਜੇਲ੍ਹ ਸੀ ਜੀ। ਫਿਰ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾ ਲਿਆ, ਮੈਨੂੰ ਵਰਕਿੰਗ ਕਮੇਟੀ ਦਾ ਮੈਂਬਰ ਵੀ ਬਣਾ ਲਿਆ ਤੇ ਉੱਥੋਂ ਮੈਂ ਸ਼ੁਰੂਆਤ ਕੀਤੀ। ਫਿਰ ਬਲੂ ਸਟਾਰ ਹੋ ਗਿਆ। ਮੈਂ ਉਦੋਂ ਪਹਿਲਾਂ ਹੀ ਮੈਨੂੰ ਫੜ ਲਿਆ ਸੀ, NSA ਲਾਤੀ ਸੀ ਅਪ੍ਰੈਲ ਤੇ ਜਦੋਂ ਮੋਗੇ ਗੋਲੀ ਚੱਲੀ ਆ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਸਾਹਮਣੇ, ਅਸੀਂ ਉਦੋਂ 8-9 ਜਾਣੇ ਪਹਿਲਾਂ ਫੜੇ ਗਏ ਸੀ, ਗੋਲੀ ਬਾਅਦ ਚੱਲੀ। ਉਹ ਫਿਰ ਮੈਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਬੰਦ ਕਰਤਾ ਸੀ। ਫਿਰ ਬਲੂ ਸਟਾਰ ਹੋ ਗਿਆ ਕਰਕੇ ਉਹਨਾਂ ਨੇ ਬੜਾ ਤਸ਼ੱਦਦ ਵਗੈਰਾ ਕਰਿਆ। ਫਿਰ ਮੈਂ ਸੰਗਰੂਰ ਜੇਲ੍ਹ ਬਾਹਲਾ ਰਿਹਾ NSA 'ਚ, ਸਟੇਟ ਬਾਹਰ ਲੈ ਜਾਂਦੇ ਡਿਸਟ੍ਰਿਕਟ ਤੋਂ। ਫਿਰ ਬਾਹਰ ਆਇਆ, ਫਿਰ ਮੈਂ ਯੂਥ ਅਕਾਲੀ ਦਲ ਜੁਆਇਨ ਕੀਤਾ, ਉਹਦਾ ਜਨਰਲ ਸੈਕਟਰੀ ਬਣਿਆ, ਸੈਕਟਰੀ ਜਨਰਲ ਬਣਿਆ, ਸੀਨੀਅਰ ਮੀਤ ਪ੍ਰਧਾਨ ਬਣਿਆ। ਫਿਰ ਅਕਾਲੀ ਦਲ 'ਚ ਵਰਕਿੰਗ ਕਮੇਟੀ ਮੈਂਬਰ ਬਣਿਆ, ਵਾਈਸ ਪ੍ਰੈਜ਼ੀਡੈਂਟ ਬਣਿਆ, ਸਪੋਕਸਮੈਨ ਬਣਿਆ। ਇਸ ਤਰ੍ਹਾਂ ਸਫ਼ਰ ਚੱਲਦਾ ਹੈ ਜੀ। ਲੰਬੇ ਇਹ ਸਿੱਖ ਸਿਆਸਤ ਜੋ ਤੁਹਾਡਾ ਲੰਬਾ ਜਿਹੜਾ ਸਫ਼ਰ ਹੈ, ਇਹਦੇ 'ਚ ਅਚਾਨਕ ਇਹ ਮੋੜਾ ਕਿਵੇਂ ਆਉਂਦਾ ਜੀ, ਜਦੋਂ ਕਿ ਤੁਸੀਂ BJP ਜਾਂ RSS ਨੂੰ, ਜਿਸ ਤਰ੍ਹਾਂ ਸਾਡੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਾਈਕੀ ਸੀ, ਜਾਂ ਉਸ ਤੋਂ ਬਾਅਦ ਅਕਾਲੀ ਦਲ ਦੀ ਸਿਆਸਤ ਜਿਹੜੀ ਹੈ ਉਹ ਇਹਨਾਂ ਮੁੱਦਿਆਂ ਤੇ ਆਧਾਰਿਤ ਰਹੀ ਹੈ ਕਿ ਅਸੀਂ ਹਮੇਸ਼ਾ RSS ਨੂੰ ਤੇ BJP ਨੂੰ ਸਿੱਖ ਵਿਰੋਧੀ ਦੱਸਦੇ ਆ ਰਹੇ ਹਾਂ, ਨਿੰਦਦੇ ਆਏ ਹਾਂ। ਤੇ ਹੁਣ ਉਸੇ ਬੇੜੀ 'ਚ ਸਵਾਰ ਹੋਣਾ ਤੁਹਾਡਾ ਥੋੜਾ ਜਿਹਾ ਰੜਕਦਾ ਹੈ ਜੀ ਵੀ ਇਹ ਕਿਵੇਂ ਫੈਸਲਾ, ਇਹ ਜਿਹੜਾ ਇਹ ਕਿਸੇ ਅਪਰਚੂਨਿਟੀ ਵਾਸਤੇ ਫੈਸਲਾ ਲਿਆ ਗਿਆ ਹੈ ਜਾਂ ਪੰਜਾਬ ਦੀ ਬੈਟਰਮੈਂਟ ਲਈ ਜੀ? ਇੱਕ ਤਾਂ ਜਿਹੜੀ ਇਹ ਹੈ ਕਿ ਕੁਝ ਲੋਕ RSS ਨੂੰ ਨਿੰਦਦੇ ਆ ਰਹੇ ਆ। ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦਾ ਅਲਾਇੰਸ ਜਿਹੜੀ ਜਨਸੰਘ ਸੀ, ਪਹਿਲਾਂ ਵੀ 1977 'ਚ ਜਦੋਂ ਸਰਕਾਰ ਚੱਲੀ ਅਸੀਂ ਤੱਕ ਉਦੋਂ ਵੀ ਜਨਸੰਘ ਨਾਲ ਅਲਾਇੰਸ ਸੀਗਾ। ਭਾਰਤੀ ਜਨਤਾ ਪਾਰਟੀ ਨਾਂ ਦੀ ਪਾਰਟੀ ਬਣੀ, ਉਹਦੇ ਨਾਲ ਵੀ ਅਕਾਲੀ ਦਲ ਦਾ 1996 ਵਾਲਾ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ, 97 ਵਾਲਾ ਲੜਿਆ। 2021 ਤੱਕ ਅਕਾਲੀ ਦਲ ਦਾ ਜਿਹਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰਦੇ, ਉਹਦਾ ਅਲਾਇੰਸ ਰਿਹਾ। ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਰਹੀ। ਲੇਕਿਨ ਮੇਰੇ ਵਾਲਾ ਕਾਰਨ ਜਿਹੜਾ ਕਿ ਮੈਂ ਕਿਉਂ ਆ ਗਿਆ, ਮੈਂ RTI ਕਮਿਸ਼ਨਰ ਬਣਿਆ, ਮੈਨੂੰ ਪੋਲੀਟੀਕਲ ਐਡਜਸਟਮੈਂਟ ਦੇ ਅਗੇਂਸਟ 2015 ਚ ਬਣਿਆ ਮੈਂ ਜੀ। ਉਹ ਮੇਰੇ ਕੋਲ ਸੰਵਿਧਾਨਕ ਪਦ ਸੀ ਮੇਰਾ। ਉਦੋਂ ਤਾਂ ਮੈਂ ਸਿਆਸਤ ਕਰ ਨਹੀਂ ਸਕਦਾ ਸੀ। ਬਿਲਕੁਲ। ਉਹਦੇ ਚ ਵੀ ਇੱਕ ਇੰਟਰਸਟਿੰਗ ਗੱਲ ਹੈ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਕੋਲੇ ਨਾਰਾਜ਼ ਹੋ ਕੇ ਆ ਗਿਆ ਸੀ 31 ਅਕਤੂਬਰ 2014 ਨੂੰ ਬਠਿੰਡੇ, ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਬਣਾਉਣਾ ਜਾਂ RTI ਕਮਿਸ਼ਨਰ ਬਣਾਉਣਾ। ਮੈਂ ਉਹਨਾਂ ਨਾਲ ਨਾਰਾਜ਼ ਹੋ ਕੇ ਆ ਗਿਆ ਸੀ ਕਿ 97 ਤੋਂ 2002 ਤੱਕ ਸਰਕਾਰ ਰਹੀ, ਫਿਰ ਦੁਬਾਰਾ 12 ਤੱਕ ਸਰਕਾਰ ਰਹੀ, ਮੈਨੂੰ ਕੁਝ ਨਹੀਂ ਬਣਾਇਆ, ਤਾਂ ਮੈਨੂੰ ਪੋਲੀਟੀਕਲ ਪੋਸਟ ਚਾਹੀਦੀ ਆ, ਮੈਂ ਨੌਕਰੀ ਨਹੀਂ ਕਰਨੀ ਹੈ। ਲੇਕਿਨ ਚਲੋ ਅਗਲੇ ਦਿਨ ਮੇਰੇ ਦੋਸਤ ਕੋ ਵੀ ਕਹਿ ਲਓ ਪਾਰਟੀ ਵੱਲੋਂ ਡਿਊਟੀ ਲੱਗੀ ਸੀ, ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਮਾਲਾ ਹੁਣ ਵੀ ਅਕਾਲੀ ਦਲ ਚ ਨੇ। ਬਿਲਕੁਲ। ਸਰਦਾਰ ਪਰਮਜੀਤ ਸਿੰਘ ਸਦਮਾ ਜਿਹੜੇ ਪੋਲੀਟੀਕਲ ਸੈਕਟਰੀ ਨੇ ਸੁਖਬੀਰ ਸਿੰਘ ਬਾਦਲ ਦੇ, MLA ਸੀ ਬਾਘਾ ਪੁਰਾਣਾ ਸਰਦਾਰ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ, ਹੁਣ ਕਾਂਗਰਸ ਨੇ। ਉਹਨਾਂ ਨੇ ਮੈਨੂੰ ਮਨਾਇਆ ਕਿ ਤੂੰ ਬਣ ਜਾ, ਮੈਂ ਫਿਰ ਬਣ ਗਿਆ। ਤੇ ਉਹ ਜਦੋਂ ਪੋਸਟ ਦੇ ਦਰਮਿਆਨ ਬਰਗਾੜੀ ਜਿੱਦੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਹਨ, ਉਹਦੇ ਮੈਨੂੰ ਥੋੜੀ ਜ਼ਿਆਦਾ ਚਿੰਤਾ ਹੋਈ। ਮੈਂ ਪਾਰਟੀ ਦੀ ਚਿੰਤਾ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਘਰ ਗਿਆ। ਮੈਂ ਉਦੋਂ RTI ਕਮਿਸ਼ਨਰ ਸੀ, ਮੈਂ ਛੇਤੀ ਘਰ ਜਾ ਸਕਦਾ ਸੀ। ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਨਾਲ ਖਾਸ ਗੱਲ ਕਰਨੀ ਹੈ ਪਾਸੇ। ਉਹ ਕਹਿਣ ਲੱਗ ਪਏ ਇੱਥੇ ਦੱਸ ਦੇ। ਮੈਂ ਕਹਿੰਦੀ ਮੈਂ ਪਾਸੇ ਗੱਲ ਕਰਨੀ ਹੈ, ਤੁਸੀਂ ਮੈਂ ਵੇਟ ਕਰ ਲੈਣਾ, ਜਦੋਂ ਤੁਸੀਂ ਫ੍ਰੀ ਹੋਏ ਮੇਰੀ ਗੱਲ ਸੁਣੋ, ਜ਼ਿਆਦਾ ਗੰਭੀਰ ਮਾਮਲਾ। ਤਾਂ ਉਹ ਆ ਗਏ ਅੱਧੇ ਘੰਟੇ ਬਾਅਦ ਕਵਰੇਜ, ਮੈਨੂੰ ਕਹਿੰਦੇ ਹਾਂ ਦੱਸ। ਮੈਂ ਕਿਹਾ ਜੀ ਬਰਗਾੜੀ ਤੁਸੀਂ ਬਾਦਲ ਸਾਹਿਬ ਨੂੰ ਲੈ ਕੇ ਜਾਓ। ਤਾਂ ਉਹ 35-60 ਮੈਨੂੰ ਕਹਿੰਦੇ ਆ ਨਹੀਂ ਤੂੰ ਜਿਹੜੇ ਕੰਮ ਆਇਆ ਉਹ ਦੱਸ। ਦੇਖੋ ਤੁਸੀਂ ਗੈਰ ਗੰਭੀਰਤਾ ਜਿਹਨੂੰ ਕਿਹਾ ਜਾ ਸਕਦਾ, ਗੈਰ ਗੰਭੀਰਤਾ, ਜਾਂ ਉਹ ਸਮਝਦੇ ਆ ਕਿ ਇਹ ਗੱਲ ਇਹ ਨਹੀਂ ਕਰ ਸਕਦੇ। ਉਹ ਮੈਂ ਕਿਹਾ ਜੀ ਮੈਂ ਹੋਰ ਕਿਸੇ ਕੰਮ ਨਹੀਂ ਆਇਆ, ਮੈਂ ਇਸੇ ਕੰਮ ਆਇਆ, ਮੇਰਾ ਕੋਈ ਨਿੱਜੀ ਕੰਮ ਨਹੀਂ ਹੈ। ਗੁਰੂ ਸਾਹਿਬ ਚੋਰੀ ਹੋ ਗਏ, ਆਪਾਂ ਉਦੋਂ ਵੀ ਕੋਈ ਗਏ ਨਹੀਂ, ਆਪਾਂ ਜਿਹੜਾ ਹੈਲੀਕਾਪਟਰ ਰੋਜ਼ ਆਪਣਾ ਜਾਂਦਾ ਬਾਦਲ
ਉਹ ਗੁਰਜਵਾਰ ਸਿੰਘ ਵਾਲੇ ਨੂੰ ਗਿਆ। ਹੁਣ ਤਾਂ ਜਮਾਂ ਹੀ ਸਿਰਾ ਹੋ ਗਿਆ। ਉੱਥੇ ਸੰਤ ਮਹਾਤਮਾ ਆ ਕੇ ਬਹਿਣ ਲੱਗ ਪਏ, ਸੰਗਤ ਬਹਿਣ ਲੱਗ ਪਈ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਗ੍ਰਹਿ ਮੰਤਰੀ ਹੋ, ਤੁਸੀਂ ਬਾਦਲ ਸਾਹਿਬ ਨੂੰ ਲੈ ਕੇ ਜਾਓ, ਲੋਕਾਂ ਨੂੰ ਕਹੋਗੇ ਸਾਨੂੰ 1 ਮਹੀਨਾ ਦਿਓ, ਤੇ 1 ਮਹੀਨੇ ਜੇ ਅਸੀਂ ਨਾ ਕੋਈ ਹੱਲ ਕੱਢਿਆ ਫਿਰ ਤੁਸੀਂ ਜੋ ਮਰਜ਼ੀ ਕਰ ਲਓ। ਮੈਂ ਕਿਹਾ ਮਹੀਨੇ 'ਚ ਹਨੇਰੀ ਲਿਆ ਦਿਓ ਤੁਸੀਂ, ਬਿਲਕੁਲ, ਤੇ ਫਿਰ ਹੱਲ ਹੋ ਜੂ। ਉਹ ਮੈਨੂੰ ਕਹਿੰਦੇ ਜਾ ਯਾਰ, ਮੈਂ ਕਿਹਾ ਪਤਾ ਨਹੀਂ ਕਿੱਡੀ ਗੱਲ ਆ, ਇਹ ਉੱਠ ਖੜਨਗੇ ਆਪੇ 5-7 ਦਿਨਾਂ 'ਚ। ਇਹ ਗੱਲ ਉਹਨਾਂ ਨੇ ਮੇਰੇ ਇਕੱਲੇ ਕੋਲੇ ਕਹਿਤੀ। ਚਲੋ ਮੈਂ ਤਾਂ ਉਸ ਤੋਂ ਬਾਅਦ ਉਹਨਾਂ ਦੇ ਕਦੇ ਘਰ ਨਹੀਂ ਗਿਆ। ਬਿਲਕੁਲ, ਮੈਂ ਰਿਟਾਇਰਮੈਂਟ ਤੱਕ ਸਿਆਸਤ ਨਹੀਂ ਸੀ ਕਰ ਸਕਦਾ ਕਿਉਂਕਿ ਮੇਰਾ ਸੰਵਿਧਾਨਕ ਪਦ ਸੀ। ਮੇਰੇ ਦੋਸਤ ਮੇਰੇ ਕੋਲੇ ਆਉਂਦੇ, ਉਹ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਮੇਰੇ ਕੋਲੋਂ ਚਾਹ ਪੀ ਕੇ ਮਿਲਣ ਜਾਂਦੇ, ਮੇਰੇ ਕੋਲ ਰੋਟੀ ਖਾਂਦੇ। ਮੈਂ ਉਹ ਗੱਲ ਨਹੀਂ ਗਲਤ ਕਰਦਾ ਕਿ ਮੈਂ ਉਦੋਂ ਬੋਲਿਆ ਨਹੀਂ। ਫਿਰ ਜਦੋਂ ਮੇਰਾ ਮਨ ਨਹੀਂ ਸੀ ਕਿ ਮੈਂ ਸਰ ਸੁਖਬੀਰ ਸਿੰਘ ਬਾਦਲ ਨਾਲ ਕਦੇ ਸਿਆਸਤ ਕਰਨੀ ਹੈ, ਮੋਹ ਭੰਗ ਹੋ ਗਿਆ ਅਸੀਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਜ਼ਖਮੀ ਹੋ ਗਏ ਤੁਸੀਂ। ਉਹ ਗੱਲ ਜਿਹੜੀ ਉਹਨਾਂ ਨੇ ਮੈਨੂੰ ਕੱਲਿਆਂ ਨੂੰ ਕਹੀ, ਹੁਣ ਤਾਂ ਦੇਖੋ ਪਬਲਿਕਲੀ ਵੀ ਉਹਨਾਂ ਨੇ 3-4 ਦਿਨ ਬਾਅਦ ਕਹਿਤੀ ਸੀ ਕਿ ਇਹ ਤਾਂ ਵਿਹਲੇ ਲੋਕ ਨੇ, ਬੈਠੇ ਨੇ, ਉੱਠ ਖੜਨਗੇ। ਬਿਲਕੁਲ, ਐਡਾ ਰੁਤਬਾ ਉਹਨਾਂ ਕੋਲ ਹੋਵੇ ਤੇ ਉਹ ਉਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਣ ਜਿਹੜੀ ਆਪਾਂ ਸਿੱਖਾਂ ਦੀ ਪਾਰਟੀ ਕਹਿੰਦੀ, ਸਿੱਖ ਫਲਸਫੇ ਨੂੰ, ਤੇ ਗੁਰੂ ਗ੍ਰੰਥ ਸਾਹਿਬ ਵਾਲਾ ਇਸ਼ੂ ਹੋਵੇ, ਇੰਨੇ ਉਹਦੇ ਪ੍ਰਤੀ ਗੈਰ ਗੰਭੀਰ ਹੋਣ ਤਾਂ ਉਹ ਤਾਂ 60 ਵੱਜਣ ਵਾਲੀ ਗੱਲ ਸੀ। ਇੱਕ ਤਾਂ ਐਡਾ ਵੱਡਾ ਉਹਦਾ ਪੰਜਾਬ ਦੇ ਸਾਰੇ ਦੀ ਜ਼ਿੰਮੇਵਾਰੀ ਸੀ, ਸਾਰਾ ਨਫਾ ਨੁਕਸਾਨ ਹਾਲਾਂਕਿ ਅਕਾਲੀ ਦਲ ਨੂੰ ਹੋਣਾ ਸੀ ਉਹਦਾ। ਮੈਂ ਤਾਂ ਇਦੋਂ ਹੀ ਅੱਗੇ ਪੰਜ ਸਾਹਿਬ ਕਹਿਣਾ ਕਿ ਮੰਨ ਲਓ ਅਕਾਲੀ ਦਲ ਨੂੰ ਨਾ ਵੀ ਨੁਕਸਾਨ ਹੁੰਦਾ, ਕੋਈ ਹਿੰਦੂ ਵੀ ਮੁੱਖ ਮੰਤਰੀ ਹੁੰਦਾ, ਕੋਈ ਮੁਸਲਮਾਨ ਵੀ ਮੁੱਖ ਮੰਤਰੀ ਹੁੰਦਾ, ਕੋਈ ਜਿਹਦਾ ਧਰਮ 'ਚ ਵਿਸ਼ਵਾਸ ਨਹੀਂ, ਕੋਈ ਕਾਮਰੇਡ ਵੀ ਮੁੱਖ ਮੰਤਰੀ ਹੁੰਦਾ। ਮੰਨ ਲਓ ਕਿ ਕੋਈ ਨਾਸਤਿਕ ਸੱਜਣ ਵੀ ਹੁੰਦੇ ਨੇ ਕਾਮਰੇਡਾਂ, ਉਹਨੇ ਵੀ ਰਾਜ ਧਰਮ ਤਾਂ ਨਿਭਾਉਣਾ ਹੀ ਸੀ ਨਾ, ਰਾਜ ਧਰਮ ਤਾਂ ਨਿਭਾਉਣਾ ਬੰਦਾ। ਬਿਲਕੁਲ, ਤੇ ਉਹਨਾਂ ਨੇ ਜਮਾਂ ਹੀ ਮੈਨੂੰ ਕਹਤਾ ਅੱਛਾ, ਹਾਲਾਂਕਿ ਚਲੋ ਮੇਰਾ ਮਨ ਰੱਖਣ ਲਈ ਉਹ ਕਹਿ ਸਕਦੇ ਸੀ ਕੋਈ ਨਹੀਂ ਮੈਂ ਬਾਦਲ ਸਾਹਿਬ ਨਾਲ ਗੱਲ ਕਰਦਾ, ਬਣਦਾ ਇਹੀ ਸੀ। ਤੇ ਉਹ ਮੈਨੂੰ ਕਹਿੰਦੇ ਵੀ ਨਹੀਂ ਤੂੰ ਐਵੇਂ ਬਾੜਾ ਫਿਕਰ ਨਹੀਂ ਕਰਨ ਵਾਲੀ ਗੱਲ, ਇਹ 5-4 ਦਿਨ ਨੂੰ ਉੱਠ ਖੜਨੇ ਆ। ਤੇ ਮੈਂ ਫਿਰ ਆ ਗਿਆ। ਹੁਣ ਵੱਡੇ ਬੰਦੇ ਦਾ ਮੈਂ ਤਾਂ ਕੋਈ ਲੱਤ ਨਹੀਂ ਭੰਨ ਸਕਦਾ ਸੀ, ਤੇ ਪਰ ਮੈਂ ਉਹਨਾਂ ਨਾਲ ਕੰਮ ਨਹੀਂ ਸੀ ਕਰਨਾ। ਫਿਰ ਮੈਂ ਆਫਟਰ ਰਿਟਾਇਰਮੈਂਟ ਤੇ ਮੇਰੇ ਕੋਲੇ ਤਾਂ ਇਹ ਪਲੇਟਫਾਰਮ ਸੀ। ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਆਪਾਂ ਸਮਝਦੇ ਹਾਂ ਕਿ ਵਿਰੋਧੀ ਆ, ਉਹ ਪ੍ਰਚਾਰ ਹੁੰਦਾ ਕਿਸੇ ਦਾ ਕਿਸੇ ਐਂਗਲ ਤੋਂ, ਕਿਸੇ ਦਾ ਕਿਸੇ ਐਂਗਲ ਤੋਂ। ਮੈਨੂੰ ਕਦੇ ਕੋਈ ਗੱਲ ਨਹੀਂ ਲੱਗੀ ਕਿ RSS ਨੇ ਇਸ ਤਰ੍ਹਾਂ ਦਾ ਨੁਕਸਾਨ ਕਰਤਾ। ਆਪਣੇ ਜਿਹੜੇ ਪ੍ਰਚਾਰ ਕਰਨ ਵਾਲੇ ਉਹ ਬਹੁਤ ਵਾਰੀ ਐਂ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ RSS ਨੇ ਕਬਜ਼ਾ ਕਰ ਲਿਆ। ਟਿਕਟਾਂ ਕਿਹਨੇ ਦਿੱਤੀਆਂ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਕਿਹਨੂੰ ਦਿੱਤੀਆਂ? ਅਕਾਲੀ ਦਲ ਦੇ ਵਰਕਰਾਂ ਨੂੰ। ਫਿਰ ਕਬਜ਼ਾ ਕਿਵੇਂ ਕਰ ਲਿਆ? RSS ਤਾਂ ਇਲੈਕਸ਼ਨ ਨਹੀਂ ਲੜੀ, ਸ਼੍ਰੋਮਣੀ ਕਮੇਟੀ, ਭਾਰਤੀ ਜਨਤਾ ਪਾਰਟੀ ਤਾਂ ਨਹੀਂ ਲੜੀ, ਕਾਂਗਰਸ ਨਹੀਂ ਲੜੀ। ਇਹ ਗੱਲਾਂ ਨਹੀਂ ਹੈਗੀਆਂ। ਖਾਸ ਕਰਕੇ ਮੈਂ ਬਹੁਤ ਮਾਣ ਨਾਲ ਕਹਿਣਾ ਕਿ ਮੈਂ 62 ਸਾਲ ਦਾ ਹੋ ਚੱਲਿਆ, ਆ ਦਸੰਬਰ 'ਚ ਹੋ ਜਾਊਗਾ। ਮੈਂ 12-13 ਸਾਲ ਦੀ 14 ਸਾਲ ਦੀ ਉਮਰ ਤੋਂ ਸਿਆਸਤ ਨੂੰ ਦੇਖਦਾ ਗੌਰ ਨਾਲ। 40 ਸਾਲ ਤਾਂ ਮੈਨੂੰ ਐਂਟਰ ਹੋਏ ਨੂੰ ਹੋ ਗਏ। ਬਿਲਕੁਲ, ਮੈਂ ਪਹਿਲੀ ਵਾਰ ਦੇਖਦਾ 8.5 ਸਾਲਾਂ 'ਚ ਕਿ ਇੱਕ ਸਰਕਾਰ ਆਈ ਆ, ਅਸੀਂ ਇੰਡੀਅਨ ਵੀ ਆ, ਅਸੀਂ ਭਾਰਤੀ ਵੀ ਆ, ਅਸੀਂ ਕਿ ਜਿਸ ਸਰਕਾਰ ਤੇ ਕਿਸੇ ਮਹਿਕਮੇ 'ਚ ਕੋਈ ਸਕੈਂਡਲ ਨਹੀਂ ਹੋਇਆ। ਮੇਰੇ ਕਹਿਣ ਦੀ ਗੱਲ ਨਹੀਂ, ਆਪੋਜੀਸ਼ਨ ਹੁਣੇ ਸੈਸ਼ਨ ਲੰਘ ਕੇ ਗਿਆ, ਹੋਰ ਇਤਰਾਜ਼ ਕਰੀ ਜਾਣਗੇ ਜੀ, ਸੰਵਿਧਾਨ ਨਹੀਂ ਮੰਨਦੇ ਜੀ, ਤੁਸੀਂ ਟੈਲੀਫੋਨ ਟੇਪ ਕਰਦੇ ਹੋ ਜੀ, ਤੁਸੀਂ ਫਲਾਣੇ ਥਾਂ ਕਰ ਲਿਆ, ਕੋਈ ਖਬਰ ਲਵਾ ਲਈ, ਕਦੀ ਕਿਸੇ ਨੇ। ਇਸ ਕਰਕੇ ਬਹੁਤ ਮਾਣ ਮਹਿਸੂਸ ਹੁੰਦਾ ਕਿ ਜਿਹੜਾ ਪ੍ਰਧਾਨ ਮੰਤਰੀ ਆ ਉਹਦੇ ਸਾਥੀ ਨੇ, ਉਹਨਾਂ 'ਚ ਪਰਿਵਾਰਵਾਦ ਨਹੀਂ ਹੈ। ਖਾਸ ਕਰਕੇ ਮੁਖੀ ਤਾਂ ਪ੍ਰਧਾਨ ਮੰਤਰੀ ਨੂੰ ਮੰਨਦੇ ਨੇ, ਉਹ ਦੇਖਦੇ ਆਪਾਂ ਉਹਦੇ ਭਰਾ ਕੀ ਕੰਮ ਕਰਦੇ ਨੇ, ਉਹਦੇ ਮਾਤਾ ਜੀ ਕਰਦੇ ਨੇ। ਹੁਣ ਨਹੀਂ ਉਹ ਆਏ ਸਿਆਸਤ 'ਚੋਂ, ਮੁੱਖ ਮੰਤਰੀ ਰਹਿ ਲਏ ਕਿੰਨੇ ਸਾਲ ਉੱਥੇ। ਇੱਕ ਹੋਰ ਵੀ ਜਿਹੜੀ ਇੰਟਰਸਟਿੰਗ ਗੱਲ ਤੁਹਾਡੇ ਧਿਆਨ 'ਚ ਨਹੀਂ ਕਦੇ ਆਈ ਹੋਣੀ ਕਿ ਤੁਸੀਂ ਦੇਖਿਆ ਨਰਿੰਦਰ ਮੋਦੀ ਹੋਣੀ ਮੁੱਖ ਮੰਤਰੀ ਜਦੋਂ ਹਰਿਆਣਾ ਰਹੇ ਨੇ, ਉੱਥੇ ਗੁਜਰਾਤ ਰਹੇ ਨੇ, ਤਾਂ ਉਹਨਾਂ ਤੇ ਬਹੁਤ ਸਾਰੇ ਦੋਸ਼ ਲੱਗੇ। ਖਾਸ ਕਰਕੇ ਕਾਂਗਰਸ ਨਾਲ ਤਾਂ ਬਹੁਤ ਹੀ ਕਾਟੋ ਕਲੇਸ਼ ਸੀ, ਇੰਨਾ ਵੱਡਾ ਕਿ ਅਮਰੀਕਾ ਤੱਕ ਵੀਜ਼ਾ ਨਹੀਂ ਮਿਲਦਾ ਸੀ। ਬਿਲਕੁਲ, ਪਰ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਉਸ ਟਾਈਮ ਗੁਜਰਾਤ ਦੀ ਹੋਈ। ਕਿੱਥੋਂ ਹੁੰਦੀ ਆ ਡਿਵੈਲਪਮੈਂਟ? ਜਾਂ ਤਾਂ ਉਹਨਾਂ ਦਾ ਪ੍ਰਬੰਧਕੀ ਨੁਕਤਾ ਠੀਕ ਆ, ਜਾਂ ਸੈਂਟਰ ਤੋਂ ਫੰਡ ਲੈਣੇ ਨੇ। ਮੈਂ ਇੱਕ ਦਿਨ ਇੱਕ ਟੈਲੀਵਿਜ਼ਨ ਵੈਬਸਾਈਟ ਜਾਂ ਜਿਹੜੀ YouTube ਚੈਨਲ ਆ ਉਹਦੇ ਤੇ ਇੱਕ ਬਹੁਤ ਪੁਰਾਣੇ ਪੱਤਰਕਾਰ ਪ੍ਰਦੀਪ ਸਿੰਘ ਹੋਰਾਂ ਦੀ ਕਹਾਣੀ ਸੁਣ ਰਿਹਾ ਸੀ ਕਿ ਜਦੋਂ ਨੀਤੀ ਆਯੋਗ ਦੀ ਮੀਟਿੰਗ ਹੁੰਦੀ ਸੀ ਵੀ ਇੱਕੋ ਹੀ ਮੁੱਖ ਮੰਤਰੀ ਸੀ ਜਿਹੜਾ ਪੂਰਾ ਵਰਕ ਕਰਕੇ ਆਉਂਦਾ ਸੀ ਅਫਸਰਾਂ ਨੂੰ ਨਾਲ ਲੈ ਕੇ, ਜਿਹਦੇ ਕਰਕੇ ਸੈਂਟਰ ਨੂੰ ਫੰਡ ਦੇਣ ਤੋਂ ਇਨਕਾਰ ਨਹੀਂ ਸੀ ਕਰ ਸਕਦਾ। ਇਸ ਕਰਕੇ ਉਹਨਾਂ 'ਚ ਐਡਮਿਨਿਸਟ੍ਰੇਟਿਵ ਜਿਹੜੀ ਸਕਿੱਲ ਆ ਉਹ ਬਹੁਤ ਜ਼ਿਆਦਾ ਆ। ਇਸ ਕਰਕੇ ਮੈਂ ਉਸ ਗੱਲ ਤੋਂ ਪ੍ਰਭਾਵਿਤ ਹਾਂ ਬਿਲਕੁਲ। ਇਸ ਤਾਂ ਕਰਕੇ ਗਿਆ ਜੀ।
ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੀ ਕਿ ਅਕਾਲੀ ਦਲ ਨੇ ਵਿਰੋਧ ਨਹੀਂ ਕੀਤਾ। ਉਸ ਵਿਰੋਧ ਨਾ ਕਰਨ ਦਾ ਕਾਰਨ ਤਾਂ ਚਲੋ ਇਹ ਵੀ ਸੀਗਾ ਕਿ ਬਾਦਲ ਪਰਿਵਾਰ ਨੂੰ ਆਪਦੇ ਨਿੱਜ ਨਾਲ ਬਹੁਤ ਜ਼ਿਆਦਾ ਸੰਬੰਧ ਰਿਹਾ। ਉਹ ਪੂਰੀ ਸਿੱਖ ਕੌਮ ਦੀ ਗੱਲ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਤੇ ਹਮੇਸ਼ਾ ਦੋਸ਼ ਲੱਗਦੇ ਆ ਕਿ ਉਹਨਾਂ ਨੇ ਸਿੱਖ ਕੌਮ ਦਾ, ਪੰਜਾਬ ਦਾ ਨੁਕਸਾਨ ਕੀਤਾ, ਆਪਦਾ ਜਿਹੜਾ ਨਿੱਜੀ ਲਾਭ ਲੈਣ ਲਈ ਕੇਂਦਰ ਸਰਕਾਰ ਦੇ ਨਾਲ ਭਾਈਵਾਲੀ ਕੀਤੀ, ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲੀ ਕੀਤੀ। ਇਸ ਕਰਕੇ ਉਹਨਾਂ ਦਾ ਨਾ ਬੋਲਣਾ ਸਾਡੇ ਸਮਝ 'ਚ ਆਉਂਦਾ ਹੈ। ਲੇਕਿਨ ਬਾਕੀ ਜ਼ਰੂਰ ਜਿਹੜੀ ਸਿੱਖ ਸਿਆਸਤ ਹੈ ਉਹ ਦਬੀ ਉਹਨਾਂ ਦੀ ਨਹੀਂ ਚੱਲਦੀ ਸੀ, ਉਹ ਗੱਲ ਵੱਖਰੀ ਹੈ। ਲੇਕਿਨ ਉਹ ਇਸ ਚੀਜ਼ ਦਾ ਵਿਰੋਧ ਜ਼ਰੂਰ ਕਰਦੇ ਰਹੇ ਹੈ ਕਿ RSS ਤੇ ਜਿਹੜੀ ਹੈ ਇਹ ਸਾਡੇ ਤੇ ਕਾਬਜ਼ ਹੁੰਦੀ ਰਹੀ ਹੈ ਜਾਂ ਸਾਡੇ ਵਿੱਚ ਛੇੜਛਾੜ ਕੀਤੀ ਜਾ ਰਹੀ ਹੈ। ਨਹੀਂ, ਮੈਨੂੰ ਤੁਸੀਂ ਨਾ ਜਾਂ ਤਾਂ ਕੋਈ ਉਦਾਹਰਨ ਦੇਈਏ ਕਿ ਆਪਾਂ ਇੱਥੇ ਕਰ ਲਈ। ਜਥੇਦਾਰ ਗੁਰਕਰਨ ਸਿੰਘ ਟੌਹੜਾ ਪੰਥ ਰਤਨ ਨੇ, ਮੈਂ ਅੱਜ ਵੀ ਉਹਨਾਂ ਦੀ ਸਿਆਸਤ ਤੋਂ ਇੱਕ ਗੱਲ ਨੂੰ ਛੱਡ ਕੇ ਜੀ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਵਰਤੋਂ ਸਿਆਸਤ 'ਚ ਪੈਰ ਜਮਾਉਣ ਲਈ ਕੀਤੀ ਇੱਕ ਦੋ ਵਾਰ, ਲੇਕਿਨ ਮੇਰਾ ਅੱਜ ਵੀ ਜਿਹੜਾ ਆਦਰਸ਼ ਆ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਣਾ ਦੀ ਰਾਜਨੀਤੀ ਆ। ਮੈਂ ਉਹਨੂੰ ਆਦਰਸ਼ ਮੰਨ ਕੇ ਚੱਲਦਾ ਕਿ ਇਮਾਨਦਾਰ ਰਹਿਣਾ, ਬੇਬਾਕੀ ਨਾਲ ਗੱਲ ਕਰਨੀ, ਨਿੱਜ ਪ੍ਰਸਤ ਨਾ ਹੋਣਾ, ਪੰਥ ਪ੍ਰਸਤ ਰਹਿਣਾ। ਉਹ ਵੀ ਤਾਂ ਉਦੋਂ ਵਿੱਚ ਸੀ ਜਦੋਂ ਅਕਾਲੀ ਦਲ ਨੇ 1996 ਚ ਸਪੋਰਟ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਅਨਕੰਡੀਸ਼ਨਲ, ਉਦੋਂ ਉਹ ਵਿੱਚ ਸੀ। ਇਸ ਕਰਕੇ ਮੈਂ ਇਹ ਸਮਝਦਾ ਕਿ ਕਿਸੇ ਵੀ ਪਾਰਟੀ ਨਾਲ ਜੀ ਅਲਾਇੰਸ ਕਰਕੇ ਆਪਣਾ ਤੁਸੀਂ ਮੁੱਦਾ ਨਾ ਛੱਡੋ। ਸਾਡਾ ਮੁੱਦਾ ਸੀ ਪੰਥਕ। ਪੰਥਕ ਮੁੱਦਾ ਫਿਰਕੂ ਨਹੀਂ ਹੈਗਾ। ਪੰਥਕ ਮੁੱਦਾ ਹੈਗਾ ਕਿ ਤੁਸੀਂ ਸਰਬੱਤ ਦਾ ਭਲਾ ਚਾਹੁੰਦੇ ਹੋ, ਲੋੜਵੰਦ ਦੀ ਮਦਦ ਕਰਦੇ ਹੋ, ਮਾੜੇ ਦੀ ਬਾਂਹ ਫੜਦੇ ਹੋ, ਜ਼ਬਰ ਦੇ ਖਿਲਾਫ ਲੜਦੇ ਹੋ, ਆਪਣੇ ਕੌਮ ਦੇ ਹਿੱਤਾਂ ਲਈ ਲੜਦੇ ਹੋ। ਬਾਦਲ ਅਕਾਲੀ ਦਲ ਅੱਜ ਸਿੱਖ ਸਿਆਸਤ ਚੋਂ, ਪੰਜਾਬ ਦੀ ਸਿਆਸਤ ਚੋਂ ਇਸ ਕਰਕੇ ਮੰਨਫੀ ਹੋ ਗਿਆ ਕਿ ਉਹਨਾਂ 'ਚ ਨਿੱਜ ਪ੍ਰਸਤੀ ਬਹੁਤ ਆ ਗਈ। ਲੇਕਿਨ ਉਹਦੇ 'ਚ ਭਾਰਤੀ ਜਨਤਾ ਪਾਰਟੀ, ਜਿਵੇਂ ਤੁਸੀਂ ਸ਼ੁਰੂ ਕਰਨ ਲੱਗਿਆ ਵਾਰਤਾ ਦੱਸ ਰਹੇ ਸੀ ਕਿ ਪੰਜਾਬ 'ਚ ਕੋਈ ਪੈਰ ਨਹੀਂ ਲੱਗੇ ਉਹਨਾਂ ਦੇ, ਉਹਦਾ ਤਾਂ ਕਾਰਨ ਇਹ ਸੀ ਕਿ ਜਿਹੜੇ ਗੁਨਾਹ ਬਾਦਲ ਪਰਿਵਾਰ ਕਰਦਾ ਸੀ ਉਹਦੇ ਭਾਗੀਦਾਰ ਆਟੋਮੈਟਿਕਲੀ ਉਹ ਬਣ ਜਾਂਦੇ ਸੀ। ਉਹ ਤਾਂ ਪਹਿਲੀ ਵਾਰ ਮੈਦਾਨ 'ਚ ਆਏ ਨੇ, ਲੋਕਾਂ ਦਾ ਸਮਰਥਨ ਮਿਲਦਾ ਨਹੀਂ ਮਿਲਦਾ ਉਹ ਅਗਲੀ ਗੱਲ ਆ, ਮੈਂ ਇੱਥੇ ਹੁਣ ਦਾਅਵਾ ਕਰਾਂਗੇ ਬਹੁਤ ਮਿਲ ਜਾਣਾ। ਪਰ ਲੋਕਾਂ 'ਚ ਬਹੁਤ ਸਾਰੀ ਚੇਂਜ ਆ ਰਹੀ ਆ। ਅਸੀਂ ਹਿੰਦੁਸਤਾਨੀ ਆ, ਸਾਡੇ ਤੇ ਬਹੁਤ ਸਾਰੇ ਦੋਸ਼, ਖਾਸ ਕਰਕੇ ਕਾਂਗਰਸ ਦੇ ਸਰਕਾਰ 'ਚ ਵੱਡੇ ਵੱਡੇ ਸਕੈਂਡਲ ਹੁੰਦੇ ਰਹੇ ਆ। ਜਦੋਂ ਕਦੇ ਟੈਲੀਫੋਨ ਸਕੈਂਡਲ ਹੋ ਗਿਆ, ਕਦੇ ਵਿਫੋਰ ਸਕੈਂਡਲ ਹੋ ਗਿਆ, ਕਦੇ ਖਾਦ ਦਾ ਸਕੈਂਡਲ ਹੋ ਗਿਆ, ਕਦੇ ਕੋਲੇ ਦਾ ਸਕੈਂਡਲ ਹੋ ਗਿਆ। ਉਸ ਤਰ੍ਹਾਂ ਦੇ ਸਕੈਂਡਲਾਂ ਕਰਕੇ ਸਾਡੀ ਜਿਹੜੀ ਬਾਹਰ ਛਵੀ ਖਰਾਬ ਹੋਈ ਸੀ ਉਹ ਪਹਿਲੀ ਵਾਰ ਠੀਕ ਹੋਈ ਹੈ। ਖਾਸ ਕਰਕੇ ਮੈਂ ਬਹੁਤ ਮੋਦੀ ਸਾਹਿਬ ਨੂੰ ਇਸ ਕਰਕੇ ਮੰਨਦਾ ਹੁੰਦਾ ਕਿ ਉਹ ਡਿਸੀਜਨ ਮੇਕਰ ਨੇ। ਤੁਹਾਨੂੰ ਇੱਕ ਐਗਜ਼ਾਮਪਲ, ਜਿਹੜਾ ਪੁਲਵਾਮਾ ਕਾਂਡ ਹੋਇਆ ਜੀ ਇਲੈਕਸ਼ਨ ਤੋਂ ਪਹਿਲਾਂ, ਤਾਂ ਉਦੋਂ ਮਗਰੋਂ ਬਾਲਾਕੋਟ ਸਰਜੀਕਲ ਸਟ੍ਰਾਈਕ ਹੋਈ ਜਿਹੜੀ, ਉਹਦੇ ਵਿੱਚ ਉਹ ਤਾਂ ਸਕਸੈਸ ਹੋ ਗਈ। ਇਨ ਕੇਸ ਉਹ ਫੇਲ ਹੋ ਜਾਂਦੀ, ਇਲੈਕਸ਼ਨ ਰੁੜ ਗਿਆ ਸੀ ਨਾ। ਲੇਕਿਨ ਇੱਕ ਪ੍ਰਧਾਨ ਮੰਤਰੀ ਦਾ ਏਡਾ ਵੱਡਾ ਡਿਸੀਜਨ ਕਿ ਇਲੈਕਸ਼ਨ ਬਚੇ ਚਾਹੇ ਰੁੜੇ, ਮੈਨੂੰ ਏਡੀ ਵੱਡੀ ਜਿਹੜੀ ਉਹਨਾਂ ਨੇ ਵਾਰਦਾਤ ਸਾਡੇ ਅੰਦਰ ਵੜ ਕੇ ਕੀਤੀ ਆ ਉਹਦਾ ਜਵਾਬ ਦੇਣਾ ਚਾਹੀਦਾ। ਜੇ ਫੇਲ ਹੋ ਜਾਂਦਾ ਫਿਰ ਹੋ ਗਿਆ ਸੀ। ਇਸ ਕਰਕੇ ਪ੍ਰਧਾਨ ਮੰਤਰੀ ਡਿਸੀਜਨ ਮੇਕਰ ਨੇ, ਉਹਨਾਂ ਨੇ ਆਪਣੀ ਨਿੱਜੀ ਸ਼ਖਸੀਅਤ ਨਾਲ ਵੀ, ਆਪਣੇ ਕੰਮਾਂ ਨਾਲ ਵੀ ਆਪਣਾ ਕੱਦ ਕਾਠ ਬਣਾਇਆ, ਪਾਕਿਸਤਾਨ ਨੂੰ ਸਾਰੀ ਦੁਨੀਆ ਚੋਂ ਅਲੱਗ ਥਲੱਗ ਕੀਤਾ ਜੀ ਰਣਨੀਤੀਕਾਰ ਨੇ। ਇਸ ਕਰਕੇ ਜੋ ਅੱਜ ਦੀ ਸਿਆਸਤ ਹੈ, ਦੇਖੋ ਦੋ ਹੀ ਪਾਰਟੀਆਂ ਅਕਾਲੀ ਦਲ ਅਲਾਇੰਸ ਕਰ ਸਕਦਾ ਜਾਂ ਸਾਡੇ ਵਰਗਾ ਕੋਈ ਜਾ ਸਕਦਾ, ਕਾਂਗਰਸ ਹੈ ਬਿਲਕੁਲ ਤੇ ਦੂਜੀ ਭਾਰਤੀ ਜਨਤਾ ਪਾਰਟੀ ਜਿਹੜੀ ਹਿੰਦੁਸਤਾਨ ਲੈਵਲ ਤੇ ਵਿਚਰਦੀ ਹੈ। ਤਾਂ ਇਸ ਕਰਕੇ ਜੇ ਕਾਂਗਰਸ ਨਾਲ ਸਾਡੇ ਡਿਫਰੈਂਸਿਸ ਪਹਿਲਾਂ ਤੋਂ ਇੰਨੇ ਪੈ ਗਏ, ਬਜ਼ੁਰਗਾਂ ਵੱਲੋਂ ਪੈ ਗਏ, ਚਾਹੇ ਪੰਜਾਬੀ ਸੂਬੇ ਦੇ ਮੋਰਚੇ ਮੌਕੇ ਪੈ ਗਏ, ਫਿਰ ਬਲੂ ਸਟਾਰ ਮੌਕੇ ਸਿਖਰ ਹੋ ਗਿਆ, ਤਾਂ ਉਦੋਂ ਮਗਰੋਂ ਫਿਰ ਇੱਕੋ ਹੀ ਬਦਲ ਸੀ ਨਾ। ਬਿਲਕੁਲ। ਹਾਂ ਡਾਕਟਰ ਸਾਹਿਬ, ਭਾਜਪਾ ਦੇ ਵਿੱਚ ਤੁਹਾਡੀ ਸ਼ਮੂਲੀਅਤ ਜਿਹੜੀ ਹੈ ਉਹਨੂੰ ਕਈ ਤਰੀਕਿਆਂ ਨਾਲ ਵੇਖਿਆ ਜਾ ਰਿਹਾ। ਤੁਹਾਡੀ ਨਹੀਂ, ਬਲਕਿ ਜਿੰਨੇ ਵੀ ਸਿੱਖ ਆਗੂ ਜਿਹੜੇ ਵੱਡੀ ਤਾਦਾਦ ਦੇ ਵਿੱਚ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਧੜਾ ਧੜ ਜਿਹੜੀ ਹੈ ਸ਼ਮੂਲੀਅਤ ਭਾਰਤੀ ਜਨਤਾ ਪਾਰਟੀ 'ਚ ਹੋ ਰਹੀ ਹੈ, ਚਾਹੇ ਉਹ ਕਾਂਗਰਸ 'ਚੋਂ ਹੋਣ, ਚਾਹੇ ਅਕਾਲੀ ਦਲ 'ਚੋਂ ਹੋਣ, ਚਾਹੇ ਉਹ ਹੋਰਾਂ ਪਾਰਟੀਆਂ 'ਚੋਂ ਵੀ ਆਉਂਦੇ ਆ। ਪਰ ਬਹੁਤਿਆਂ ਤੇ ਤਾਂ ਇਹ ਦੋਸ਼ ਲੱਗਦਾ ਹੈ ਵੀ ਉਹ ਈਡੀ ਦੇ ਜਾਂ CBI ਦੇ ਜਾਂ ਹੋਰਾਂ ਏਜੰਸੀਆਂ ਦੇ ਡਰ ਤੋਂ ਆ ਰਹੇ ਆ, ਕਿਉਂਕਿ ਉਹਨਾਂ ਨੇ ਸਾਰਿਆਂ ਨੇ ਪੰਜਾਬੀ 'ਚ ਕਹਿ ਲਈ ਲੁੱਟ ਖੜੁੱਤ ਬਹੁਤ ਕੀਤੀ ਹੈ। ਤੁਹਾਡੇ ਤੇ ਜਾਂ ਜਿਹੜੇ ਵੀ ਅਕਾਲੀ ਦਲ ਦੇ ਵਿੱਚੋਂ ਬੰਦੇ ਇੱਧਰ ਆ ਰਹੇ ਆ, ਉਹਨਾਂ ਤੇ ਇਹ ਮਤਲਬ ਲੋਕਾਂ ਨੂੰ ਹੋ ਸਕਦਾ ਹੈ
ਵੀ ਇਹ ਵੀ ਅਕਾਲੀ ਦਲ ਵੱਲੋਂ ਕਿਸੇ ਸਾਜ਼ਿਸ਼ ਤਹਿਤ ਜਾਂ ਅਕਾਲੀ ਦਲ ਵੱਲੋਂ ਕਿਸੇ ਸਕੀਮ ਦੇ ਤਹਿਤ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤੇ ਰਹੇ, ਤੁਹਾਡੀ ਜਿਹੜੀ ਸ਼ਮੂਲੀਅਤ ਹੈ ਇਹ ਇਸ ਕਵਾਇਦ ਦਾ ਹਿੱਸਾ ਤਾਂ ਨਹੀਂ ਕਿਤੇ? ਪਹਿਲਾਂ ਤਾਂ ਪੰਜ ਸਾਹਿਬ ਵੀ ਮੈਨੂੰ ਤਾਂ ਈਡੀ ਦਾ ਕੋਈ ਡਰ ਨਹੀਂ ਹੈਗਾ। ਜਮਾਂ ਜ਼ਿੰਦਗੀ 'ਚ ਮੈਂ MLA MP ਬਣ ਸਕਿਆ ਨਹੀਂ ਬਣ ਸਕਿਆ, ਉਹ ਪਾਰਟੀ ਨੇ ਬਣਾਉਣਾ ਸੀ ਜਾਂ ਕੋਈ ਕੁਦਰਤ ਦੀ ਵੀ ਖੇਡ ਹੁੰਦੀ ਹੈ ਜੀ। ਲੇਕਿਨ ਮੈਂ ਬਹੁਤ ਫਖਰ ਨਾਲ ਇਹ ਕਹਿ ਸਕਦਾ ਕਿ ਕੋਈ ਵੀ ਸੱਜਣ ਮੇਰੇ ਤੇ ਕੋਈ, ਮੈਂ ਤਾਂ ਆਪਣੀ ਜ਼ਮੀਨ ਵੇਚੀ ਆ, ਬਈ ਕੋਈ ਦੋਸ਼ ਲਾ ਦੇ ਕਿ ਇਹਨੇ ਕਦੇ ਕਦੇ ਫੀਮ ਪੋਸਟ ਵਾਲਿਆਂ ਦੀ ਮਦਦ ਕੀਤੀ ਆ, ਕਦੇ ਕੋਈ ਗਲਤ ਕੰਮ ਕੀਤਾ। 5 ਸਾਲ ਮੈਂ ਕਮਿਸ਼ਨਰ ਵੀ ਰਿਹਾ, ਮੇਰੇ ਤਹਿ ਜਾ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਈਡੀ ਦੇ ਡਰ ਤੋਂ ਜਾ ਰਹੇ ਹੋਣੇ ਆ ਕੁਝ ਜਿਹੜੇ ਆ ਨਵੇਂ ਸਰਕਾਰ ਚੋਂ, ਇਹ ਤਾਂ ਬੈਟਰ ਉੱਤਰ ਤਾਂ ਉਹੀ ਦੇ ਸਕਦੇ ਆ। ਮੈਂ ਸਮਝਦਾ ਜਿਹੜਾ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਸੁਖਬੀਰ ਸਿੰਘ ਬਾਦਲ ਸਾਜ਼ਿਸ਼ ਤਹਿਤ ਘੱਲ ਰਿਹਾ ਹੋਵੇ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਨੂੰ ਤਾਂ ਹਜੇ ਇਹ ਨਹੀਂ ਪਤਾ ਕਿ ਸਿਆਸਤ ਮੈਂ ਕਿਹੜੇ ਪਾਸੇ ਸਟੈਪ ਲਾਵਾਂ। ਇੱਕ ਪਾਸੇ ਉਹ ਕਾਂਗਰਸ ਦਾ ਵਿਰੋਧ ਕਰਦੇ ਆ, ਇੱਕ ਪਾਸੇ ਉਹ ਦੇਵੀਲਾਲ ਦੀ ਰੈਲੀ ਤੇ ਜਾ ਕੇ ਕਹਿੰਦੇ ਆ ਕਿ ਆਹ ਬੈਠਾ ਅਸਲੀ NDA, ਤੇ ਉਸ ਰੈਲੀ 'ਚ ਓਮ ਪ੍ਰਕਾਸ਼ ਚਟਾਲਾ ਉਹਨਾਂ ਦੀ ਹਾਜ਼ਰੀ 'ਚ ਕਹਿੰਦੇ ਆ ਕਿ ਮੈਨੂੰ ਜਦੋਂ ਤੁਸੀਂ ਸੱਤਾ ਸੌਂਪਤੀ ਮੈਂ 1 ਸਾਲ ਦੇ ਅੰਦਰ ਅੰਦਰ SYL ਪਾਣੀ ਲਿਆ ਕੇ ਵਿਖਾਊਂਗਾ। ਤੇ ਸੁਖਬੀਰ ਸਿੰਘ ਬਾਦਲ ਉੱਠ ਕੇ ਕੋਈ ਲਲਕਾਰਾ ਨਹੀਂ ਮਾਰਦੇ। ਉਹ ਉਦੋਂ ਆਪਣੇ ਸਾਥੀਆਂ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ, ਸਰਦਾਰ ਬਲਵਿੰਦਰ ਸਿੰਘ ਭੂੰਦੜ ਨਾਲ ਰਾਇ ਕਰਨ ਲੱਗ ਪੈਂਦੇ। ਮੇਰਾ ਖਿਆਲ ਹੈ ਕਿ ਇਹ ਰਾਇ ਕਰਦੇ ਹੋਣੇ ਆ ਕਿ ਆਪਾਂ ਯਾਰ ਕਿੱਥੇ ਆ ਕੇ ਫਸ ਗਏ, ਆਪਾਂ ਬੋਲੀਏ ਕਿ ਨਾ ਬੋਲੀਏ। ਤਾਂ ਉਹਨਾਂ ਨੇ ਵੀ ਕਿਹਾ ਹੋਣਾ ਕਿ ਆਪਾਂ ਨਹੀਂ ਬੋਲਣਾ, ਕਿਉਂਕਿ ਉਹਨਾਂ ਨੇ ਬਾਹਰ ਆ ਕੇ ਵੀ ਕੋਈ ਬਿਆਨ ਨਹੀਂ ਦਿੱਤਾ। ਇਸ ਕਰਕੇ ਇਸ ਹਾਲਾਤ ਜਿਹੜਾ ਪ੍ਰਧਾਨ ਹੋਵੇ ਉਹ ਇੰਨੀ ਗੱਲ ਕਿੱਥੋਂ ਸੋਚ ਸਕਦਾ ਕਿ ਤੁਸੀਂ ਭਾਈ ਉਧਰ ਚਲੇ ਜਾਓ ਜਾਂ ਐਂ ਚਲੇ ਜਾਓ। ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈ। ਦੇਖੋ ਗੱਲ ਉੱਥੇ ਇਹ ਆ, ਇਹ ਭਾਰਤੀ ਜਨਤਾ ਪਾਰਟੀ ਦਾ ਹੁਣ ਤੱਕ ਦਾ ਰਿਕਾਰਡ ਆ। ਕੋਈ ਕਿਸ ਦਰ ਮਾਰਾ ਜਾ ਰਿਹਾ, ਕੋਈ ਕਿਸ ਮਾਰਾ ਨਹੀਂ ਜਾ ਰਿਹਾ, ਇਹ ਨਹੀਂ ਮੈਂ ਇਹਦੇ ਬਾਰੇ ਕੋਈ ਟਿੱਪਣੀ ਕਰਦਾ। ਜਿਹਦੇ ਤੇ ਵੀ ਕੋਈ ਕਰਪਸ਼ਨ ਚਾਰਜਸ ਹੋਊਗਾ, ਕਿਉਂਕਿ ਮੈਂ ਜਾਣ ਤੋਂ ਪਹਿਲਾਂ 4-5 ਮਹੀਨੇ ਉਹਨਾਂ ਨਾਲ ਮੀਟਿੰਗਾਂ ਕਰਦਾ ਰਿਹਾ। ਜਦੋਂ ਵੀ ਕੋਈ ਲੱਗੂਗਾ, ਹਜੇ ਤਾਂ ਸੰਭਾਵਨਾਵਾਂ ਨੇ ਨਾ, ਭਾਰਤੀ ਜਨਤਾ ਪਾਰਟੀ ਉਹਨੂੰ ਕੋਈ ਵੇਟ ਨਹੀਂ ਦੇਊਗੀ, ਇਹ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ। ਅਗਰ ਦੇਊਗੀ ਤਾਂ ਅਸੀਂ ਬੋਲਾਂਗੇ। ਦੂਜੀ ਗੱਲ ਰਹੀ ਪੋਲੀਟੀਕਲ ਵੈਕਿਊਮ ਆ ਪੰਜਾਬ 'ਚ, ਜਿਹੜੀ ਹੁਣ ਸਰਕਾਰ ਬਣੀ ਆ, ਮੈਂ ਉਹਦੀ ਕਾਰਗੁਜ਼ਾਰੀ ਬਾਰੇ ਨਾ ਮੈਂ ਨਿੱਜੀ ਤੌਰ ਤੇ ਕਹਿਣਾ, ਪਾਰਟੀ ਮੇਰੀ ਕੁਝ ਕਰਦੇ ਹੋ, ਮੈਂ ਹਜੇ 6 ਮਹੀਨੇ ਰੋਕ ਕੇ ਟਿੱਪਣੀ ਕਰੂੰਗਾ, ਸਾਲ ਵੇਖਣਾ ਚਾਹੀਦਾ। ਪਰ ਉਹ ਸਰਕਾਰ ਜਿਹੜੀ ਆ ਉਹ ਕੋਈ ਪੋਜ਼ਿਟਿਵ ਇਨਕਲਾਬ ਨਹੀਂ ਹੈ ਕਿ ਇਸ ਕਰਕੇ ਆ ਗਏ ਕਿ ਉਹਨਾਂ ਨੇ ਕੋਈ ਕਾਰਗੁਜ਼ਾਰੀ ਕੀਤੀ ਸੀ। ਪੰਜਾਬ ਦੇ ਲੋਕ ਬਾਦਲ ਫੈਮਿਲੀ ਨੂੰ ਰੱਦ ਕਰਨਾ ਚਾਹੁੰਦੇ ਸੀ, ਅਕਾਲੀ ਦਲ ਨੂੰ ਨਹੀਂ, ਪਰ ਕਬਜ਼ੇ ਉਹਨਾਂ ਦਾ ਸੀਗਾ। ਤੇ ਕਾਂਗਰਸ ਆਪਣੀ ਫੁੱਟ ਕਰਕੇ ਪਛੜ ਗਈ। ਉਹਨਾਂ ਨੇ ਮੁੱਖ ਮੰਤਰੀ ਬਦਲ ਲਿਆ, ਗਾਂ ਨਵਜੋਤ ਇੱਕੋ ਸਟੇਜ ਤੇ ਮੁੱਖ ਮੰਤਰੀ ਚੰਨੀ ਕਹਿ ਰਿਹਾ ਕਿ ਮੈਂ ਤੁਹਾਨੂੰ ਆਹ ਸਹੂਲਤਾਂ ਦਿੱਤੀਆਂ, ਇੱਕ ਸਟੇਜ ਤੇ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਵੀ ਮੁੱਖ ਮੰਤਰੀ ਝੂਠ ਬੋਲ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ ਜੀ। ਉਹ ਇਸ ਕਰਕੇ ਉਹ ਪਛੜੇ। ਜਦੋਂ ਕਾਂਗਰਸ ਪਛੜੀ, ਅਕਾਲੀ ਦਲ ਰੱਦ ਹੋਇਆ, ਭਾਰਤੀ ਜਨਤਾ ਪਾਰਟੀ ਨੂੰ ਅਪਣਾਇਆ ਨਹੀਂ, ਤਾਂ ਲੋਕਾਂ ਨੇ ਕਿਤੇ ਤਾਂ ਵੋਟ ਪਾਉਣੀ ਸੀ। ਉਹਦੇ ਤਹਿਤ ਆਏ ਨੇ। ਉਹ ਵੀ ਇੱਕ ਵਿਅਕਤੀ ਦੀ ਪਾਰਟੀ ਹੈ, ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵਿਅਕਤੀ ਦੀ ਪਾਰਟੀ ਆ। ਉਹ ਤਾਂ ਹਜੇ ਪਿਓ ਪੁੱਤ ਸਲਾਹ ਕਰਦੇ ਹੋਣੇ ਆ ਵੀ ਉਹ ਕਹਿੰਦਾ ਹੁਣ ਇਹਨੂੰ ਮਾਰਨਾ, ਉਹ ਕਹਿੰਦਾ ਹੁਣ ਇਹਨੂੰ ਛੱਡਦੇ ਜਾ ਰਹੇ ਨਹੀਂ ਮਾਰਨਾ। ਉੱਥੇ ਤਾਂ ਇਕੱਲਾ ਕੇਜਰੀਵਾਲ। ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਦੋਂ ਮਗਰੋਂ ਅਕਾਲੀ ਦਲ ਹੋ ਗਿਆ, ਕਾਂਗਰਸ ਦਾ ਉੱਤੇ ਰਾਮ ਨਾਮ ਸੱਤ ਹੋ ਰਿਹਾ। ਜਿਸ ਬੰਦੇ ਨੂੰ ਹੁਣ ਉਹ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਸੀ ਗਹਿਲੋਤ ਨੂੰ, ਜਿਹਨੂੰ ਕਹਿੰਦੇ ਵੀ ਸਭ ਤੋਂ ਵੱਧ ਵਿਸ਼ਵਾਸ ਪਾਤਰ ਆ, ਉਹਨੇ ਸਭ ਤੋਂ ਵੱਧ ਬੇਇੱਜ਼ਤੀ ਕਰਤੀ। ਇੱਕ ਵਾਰੀ ਕਿਤੇ ਅਰਜਨ ਸਿੰਘ ਨੇ ਇਸ ਤਰ੍ਹਾਂ ਵੀਟੋ ਕੀਤਾ ਸੀ, ਜਦੋਂ ਇੱਕ ਵਾਰੀ ਲਾਟਰੀ ਸਕੈਂਡਲ ਵਾਲਾ ਦੋਸ਼ ਉਹਦੇ ਤੇ ਲੱਗਾ ਸੀ, ਤਾਂ ਵਰਕਿੰਗ ਕਮੇਟੀ ਕਾਂਗਰਸ ਦੀ ਮੀਟਿੰਗ ਹੋਈ, ਤੁਹਾਨੂੰ ਪਤਾ ਨਹੀਂ, ਖਿਆਲ ਨਹੀਂ ਹੋਣਾ, ਲੇਕਿਨ ਮੈਂ ਸਿਆਸਤ ਨੂੰ ਦੇਖਦਾ ਰਹਿਣਾ। ਤਾਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੁੱਖ ਮੰਤਰੀ ਅਸਤੀਫਾ ਦੇਊਗਾ। ਤਾਂ ਉਹਨਾਂ ਨੇ ਗੁਲਾਮ ਨਬੀ ਆਜ਼ਾਦ ਤੇ ਇੱਕ ਜਣਾ ਹੋਰ ਉੱਥੇ ਮੱਧ ਪ੍ਰਦੇਸ਼ ਭੇਜਤੇ। ਮੁੱਖ ਮੰਤਰੀ ਨੇ ਅਸਤੀਫਾ ਦੇਤਾ ਸੀ ਕਿ ਨਵਾਂ ਜਿਹਨੂੰ ਚੁਣਨਾ। ਤੇ ਉਹਨਾਂ ਨੇ ਜਾ ਕੇ ਕਿਹਾ ਕਿ ਮਾਧੋ ਰਾਓ ਸਿੰਧੀਆ ਨੂੰ ਬਣਾਉਣਾ, ਸਾਨੂੰ ਰਾਜੀਵ ਗਾਂਧੀ ਨੇ ਕਹਿ ਕੇ ਭੇਜਿਆ। ਅਰਜਨ ਸਿੰਘ ਕਹਿੰਦਾ ਵੀ ਮੈਂ ਤਾਂ ਨਹੀਂ ਬਣਾਉਣ ਦੇਣਾ। ਉਹਨੇ ਬਣਾਉਣ ਨਹੀਂ ਦਿੱਤਾ ਸੀ। ਮੇਰਾ ਖਿਆਲ ਸ਼ਾਇਦ ਮੋਤੀ ਲਾਲ ਵੋਰੇ ਨੂੰ ਬਣਾਇਆ ਸੀ। ਮੇਰੇ ਖਿਆਲ ਮੈਂ ਨਾ ਮੁੱਖ ਮੰਤਰੀ ਬਣਿਆ ਕੌਣ ਸੀ ਉਹ ਮੈਂ ਭੁੱਲਦਾ ਹੋਵਾਂ। ਉਦੋਂ ਦਹਾਕਿਆਂ ਬਾਅਦ ਹੁਣ ਚੈਲੰਜ ਹੋਇਆ, ਜਿਸ ਕਾਂਗਰਸ ਦਾ ਉੱਤੋਂ ਭੋਗ ਪੈ ਰਿਹਾ, ਤਾਂ ਉਹਦੇ ਜਿਹੜੇ ਪੋਲੀਟੀਕਲ ਖੇਤਰ 'ਚ ਕੰਮ ਕਰਨ ਵਾਲੇ ਲੋਕ ਆ, ਉਹਨਾਂ ਕੋਲੇ ਪਲੇਟਫਾਰਮ ਕੀ ਆ? ਅਕਾਲੀ ਦਲ 'ਚ ਕੰਮ ਕਰਨ ਵਾਲਿਆਂ ਕੋਲੇ ਫਿਰ ਪਲੇਟਫਾਰਮ ਕੀ ਆ?
ਇੱਕ ਵਿਅਕਤੀ ਦੀ, ਦੋ ਵਿਅਕਤੀਆਂ ਦੀ ਪਾਰਟੀ ਛੱਡ ਕੇ ਇੱਕ ਵਿਅਕਤੀ ਦੀ ਪਾਰਟੀ ਤੇ ਜਾਣਾ ਨਹੀਂ। ਤਾਂ ਉਹਨਾਂ ਲਈ ਇਸ ਕਰਕੇ ਵੀ ਰੁਝਾਨ ਤੇਜ਼ ਆ। ਸੈਕੰਡ ਗੱਲ ਮੈਂ ਕਿਹਾ ਕਿ ਇਲੈਕਸ਼ਨਾਂ 'ਚ ਨਹੀਂ ਅਪਣਾਇਆ, ਲੇਕਿਨ ਪੰਜਾਬ ਪਲਟ ਕਿਵੇਂ ਰਿਹਾ। ਉਸ ਤੋਂ ਬਾਅਦ ਜਿਮਨੀ ਚੋਣ ਹੋਈ ਆ, ਬਿਲਕੁਲ ਜੂਨ 'ਚ ਹੋ ਗਈ, ਉਹ ਫਰਵਰੀ 'ਚ ਵੋਟਾਂ ਪਈਆਂ ਸੀ। ਸਰ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਆ, ਜਿੱਥੇ ਉਹ ਬਹੁਤ ਵੱਡੀ ਲੀਡ ਨੂੰ ਲੈ ਕੇ ਜਿੱਤੇ ਸੀ ਜੀ, ਉਹ ਹਾਰ ਗਏ। ਕੌਣ ਜਿੱਤ ਗਿਆ? ਸਿਮਰਜੀਤ ਸਿੰਘ ਮਾਨ। ਉਹ ਗੱਲ ਨੂੰ ਛੱਡੋ, ਉੱਥੇ ਇੱਕੋ ਇੱਕ ਭਾਰਤੀ ਜਨਤਾ ਪਾਰਟੀ ਸੀ ਜਿਹਨੇ ਕਦੀ ਕਿਸੇ ਐਮਐਲਏ ਸੀਟ ਤੇ ਇਲੈਕਸ਼ਨ ਨਹੀਂ ਲੜੀ। ਕਾਂਗਰਸ ਨੇ ਵੀ ਉਹ 9 ਸੀਟਾਂ ਤੇ ਇਲੈਕਸ਼ਨ ਲੜੀ ਸੀ, ਅਕਾਲੀ ਦਲ ਵੀ ਉਹ 9 ਸੀਟਾਂ ਤੇ ਇਲੈਕਸ਼ਨ ਲੜਦਾ ਸੀ ਜਦ ਦਾ ਹਾਰਦਾ ਰਿਹਾ ਸੀ। ਅਕਾਲੀ ਦਲ ਨੂੰ ਵੋਟ ਪਈ 44,000, ਭਾਰਤੀ ਜਨਤਾ ਪਾਰਟੀ ਨੂੰ ਵੋਟ ਪਈ 66,000, ਡੇਢੀ ਪੈ ਗਈ ਨਾ। ਤੇ ਕਾਂਗਰਸ ਨਾਲੋਂ ਸਿਰਫ 13,000 ਵੋਟ ਘੱਟ ਪਈ ਹੈ, ਜਿਹੜੀ ਹੁਣੇ ਸੱਤਾ ਛੱਡ ਕੇ ਗਈ ਸੀ ਤੇ ਉਹਨਾਂ ਦੇ ਸਭ ਤੋਂ ਸਟਰੋਂਗ ਕੈਂਡੀਡੇਟ ਇਲੈਕਸ਼ਨ ਲੜ ਰਿਹਾ ਸੀ। ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਖੇਡ 'ਚ ਪੂਰੀ ਤਰ੍ਹਾਂ, ਜਿਹੜਾ ਪੋਲੀਟੀਸ਼ੀਅਨ ਆ ਉਹ ਦੇਖਦਾ ਕਿ ਜਨਤਾ ਦਾ ਰੁਝਾਨ ਬਦਲ ਗਿਆ, ਕਿਉਂਕਿ ਅਕਾਲੀ ਦਲ ਦਾ ਜਿਹੜੀ 44,000 ਵੋਟ ਆ ਉਹਦੀ ਜੱਦੀ ਤਾਂ ਰਾਜੋਆਣੇ ਦੀ ਭੈਣ ਦੀ ਆ, ਅੱਧੀ ਅਕਾਲੀ ਦਲ ਦੀ ਆ। ਤਾਂ ਫਿਰ ਜਦੋਂ ਰੁਝਾਨ ਬਦਲ ਕੇ ਲੋਕ ਭਾਰਤੀ ਜਨਤਾ ਪਾਰਟੀ ਵੱਲ ਨੂੰ ਜਾ ਰਹੇ ਆ ਤਾਂ ਲੀਡਰ ਆਟੋਮੈਟਿਕਲੀ ਆਪਣੀ ਸਪੇਸ ਬਣਾਉਣ ਲਈ ਜਾਣਗੇ। ਮੈਂ ਸਮਝਦਾ ਇਸ ਕਰਕੇ ਜਾ ਰਹੇ ਆ। ਪਰ ਜਿੰਨੇ ਵੀ ਬੰਦੇ ਗਏ ਆ ਉਹਨਾਂ ਚੋਂ ਜ਼ਿਆਦਾਤਰ ਜਿਹੜੇ ਆ ਉਹ ਪਹਿਲਾਂ ਤੋਂ ਦਾਗੀ ਹੈਗੇ ਆ, ਇਸ ਕਰਕੇ ਉਹ ਥੋੜਾ ਜਿਹਾ ਸ਼ੱਕ ਜਿਹੜਾ ਜ਼ਿਆਦਾ ਉਹ ਪ੍ਰਪੱਕ ਹੋ ਜਾਂਦਾ ਵੀ ਇਹ ਦਾਗੀ ਬੰਦੇ ਸੀ। ਔਰ ਇਸ ਕਰਕੇ ਜੋ ਕੈਪਟਨ ਅਮਰਿੰਦਰ ਸਿੰਘ ਤੇ ਵੀ ਦੋਸ਼ ਲੱਗਦਾ, ਇਹਨਾਂ ਈਡੀ ਦਾ ਕੇਸ ਇਹਨਾਂ ਦੇ ਵੀ ਚੱਲ ਰਿਹਾ, ਪਰਿਵਾਰ ਦੇ ਚੱਲ ਰਹੇ ਨੇ, ਇਹ ਗਏ ਹੈ ਜਾਂ ਇਹਨਾਂ ਦੇ ਨਾਲ ਰਹੇ ਬੰਦੇ ਜਿਵੇਂ ਰਾਣਾ ਸੋਢੀ ਹੈ ਜਾਂ ਕੇਵਲ ਸਿੰਘ ਹੈ, ਕੋਈ ਇਸ ਤਰ੍ਹਾਂ ਦੇ ਬੰਦੇ ਜਿਹੜੇ ਸਿਰਕੱਢ ਸੀਗੇ, ਉਹ ਵੀ ਭਾਰਤੀ ਜਨਤਾ ਪਾਰਟੀ 'ਚ ਜਾਣ ਦਾ ਮਤਲਬ ਉੱਥੋਂ ਫਿਰ ਉਹ ਇਹ ਗੱਲ ਨੂੰ ਜ਼ਿਆਦਾ ਵਜਨ ਮਿਲਦਾ ਹੈ ਕਿ ਇਹ ਈਡੀ ਦਾ ਡਰ ਜਿਹੜਾ ਹੈ ਉਹ ਸਤਾ ਰਿਹਾ ਇਹਨਾਂ ਨੂੰ ਤੇ ਉਹ ਤਾਂ ਜਾ ਰਹੇ ਹੈ ਜੀ। ਨਹੀਂ, ਮੇਰਾ ਮਤਲਬ ਇਹ ਤਾਂ ਉਹਨਾਂ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਜਿਹੜਾ ਬੰਦਾ ਗਿਆ। ਬਿਲਕੁਲ ਨਹੀਂ, ਇਹ ਤਾਂ ਤੁਹਾਡੀ ਪਾਰਟੀ ਹੈ ਵੀ ਉਹ। ਮੈਂ ਤਾਂ ਇਹ ਮਹਿਸੂਸ ਕਰਦਾ ਨਾ ਕਿ ਲੋਕਾਂ ਦਾ ਰੁਝਾਨ ਵੇਖ ਕੇ ਉਹ ਜਾ ਰਹੇ ਆ ਜੀ ਕਿ ਸਾਡੇ ਲਈ ਜੇ ਸਿਆਸਤ ਕਰਨੀ ਆ ਸਿਕਿਉਰ ਜਿਹੜਾ ਪਲੇਟਫਾਰਮ ਇਹ ਆ। ਜੀ 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 ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਹਾਡੀ ਗੱਲਬਾਤ ਤੋਂ ਮੈਂ ਮਹਿਸੂਸ ਕੀਤਾ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਦੀ ਬਿਹਤਰੀ ਹੈ ਅਗਰ ਭਾਰਤੀ ਜਨਤਾ ਪਾਰਟੀ ਇੱਥੇ ਸੱਤਾ ਚਾਹੁੰਦੀ ਹੈ ਜਾਂ ਕਮਾਂਡ ਉਹਦੇ ਹੱਥ 'ਚ ਰਹਿੰਦੀ ਹੈ। ਤਾਂ ਹੁਣ ਤੁਸੀਂ ਉਸ ਪਾਰਟੀ ਦਾ ਇੱਕ ਅਹਿਮ ਹਿੱਸਾ ਹੋ, ਅਹੁਦੇਦਾਰ ਵੀ ਹੋ। ਅਜਿਹੇ ਹੁਣ ਤੱਕ ਜਿੰਨਾ ਸਮਾਂ ਤੁਹਾਨੂੰ ਇੱਥੇ ਹੋ ਗਿਆ, ਪੰਜਾਬ ਦੀ ਬਿਹਤਰੀ ਲਈ ਤੁਸੀਂ ਕਿਹੜੇ ਅਜਿਹੇ ਸਵਾਲ ਜਾਂ ਮੰਗਾਂ ਕੇਂਦਰੀ ਨੇਤਾਵਾਂ ਦੇ ਅੱਗੇ ਰੱਖੀਆਂ ਜਿਨ੍ਹਾਂ ਤੋਂ ਇਹ ਸਾਬਤ ਕਰ ਸਕੀਏ ਕਿ ਵਾਕਿਆ ਹੀ ਤੁਹਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਵਿੱਚ ਜਾਣਾ ਇੱਕ ਸਹੀ ਕਦਮ ਸੀ? ਦੇਖੋ, ਜਿਹੜੀ ਗੱਲ ਹੋਣੀ ਆ ਉਹ ਤਾਂ ਹੋਣੀ ਆ ਸਰਕਾਰ ਬਣਨ ਤੋਂ ਜੀ। ਸਰਕਾਰ ਬਣਨ ਤੇ ਹੱਲ ਕੀਤਾ ਜਾ ਸਕਦਾ, ਲੇਕਿਨ ਜਿਹੜੀਆਂ ਵੀ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜੇ ਕੰਮ ਸੀ, ਜਿਵੇਂ ਹੁਣ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ, ਉਦੋਂ ਵੀ ਵੱਡੀ ਗੱਲ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿੰਨਾ ਚਿਰ ਹੋ ਗਿਆ, ਸਾਡੇ ਨੁਮਾਇੰਦੇ ਵੀ ਉੱਥੇ ਰਹਿ ਲਏ ਜੀ, ਮੰਤਰੀ ਰਹਿ ਲਏ। ਬਿਲਕੁਲ ਪਹਿਲੀ ਵਾਰ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਆਪ ਐਲਾਨ ਕੀਤਾ ਕਿ 26 ਦਸੰਬਰ ਦਾ ਦਿਨ ਜਿਹੜਾ ਉਹ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਊਗਾ। ਹੁਣ ਇੱਥੇ ਉਹ ਗੱਲ ਫਿਰ ਜਿਹੜੀ ਤੁਸੀਂ ਪਹਿਲਾਂ ਆਪ ਹੀ ਕਹੀ ਆ ਕਿ ਬਾਦਲ ਪਰਿਵਾਰ, ਮੈਂ ਇਸ ਗੱਲੋਂ ਬਹੁਤ ਦੁੱਖ ਹੋਇਆ ਕਿ ਹਰ ਪੰਜਾਬ ਦੇ ਵਸਿੰਦੇ ਨੇ, ਚਾਹੇ ਉਹ ਸਿੱਖ ਹੋਵੇ ਚਾਹੇ ਨਾ, ਦੁਨੀਆ ਭਰ 'ਚ ਬੈਠੇ ਸਿੱਖਾਂ ਨੇ ਇਸ ਗੱਲ ਲਈ ਬੜਾ ਮਾਣ ਮਹਿਸੂਸ ਕੀਤਾ ਕਿ ਵੀਰ ਦਿਵਸ ਸਰਕਾਰ ਨੇ ਐਲਾਨ ਕਰਤਾ। ਲੇਕਿਨ ਬਾਦਲ ਪਰਿਵਾਰ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ, ਉਹਨਾਂ ਨੇ ਹੋਰ ਤਾਂ ਕੁਝ ਨਹੀਂ ਦੱਸਿਆ। ਉਹ ਕਹਿੰਦੇ ਨੇ ਤੂੰ ਰੋਟੀ ਖਾਣਾ, ਫਿਰ ਮੈਂ ਨਹੀਂ ਤੇਰੇ ਰਹਿਣਾ, ਤੇਰੀ ਤਾਂ ਦਾੜੀ ਹਿਲਦੀ ਰਹਿੰਦੀ ਹੈ। ਉਹ ਕਹਿੰਦੇ ਜੀ ਵੀ ਅਸੀਂ ਤਾਂ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ ਆ, ਇਹ ਵੀਰ ਬਾਲ ਦਿਵਸ ਕਿਵੇਂ ਹੋ ਗਿਆ? ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀਰ ਬਾਲ ਦਿਵਸ ਕਿਹਾ, ਉਹਨਾਂ ਦੇ ਨਾਂ ਨਹੀਂ ਬਦਲਤੇ ਕਿਸੇ ਨੇ, ਨਾਲੇ ਉਹ ਤਾਂ ਅਸੀਂ ਸਤਿਕਾਰ ਵਜੋਂ ਕਹਿੰਦੇ ਆ। ਅਸੀਂ ਜਦੋਂ ਬੋਲਦੇ ਆ ਉਦੋਂ ਕਹਿੰਦੇ ਵੀ ਨਿੱਕੀਆਂ ਜਿੰਦਾਂ ਵੱਡੇ ਸਾਕੇ। ਉਹਨਾਂ ਨੇ ਕਿ ਬਾਲਾਂ ਦਾ ਵੀਰਤਾ ਵਾਲਾ ਦਿਨ, ਇਹਦਾ ਮਤਲਬ ਤਾਂ ਇਹੀ ਹੈ ਨਾ। ਫਿਰ ਇਹ ਜਿਹੜੀ ਗੱਲ ਆ ਇਹ ਸਾਡੀਆਂ ਉਹ ਭਾਵਨਾਵਾਂ ਨਾਲ, ਸਾਡੇ ਸਤਿਕਾਰ ਨਾਲ ਜੁੜੀ ਹੈ ਤੇ ਉਹ ਸਾਡੀ ਬਿਨਾਂ ਡਿਮਾਂਡ ਤੋਂ ਉਹਨਾਂ ਨੇ ਇਹ ਕੀਤਾ।
ਗੁਰੂ ਤੇਗ ਬਹਾਦਰ ਸਾਹਿਬ ਦਾ ਹੁਣ ਸ਼ਤਾਬਦੀ ਮਨਾਉਣ ਲਈ ਜਿਵੇਂ ਲਾਲ ਕਿਲੇ ਤੇ ਸਮਾਗਮ ਕੀਤਾ ਜਾਂ ਜਿਸ ਕਿਸਮ ਦੀ ਸ਼ਰਧਾ ਨਾਲ ਉੱਥੇ ਲੀਡਰਸ਼ਿਪ ਸ਼ਾਮਲ ਹੋਈ ਆ, ਇਸ ਪਹਿਲਾਂ ਹੁੰਦਾ ਮਾਨਸਿਕ ਸਕੂਨ ਕਿ ਸਾਡੀਆਂ ਭਾਵਨਾਵਾਂ ਜਿਹੜੀਆਂ ਭਾਵਨਾਵਾਂ ਕਾਂਗਰਸ ਪਾਰਟੀ ਨੇ ਸਾਡੇ ਹਿਰਦੇ ਵਿਚੇੜੇ ਹੋਏ ਨੇ ਉਹਨਾਂ ਤੇ ਮੱਲਮ ਕੌਣ ਲਾ ਰਿਹਾ। ਇੱਕ ਤਾਂ ਇਹ ਆ। ਦੂਜੀ ਗੱਲ ਜਿਹੜੀ ਪੰਜਾਬ ਦੀ ਆਰਥਿਕ ਹਾਲਤ ਆ, ਜਿਹੜਾ ਉਹਦਾ ਬਹੁਤ ਮਾੜਾ ਹਾਲ ਹੋਇਆ ਆ। ਹੁਣੇ ਦੇਖ ਲਓ ਨਾ, ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀ ਉਹਦਾ ਜਿਹੜਾ ਹਿੱਸਾ ਉੱਥੋਂ ਸੈਂਟਰ ਤੋਂ ਆਉਣਾ ਸੀ ਉਹ ਰੁਕਿਆ ਹੋਇਆ ਸੀ, ਇਸ ਕਰਕੇ ਕਿ ਤੁਸੀਂ ਇੱਥੇ ਜਿਹੜਾ ਬਾਦਲ ਸਾਹਿਬ ਹੋਣਾ ਮੌਕੇ, ਮੌਰੋ ਕੈਪਟਨ ਸਾਹਿਬ ਹੋਣਾ ਮੌਕੇ, ਚਾਹੇ ਉਹ ਸਾਡੀ ਪਾਰਟੀ 'ਚ ਆ ਗਏ, ਕਿ ਉਹ ਤੁਸੀਂ ਜਮ੍ਹਾਂ ਨਹੀਂ ਕਰਾਉਂਦੇ, ਤੁਸੀਂ ਉਹਦੇ ਵਾਸਤੇ ਰੂਰਲ ਡਿਵੈਲਪਮੈਂਟ ਵਾਸਤੇ ਨਹੀਂ ਵਰਤਦੇ, ਹੋਰ ਕੰਮਾਂ ਵਾਸਤੇ ਵਰਤ ਰਹੇ ਆ, ਇਸ ਕਰਕੇ ਹਿੱਸਾ ਨਹੀਂ ਮਿਲਣਾ। ਇੱਥੇ ਹੁੰਦਾ ਕੀ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਫੰਡ ਆਏ ਗਏ, ਸੈਂਟਰ ਵੱਲੋਂ ਬਹੁਤ ਫੰਡ ਆਏ, ਉਹਨਾਂ ਨੂੰ ਕਨਵਰਟ ਕਰਕੇ ਆਪਣੀ ਵਾਹ ਲਈ, ਜਿਵੇਂ ਸੰਗਤ ਦਰਸ਼ਨ ਲਈ ਉਹ ਵਰਤੇ, ਉਹਨਾਂ 'ਚ ਟੋਕਰੇ ਭਰ ਵੰਡੇ। ਇਸ ਕਰਕੇ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਤਰਸਯੋਗ ਹਾਲਤ ਆ, ਜਿਹੜੀ ਹੁਣ ਆਮ ਆਦਮੀ ਪਾਰਟੀ ਹੋਰ ਤਰਸਯੋਗ ਬਣਾ ਰਹੀ ਆ। ਪਹਿਲੀ ਪਾਰਟੀ ਆ ਬਿਲਕੁਲ ਆਮ ਆਦਮੀ ਪਾਰਟੀ, ਜਿਹੜੀ ਪੰਜਾਬ ਦੇ ਖਜ਼ਾਨੇ ਚੋਂ ਗੁਜਰਾਤ 'ਚ, ਹਿਮਾਚਲ ਪ੍ਰਦੇਸ਼ 'ਚ, ਹਰਿਆਣੇ 'ਚ, ਰਾਜਸਥਾਨ 'ਚ ਇਸ਼ਤਿਹਾਰ ਦੇ ਰਹੀ ਹੈ। ਬਿਲਕੁਲ ਮੈਂ ਇੰਨੇ ਚਿਰ ਦੇ ਸਿਆਸਤ ਕਦੇ ਇਸ ਤਰ੍ਹਾਂ ਨਹੀਂ ਦਿੱਤੇ, ਨਹੀਂ ਹੋਇਆ। ਜਾਂ ਦਿੱਲੀ ਤੋਂ ਪੰਜਾਬ 'ਚ ਦਿੱਤੇ ਸੀ ਇਲੈਕਸ਼ਨ ਲੜਨ ਮਾਰਿਆ, ਜਾਂ ਹੁਣ ਉਧਰਲੇ ਸੂਬਿਆਂ 'ਚ ਇਸ਼ਤਿਹਾਰ ਦਿੱਤੇ, ਜੀ ਅਸੀਂ ਬਾਈਟ ਪੇਸ਼ ਕਰ ਰਹੇ ਹਾਂ, ਤੁਹਾਡਾ ਕੋਈ ਕਾਰੋਬਾਰ ਪੰਜਾਬ 'ਚ ਹੋਊਗਾ ਤਾਂ ਉਹਦੇ ਬਾਰੇ ਸਾਨੂੰ ਸੁਝਾਅ ਦਿਓ। ਫਲਾਣੇ ਕੰਮ ਕੀਤਾ। ਬਾਦਲ ਸਾਹਿਬ ਹੋਣਾ ਨੇ ਵੀ ਬਹੁਤ ਇਸ ਤਰ੍ਹਾਂ ਦਾ। ਉਹ ਮੈਨੂੰ ਹੁਣ ਗੱਲ ਚੇਤੇ ਆ ਗਈ, ਇੱਕ ਵਾਰੀ ਤੁਹਾਨੂੰ ਯਾਦ ਹੋਣਾ ਕਿ ਐਲਾਨ ਹੋ ਗਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਵੇਂ ਬਿਨਾਂ ਪਾਣੀ ਤੋਂ ਬੱਸ ਚਲਾ ਦਿੰਦੇ, ਉਵੇਂ ਉਹਨਾਂ ਨੇ ਕਹਿਤਾ ਕਿ ਮੈਟਰੋ ਚਲਾਉਣੀ ਹੈ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ। ਜੀ ਦੇਖੋ ਸਰਕਾਰ ਨੂੰ ਕਿਵੇਂ ਪੈਸਾ ਸਰਕਾਰ ਦਾ ਪਾਣੀ ਵਾਂਗੂ ਵਹਾਇਆ ਜਾਂਦਾ ਸੀ, ਤਾਂ ਉਹ ਚਲਾਉਣ ਵਾਸਤੇ ਇੱਕ ਪਾਰਟੀ ਨੂੰ, ਉਹ ਪਾਰਟੀ ਦਾ ਨਾਂ ਨਹੀਂ ਹੁਣ ਮੈਨੂੰ ਚੇਤੇ, ਉਹਨੂੰ ਸਰਵੇ ਕਰਨ ਲਈ ਦਿੱਤਾ ਕਿ ਸਰਵੇ ਕਰੋ ਕੀ ਸੰਭਾਵਨਾਵਾਂ ਨੇ, ਇੱਥੇ ਮੈਟਰੋ ਚੱਲ ਸਕਦੀ ਆ, ਉਹ ਪ੍ਰੋਫਿਟੇਬਲ ਰਹਿ ਸਕਦੀ ਆ, ਉਹਦੀ ਜ਼ਰੂਰਤ ਕੀ ਆ। ਤਾਂ ਉਹ ਸਿੰਪਲ ਗੱਲ ਆ ਕਿ ਆਪਾਂ ਕਿਸੇ ਨੂੰ ਚਿੱਠੀ ਲਿਖਤੀ ਕਿਸੇ IAS ਅਫਸਰ ਨੇ, ਉਹਨਾਂ ਨੇ ਐਕਸੈਪਟ ਕਰ ਲਈ, ਉਹਨਾਂ ਨੂੰ ਡਰਾਫਟ ਦੇਤਾ ਆਪਾਂ, ਇੰਨੀ ਗੱਲ ਆ। ਲੇਕਿਨ ਉਹ ਕੰਟਰੈਕਟ ਜਿਹੜਾ, ਉਹ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਉਸ ਪਾਰਟੀ ਦੇ MD ਨੇ ਸਾਈਨ ਕੀਤਾ ਜਾਂ ਕਿਸੇ ਅਫਸਰ ਤੋਂ ਕਰਾਇਆ, ਲੇਕਿਨ ਉਹਨੂੰ ਭੇਟ ਜਿਹੜਾ ਕਰਨ ਵਾਲੀ ਫੋਟੋ ਲੱਗੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ, ਸਰਦਾਰ ਬਿਕਰਮ ਸਿੰਘ ਮਜੀਠੀਆ ਇੱਕ ਪਾਸੇ, ਸਰਦਾਰ ਸੁਖਬੀਰ ਸਿੰਘ ਬਾਦਲ ਖੜੇ ਨੇ, ਤੇ ਉਹ ਪਾਰਟੀ ਦਾ ਜਿਹੜੀ ਕੰਪਨੀ ਹੈ ਜਿਹਨੇ ਸਰਵੇ ਕਰਨਾ ਉਹਦਾ MD ਖੜਾ। ਉਹ ਫੋਟੋ ਵੀ ਚਲੋ ਪ੍ਰੈਸ ਕਾਨਫਰੰਸ ਕਰ ਲਈ, ਪਹਿਲਾਂ ਤਾਂ ਬਾਦਲ ਸਾਹਿਬ ਦਾ ਲੈਵਲ ਨਹੀਂ ਸੀ ਕਿ ਉਹਦੇ ਨਾਲ ਫੋਟੋ ਕਰਾਉਂਦੇ, ਤੇ ਉਹ ਅਗਲੇ ਦਿਨ ਅਖਬਾਰਾਂ 'ਚ ਲੱਗ ਹੀ ਜਾਣੀ ਸੀ ਕਿ ਕੰਟਰੈਕਟ ਸਾਈਨ ਹੋ ਗਿਆ। ਉਹਦੇ ਲਈ ਵੀ ਉਹਦੇ 10 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਕਿ ਅਸੀਂ ਬਹੁਤ ਵੱਡੀ ਪ੍ਰਾਪਤੀ ਕਰ ਲਈ, ਸਰਵੇ ਕਰਾਉਣ ਲੱਗੇ ਆ। ਨਾ ਉਹ ਸਰਵੇ ਹੋਇਆ, ਨਾ ਉਹ ਮੈਟਰੋ ਸ਼ੁਰੂ ਹੋਣ ਲੱਗੀ, ਨਾ ਉਹਦੀ ਕੋਈ ਕਦੇ ਗੱਲ ਹੋਈ। ਮਸਲਾ ਤਾਂ ਇਸ ਤਰ੍ਹਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ, ਕਿ ਇੰਨੀ ਬੁਰੀ ਤਰ੍ਹਾਂ ਲੁੱਟਿਆ ਪੁੱਟਿਆ ਝੰਬਿਆ ਹੋਇਆ ਪੰਜਾਬ ਆ, ਉਹਦੀ ਆਰਥਿਕ ਹਾਲਤ ਆ, ਉਹ ਕੇਵਲ ਤੇ ਕੇਵਲ ਉਦੋਂ ਠੀਕ ਹੋ ਸਕਦੀ ਆ ਜਿੱਦੇ ਯੂਨੀਅਨ ਗਵਰਨਮੈਂਟ ਜਿਹੜੀ ਆ ਉਹੀ ਪੰਜਾਬ 'ਚ ਹੋਊਗੀ, ਫਿਰ ਜਾ ਕੇ ਆਰਥਿਕ ਡਬਲ ਇੰਜਨ ਸਰਕਾਰ ਦਾ ਨਾਂ ਦੇ ਲਓ, ਚਾਹੇ ਇੱਕੋ ਸਰਕਾਰ ਕਹਿ ਲਓ, ਫਿਰ ਪੰਜਾਬ ਕਿਤੇ ਆਪਣੇ ਪੈਰਾਂ ਸਿਰ ਖੜਾ ਹੋਊਗਾ। ਜਿਹੜੇ ਆ ਬਹੁਤ ਐਲਾਨ ਕਰਦੇ ਸੀਗੇ, ਭਗਵੰਤ ਮਾਨ ਹੋਣੀ, ਕੇਜਰੀਵਾਲ ਹੋਣੀ, ਪਹਿਲਾਂ ਕਿ ਅਸੀਂ ਐਂ ਕਰ ਦੇਣਾ, ਹਜੇ ਸਰਕਾਰ ਬਣੀ, ਸਰਕਾਰ ਤਾਂ ਹਜੇ ਫਾਰਮ ਨਹੀਂ ਕੀਤੀ ਸੀ, ਤੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਜੀ ਕਰੋੜਾਂ ਅਰਬਾਂ ਰੁਪਈਆ ਤੁਸੀਂ ਦਿਓ, ਨਹੀਂ ਸਾਡਾ ਤਾਂ ਬਹੁਤ ਬੁਰਾ ਹਾਲ ਆ। ਇਸ ਕਰਕੇ ਬਹੁਤ ਮਾੜੀ ਹਾਲਤ ਜਿਹੜੀ ਪੰਜਾਬ ਦੀ ਆ, ਉਹਦੇ ਚੋਂ ਜੇ ਬਚ ਸਕਦੇ ਆ ਤਾਂ ਉਹ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਬਚ ਸਕਦੇ ਆ। ਇਹ ਤਾਂ 27 ਆਊਗਾ, ਫਿਰ ਵੇਖਿਆ ਜਾਊਗਾ ਲੋਕ ਕਿੰਨੇ ਸਮਰਥਨ ਦਿੰਦੇ ਨੇ, ਹੱਲ ਕੋਈ ਨਹੀਂ ਹੈ ਇਹਦੇ ਬਿਨਾਂ। ਬਿਲਕੁਲ ਕੋਈ ਸ਼ੱਕ ਨਹੀਂ ਗਾ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ, ਚਾਹੇ ਅਕਾਲੀਆਂ ਦੀ ਸਰਕਾਰ ਰਹੀ ਹੈ, ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਖੀਸਾ ਤੇਰਾ ਤੇ ਹੱਥ ਮੇਰਾ ਵਾਲੀ ਗੱਲ ਹੀ ਰੱਖੀ ਹੈ ਹਮੇਸ਼ਾ ਇਹਨਾਂ ਨੇ। ਕਦੇ ਵੀ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਆਪ ਦਾ ਨਹੀਂ ਸਮਝਿਆ ਜਾਂ ਪੰਜਾਬ ਦਾ ਨਹੀਂ ਸਮਝਿਆ। ਨਿੱਜੀ ਰੂਪ 'ਚ ਜਿਵੇਂ ਉਹਦੀ ਵਰਤੋਂ ਕੀਤੀ ਗਈ ਹੈ, ਉਹ 'ਚ ਕੋਈ ਸ਼ੱਕ ਨਹੀਂ ਗਾ ਕਿ ਪੰਜਾਬ ਇਸ ਜਿਹੜੀ ਪੋਜੀਸ਼ਨ ਤੇ ਹੁਣ ਪਹੁੰਚਿਆ,
ਇਹ ਇਹਨਾਂ ਤਿੰਨਾਂ ਦੀ ਗਲਤੀ ਨਾਲ ਪਹੁੰਚਿਆ ਕਿਉਂਕਿ ਭਗਵੰਤ ਸਿੰਘ ਮਾਨ ਹੋਣਾ ਵੀ ਆਉਣ ਸਾਰੀ ਜਹਾਜ਼ ਦੇ ਝੂਟੇ ਤੇ ਕੀ ਕੁਝ ਜਿਵੇਂ ਤੁਸੀਂ ਦੱਸਿਆ ਕਿ ਇਸ਼ਤਿਹਾਰ ਜਿਹੜੇ ਆ ਹੋਰਾਂ ਸਟੇਟਾਂ 'ਚ ਦੇਣੇ ਬਿਨਾਂ ਲੋੜ ਤੋਂ ਠੀਕ ਹੈ ਨਾ। ਇਹੋ ਜਿਹੀਆਂ ਕਾਰਵਾਈਆਂ ਹੀ ਹੈ ਜਿਹੜੀਆਂ ਸਾਬਤ ਕਰਦੀਆਂ ਕਿ ਸੁਹਿਰਦਤਾ ਹੈ ਨਹੀਂ, ਪੰਜਾਬ ਪ੍ਰਤੀ ਲਗਾਅ ਹੈ ਨਹੀਂ। ਲਗਾਅ ਹਮੇਸ਼ਾ ਨਜ਼ਰ ਆ ਰਿਹਾ ਇਹਨਾਂ ਦਾ। ਔਰ ਚਲੋ ਅਸੀਂ ਕਿਸੇ ਦੀ ਵੀ ਸਰਕਾਰ ਹੋਵੇ, ਅਸੀਂ ਸਾਡੀ ਘੱਟੋ ਘੱਟ ਕੋਸ਼ਿਸ਼ ਇਹ ਹੈ ਜਾਂ ਸੋਚ ਇਹ ਹੈ ਕਿ ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ, ਚਾਹੇ ਕੋਈ ਵੀ ਕਰਦੇ। ਠੀਕ ਹੈ, ਉਹ ਤੁਸੀਂ ਸਪਸ਼ਟ ਕੀਤਾ ਵੀ ਚਲੋ ਭਾਰਤੀ ਜਨਤਾ ਪਾਰਟੀ ਦੀ ਜੇ ਉੱਪਰ ਤੇ ਥੱਲੇ ਸਰਕਾਰ ਇਕੱਠੀ ਹੁੰਦੀ ਹੈ ਤਾਂ ਨੈਚੁਰਲੀ ਉਹ ਆਪਦੇ ਨਾਲ ਥੋੜਾ ਲਗਾਅ ਵੱਧ ਹੁੰਦਾ, ਆਪਦਿਆਂ ਦੇ ਰਾਹੀਂ ਪੈਸੇ ਖਰਚ ਕਰਨੇ ਸੌਖੇ ਹੈ, ਇਹ 'ਚ ਕੋਈ ਸ਼ੱਕ ਨਹੀਂਗਾ। ਪਰ ਇਹ ਹਾਲਾਤ ਬਣਦਿਆਂ ਹਜੇ ਬਹੁਤ ਸਮਾਂ ਲੱਗਣਾ ਹੈ। ਇਹਦਾ ਮਤਲਬ ਹੈ ਪੰਜਾਬ ਅਸੀਂ ਉਨਾ ਚਿਰ ਇਸੇ ਤਰ੍ਹਾਂ ਰਹੂਗਾ ਜੀ। ਦੇਖੋ, ਜਦੋਂ ਆਪਾਂ ਪੰਜਾਬ ਦੇਤਾ ਹੁਣ ਭਾਰਤੀ ਜਨਤਾ ਪਾਰਟੀ ਦੂਜੇ ਆਮ ਆਦਮੀ ਪਾਰਟੀ ਨੂੰ, ਹਾਂਜੀ, ਤਾਂ ਹੁਣ ਦੇਖੋ ਨਾ, ਦੁੱਖ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਆ ਹਿਮਾਚਲ 'ਚ, ਉਹਨਾਂ ਨੇ ਇਲੈਕਸ਼ਨ ਲੜਨੀ ਰਾਜਸਥਾਨ 'ਚ, ਉਹਨਾਂ ਨੇ ਗੁਜਰਾਤ 'ਚ, ਹਰਿਆਣੇ, ਜਿੱਥੇ ਮਰਜ਼ੀ ਲੜਨ। ਪਾਰਟੀ ਆਪਣੇ ਫੰਡ 'ਚੋਂ ਇਸ਼ਤਿਹਾਰ ਦੇਵੇ, ਪਾਰਟੀ ਆਪਣੇ ਫੰਡ 'ਚੋਂ ਪ੍ਰਚਾਰ ਕਰੇ। ਪੰਜਾਬ ਸਰਕਾਰ ਦੇ ਪੈਸੇ ਨਾਲ ਕਿਉਂ ਪ੍ਰਚਾਰ ਕੀਤਾ ਜਾਵੇ, ਇਹ ਗੱਲ ਤਾਂ ਵੈਸੇ ਦਿਖਦਾ ਹੀ ਹੈ। ਮੈਂ ਤੁਹਾਨੂੰ ਪਹਿਲਾਂ ਸ਼ੁਰੂ ਕਰਨ ਲੱਗਾ ਕਿਹਾ ਸੀ ਕਿ ਮੈਂ ਹਜੇ ਸਾਲ ਬਾਅਦ ਟਿੱਪਣੀ ਕਰੂੰਗਾ, ਪਰ ਇਹ ਨਾ ਹੈਰਾਨੀਜਨਕ ਗੱਲਾਂ ਨੇ। ਇੱਕ ਦੋ ਮੁੰਡੇ ਨੇ ਕਿਸੇ ਦੇ, ਇੱਕ ਖੇਤੀਬਾੜੀ ਕਰਦਾ, ਰੋਜ਼ ਸ਼ਰਾਬ ਪੀਂਦਾ ਹੈ, ਗੁਰਦੁਆਰਾ ਸਾਹਿਬ 'ਚ ਗ੍ਰੰਥੀ ਆ, ਉਂਗਲ ਜ਼ਿਆਦਾ ਉਹਦੇ ਉੱਠੂਗੀ ਜਿੱਦੇ ਗੁਰਦੁਆਰਾ ਸਾਹਿਬ ਵਾਲੇ ਨੇ ਸ਼ਰਾਬ ਪੀਤੀ। ਬਿਲਕੁਲ। ਭਗਵੰਤ ਮਾਨ ਹੋਣੀ ਜਦੋਂ 2014 ਦਾ ਇਲੈਕਸ਼ਨ ਲੜਦੇ ਹੁੰਦੇ ਸੀ ਜੀ, ਉਦੋਂ ਕਹਿੰਦੇ ਸੀ ਵੀ ਉਹ ਬਾਦਲ ਦੀ ਫੋਟੋ ਲੱਗੀ ਹੈ ਟੈਂਕੀ ਤੇ, ਬੇਬੇ ਤਾਂ ਹੁਣ ਭਾਂਡਿਆਂ ਤੇ ਵੀ ਲਾਉਣ ਲੱਗ ਪਏ, ਤੂੰ ਜਦੋਂ ਤਾਈ ਮਾਂਜਣ ਲੱਗੀ ਨਾ ਪਤੀਲਾ ਢੀਂਡਸੇ ਦੀ ਤੇ ਬਾਦਲ ਦੀ ਫੋਟੋ ਵਿੱਚੇ ਮਾਂਜਦੀ, ਕਿੰਨੇ ਗਿਰ ਗਏ ਇਹ। ਹੁਣ ਆਟੇ ਦੀਆਂ ਥੈਲੀਆਂ ਤੇ ਭਗਵੰਤ ਮਾਨ ਦੀ ਫੋਟੋ ਲੱਗੀ ਆ। ਬਿਲਕੁਲ। ਜ਼ਿਆਦਾ ਉਂਗਲੇ ਉੱਠੂਗੀ ਨਾ ਕਿ ਤੁਸੀਂ ਕਹਿੰਦੇ ਸੀ ਅਸੀਂ ਬਦਲਾਅ ਲਈ ਆਏ ਆ। ਬਿਲਕੁਲ। ਇਸ ਕਰਕੇ ਜਦੋਂ ਤੁਸੀਂ ਇਸ ਟਾਈਮ ਪੰਜਾਬ ਦੀ ਹਾਲਤ ਤਰਸਯੋਗ ਆ, ਤੁਸੀਂ ਐਂਕਰ ਹੁੰਦੇ ਹੋਏ ਉਹ ਗੱਲ ਨੂੰ ਬੋਲਿਆ, ਕੈਨੇਡਾ 'ਚ ਬੈਠਿਆਂ ਤੁਹਾਨੂੰ ਦਰਦ ਆ, ਉਹਦਾ ਇੱਕੋ ਹੀ ਇੱਕ ਹੱਲ ਆ ਜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸੈਂਟਰ ਸਰਕਾਰ ਆ 2024 'ਚ ਬਣਨ ਜਾ ਰਹੀ ਆ, ਉਹਦੀ ਸਰਕਾਰ ਜੇ ਪੰਜਾਬ 'ਚ ਬਣੂਗੀ ਤਾਂ ਪੰਜਾਬ ਬਚੂਗਾ। ਮੈਂ ਸਮਝਦਾ ਇਸੇ ਕਰਕੇ ਜ਼ਿਆਦਾ ਰੁਝਾਨ ਲੀਡਰਾਂ ਦਾ, ਪਬਲਿਕ ਦਾ, ਸੰਗਰੂਰ ਵਾਲਾ ਇਲੈਕਸ਼ਨ ਜਿਵੇਂ ਪਬਲਿਕ ਦਾ ਹੋਇਆ ਉਧਰ ਨੂੰ ਮੋੜਾ ਪਿਆ। ਪੰਜਾਬ ਦੀ ਮਤਲਬ ਚੰਗੀ ਕਿਸਮਤ ਹੋਊਗੀ ਕਿ ਜੇ ਉੱਥੇ ਸਰਕਾਰ ਬਣੇ। ਬਿਲਕੁਲ। ਡਾਕਟਰ ਸਾਹਿਬ, ਮੈਂ ਐਂਕਰ ਹਾਂ, ਮੈਂ ਉਸ ਤੋਂ ਪਹਿਲਾਂ ਪੰਜਾਬੀ ਹਾਂ। ਬਿਲਕੁਲ। ਮੇਰੀ ਸੋਚ ਜਿਹੜੀ ਹੈ, ਮੇਰਾ ਫਿਕਰਮੰਦੀ ਜਿਹੜੀ ਹੈ ਉਹ ਮੇਰੇ ਪੰਜਾਬ ਪ੍ਰਤੀ ਹੈ। ਮੈਨੂੰ ਇਸ ਚੀਜ਼ ਨਾਲ ਕੋਈ ਵਾਸਤਾ ਨਹੀਂਗਾ। ਕਾਲੀ ਆ ਕੇ ਜੇ ਚੰਗਾ ਕਰਦੇ ਆ ਤਾਂ ਕਾਲੀ ਵੀ ਸਾਡੇ ਵਾਸਤੇ ਚੰਗੇ ਹੈ। ਬਿਲਕੁਲ। ਜੇ ਕਾਂਗਰਸ ਕਰਦੀ ਸਾਡੇ ਵਾਸਤੇ ਕਾਂਗਰਸ ਵੀ ਚੰਗੀ ਹੈ, ਆਮ ਕਰਦੇ ਆਮ ਵੀ ਚੰਗੀ ਹੋਊਗੀ, ਤੇ ਜੇ ਕੱਲ ਨੂੰ ਭਾਰਤੀ ਜਨਤਾ ਪਾਰਟੀ ਆ ਜੇ ਸਾਡੇ ਵਾਸਤੇ ਚੰਗਾ ਕਰਦੇ ਸਾਨੂੰ ਤਾਂ ਉਹ ਵੀ ਕੋਈ ਮਾੜੀ। ਆ ਜਿਹੜੇ ਕਰਪਸ਼ਨ ਵਾਲੇ ਲੀਡਰ ਫੜੇ ਨੇ, ਬਿਲਕੁਲ, ਤਾਂ ਅਸੀਂ ਤਾਰੀਫ ਕਰਦੇ ਹਾਂ ਵੀ ਇਹ ਫੜੇ ਨੇ ਤਾਂ ਠੀਕ, ਫੜਨੇ ਚਾਹੀਦੇ ਨੇ ਜਿਨ੍ਹਾਂ ਨੇ ਏਡੇ ਵੱਡੇ ਕਪੜੇ ਕਰ ਲਏ। ਹਾਂ, ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਕੋਈ ਸਾਡੀ ਪਾਰਟੀ 'ਚ ਆ ਗਿਆ ਜੇ ਉਹਨੇ ਕੋਈ ਕਪੜਾ ਕੀਤਾ ਤਾਂ ਉਹਨੂੰ ਫੜ ਲੈਣਾ ਚਾਹੀਦਾ। ਪਰ ਗੱਲ ਇਹ ਹੈ ਕਿ ਇਹ ਫੜ ਕੇ ਵਾਹ ਖੱਟ ਕੇ ਦੂਜੇ ਪਾਸਿਓਂ ਤੁਸੀਂ ਲੁੱਟੀ ਜਾਓ। ਤੁਸੀਂ ਪਾਰਟੀ ਦੇ ਪ੍ਰਚਾਰ ਲਈ ਸਰਕਾਰ ਦਾ ਪੈਸਾ ਦੂਜੇ ਸੂਬੇ 'ਚ ਵਰਤੋ, ਤੁਸੀਂ ਇੱਥੇ ਕੰਮ ਕਰੋ, ਉਹਨੂੰ ਪ੍ਰਚਾਰ ਕਰ ਲਿਓ ਅਗਲਾ ਇਲੈਕਸ਼ਨ ਲੜਨ ਲਈ, ਪਾਰਲੀਮੈਂਟ ਦਾ ਲੜਨ ਲਈ ਕਰ ਲਿਓ। ਇਸ ਤਰ੍ਹਾਂ ਦੀ ਜਿਹੜੀ ਬੇਇਨਸਾਫੀ ਹੈ ਨਾ, ਇਹ ਬਹੁਤ ਮਾੜੀ ਹੈ ਜੀ। ਬਿਲਕੁਲ। ਸੋ ਬਰਾੜ ਸਾਹਿਬ, ਜਿਸ ਤਰ੍ਹਾਂ ਕਿ ਹੁਣ ਪਾਰਟੀ ਤੁਹਾਡੇ ਤੇ ਦੋਸ਼ ਲੱਗਦਾ ਹੈ ਕਿ ਜਦੋਂ ਤੋਂ ਨਰਿੰਦਰ ਮੋਦੀ ਹੁਣਾਂ ਦੀ ਅਗਵਾਈ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਕਾਇਮ ਹੋਈ ਹੈ 2014 ਤੋਂ, ਉਦੋਂ ਤੋਂ ਹੀ ਦੇਸ਼ ਵਿੱਚ ਇੱਕ ਡਿਕਟੇਟਰਸ਼ਿਪ ਲਾਗੂ ਹੋ ਗਈ ਹੈ। ਇਹ ਆਮ ਜਿਹੜਾ ਮਹਿਸੂਸ ਕੀਤੀ ਜਾ ਰਹੀ ਹੈ ਗੱਲ, ਹਰ ਫੈਸਲਾ ਜਿਹੜਾ ਹੈ ਦੋ ਹੰਸਾਂ ਦੀ ਜੋੜੀ ਜਿਹਨੂੰ ਕਿਹਾ ਜਾਂਦਾ ਹੈ, ਨਰਿੰਦਰ ਮੋਦੀ ਜੀ ਤੇ ਔਰ ਅਮਿਤ ਸ਼ਾਹ, ਇਹਨਾਂ ਵੱਲੋਂ ਹੀ ਲਿਆ ਜਾਂਦਾ ਹੈ। ਪਾਰਟੀ ਦੇ ਵਿੱਚ ਲੋਕਤੰਤਰੀ ਜਿਹੜੀ ਪ੍ਰਕਿਰਿਆ ਹੈ ਉਹ ਲਗਭਗ ਠੱਪ ਹੈ। ਕੀ ਇਹ ਭਾਰਤੀ ਲੋਕਤੰਤਰ ਦਾ ਹਿੱਸਾ ਹੈ ਜੀ? ਦੇਖੋ, ਇੱਕ ਤਾਂ ਗੱਲ ਇਹ ਹੈ ਕਿ ਇਲਜ਼ਾਮ ਹੀ ਗਲਤ ਹੈ। ਹੁਣ ਤੁਸੀਂ ਬੋਲਿਆ ਕਿ 2014 ਤੋਂ ਲੱਗਦਾ, ਤੁਸੀਂ ਇੱਕ ਕਿਸੇ ਕੈਬਨਿਟ ਮਿਨਿਸਟਰ ਦੀ ਸਟੇਟਮੈਂਟ ਦਿਖਾਓ ਜਿਹੜਾ ਕਹੇ ਕਿ ਮੈਨੂੰ ਨਹੀਂ ਪੁੱਛਿਆ, ਇਹ ਦੋਨਾਂ ਨੇ ਫੈਸਲਾ ਕਰ ਲਿਆ। ਨਹੀਂ, ਇਹ ਤਾਂ ਹੋ ਹੀ ਨਹੀਂ ਸਕਦਾ, ਉਹ ਕਿਸੇ ਦਾ ਬੋਲਣਾ ਸੰਭਵ ਹੀ ਨਹੀਂ ਹੈ। ਅੱਛਾ, ਬਹੁਤ ਸਾਰੇ ਮੰਤਰੀ ਹੁਣ ਹਟਾਏ ਨੇ ਜਿਹੜੀ ਆ ਹੁਣ ਦੁਬਾਰਾ ਹੋਇਆ ਜੀ, ਉਹਨਾਂ 'ਚੋਂ ਕੋਈ ਬੋਲਿਆ ਕਿ ਸਾਨੂੰ ਨਹੀਂ ਸੀ ਪੁੱਛਦੇ। ਦੂਜੀ ਗੱਲ, ਲੋਕਾਂ ਕੋਲੇ 2019 'ਚ ਦੁਬਾਰਾ ਗਏ, ਉਦੋਂ ਵੀ ਇਹੀ ਸੀ ਨਾ ਵੀ ਦੋਵੇਂ ਜਾਣੇ ਚਲਾਉਂਦੇ ਆ। ਉਹ ਇੱਕ ਪ੍ਰੈਜ਼ੀਡੈਂਟ ਸੀ ਉਦੋਂ, ਅਮਿਤ ਸ਼ਾਹ ਜੀ, ਉਹ ਪ੍ਰਧਾਨ ਮੰਤਰੀ ਸੀ, ਤਾਂ ਲੋਕਾਂ ਨੇ ਉਦੋਂ ਵੱਧ ਸਮਰਥਨ ਦੇ ਕੇ 303 ਸੀਟਾਂ ਦੇ ਕੇ ਦੁਬਾਰਾ ਬਣਾਇਆ ਕਿ ਇਹ ਠੀਕ ਚਲਾਉਂਦੇ ਨੇ।
ਉਹਨੂੰ ਤੁਸੀਂ ਇੱਕ ਬੰਦੇ ਦਾ ਡਿਸੀਜਨ ਮੇਕਰ ਆ, ਉਹ ਡਿਸੀਜਨ ਲੈ ਰਿਹਾ, ਪੂਰੀ ਪਾਰਟੀ ਉਹ ਮੰਨ ਰਹੀ ਆ, ਉਹਨੂੰ ਤੁਸੀਂ ਡਿਕਟੇਟਰਸ਼ਿਪ ਦਾ ਨਾਂ ਨਹੀਂ ਦੇ ਸਕਦੇ। ਉਹਨੂੰ ਇਹ ਨਾਂ ਦਿੱਤਾ ਜਾ ਸਕਦਾ ਕਿ ਇਸ ਕਰਕੇ ਆਲੋਚਨਾ ਨਹੀਂ ਹੁੰਦੀ ਕਿ ਉਹਦੇ ਫੈਸਲੇ ਠੀਕ ਹੁੰਦੇ ਨੇ। ਪਾਰਟੀ ਦੇ ਅੰਦਰ, ਕੈਬਨਿਟ ਦੇ ਅੰਦਰ ਕਿਸੇ ਮੈਂਬਰ ਪਾਰਲੀਮੈਂਟ ਵੱਲੋਂ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ। ਇਹ ਦੋਸ਼ ਬਿਲਕੁਲ ਨਿਰਮੂਲ ਦੋਸ਼ ਆ। ਪਾਰਟੀ ਅਲੱਗ ਆ। ਦੇਖੋ ਮੈਂ ਇੱਕ ਉਦਾਹਰਨ ਦੇਵਾਂ ਤੁਹਾਨੂੰ ਕਿ ਜਿਹੜੀ ਗੱਲ ਕਰਕੇ ਮੈਂ ਪ੍ਰਭਾਵਿਤ ਰਹਿਣਾ, ਕਦੇ ਕਾਮਰੇਡਾਂ ਦੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ, ਦੋ ਹੀ ਪਾਰਟੀਆਂ ਜਿਨ੍ਹਾਂ 'ਚ ਇੰਟਰਨਲ ਡੈਮੋਕ੍ਰੇਸੀ ਸੀ ਤੇ ਪਰਿਵਾਰਵਾਦ ਨਹੀਂ ਸੀ। ਲੇਕਿਨ ਉਹ ਕਾਰਤ ਸਾਹਿਬ ਜਦੋਂ ਜਨਰਲ ਸੈਕਟਰੀ ਬਣੇ, ਆਪਣੀ ਵਾਈਫ ਨੂੰ ਵੀ ਲੈ ਆਏ ਤਾਂ ਉਹ ਜਮੇ ਸਿਰਾ ਹੋ ਗਿਆ, ਕਿਉਂਕਿ ਖਾਸ ਕਰਕੇ ਲੋਕ ਉਹਨਾਂ ਨੂੰ ਦੇਖਦੇ ਸੀ ਇਸ ਨਜ਼ਰੀਏ ਨਾਲ। ਭਾਰਤੀ ਜਨਤਾ ਪਾਰਟੀ ਆ, ਕਿਤੇ ਕਿਸੇ ਦੀ ਸਰਦਾਰੀ ਹੁੰਦੀ ਆ, ਅਡਵਾਨੀ ਦੀ ਸਰਦਾਰੀ ਆ, ਕਿਤੇ ਪ੍ਰਧਾਨ ਨਾਇਡੂ ਜੀ ਬਣ ਜਾਂਦੇ ਨੇ, ਕਿਤੇ ਵਾਜਪਾਈ ਜੀ ਬਣ ਜਾਂਦੇ ਨੇ, ਕਿਤੇ ਗਡਕਰੀ ਜੀ ਬਣ ਜਾਂਦੇ ਨੇ, ਕਿਤੇ ਰਾਜਨਾਥ ਸਿੰਘ ਨੇ ਉਹ ਫੈਸਲਾ ਕਰਦੇ ਨੇ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ, ਤੇ ਕਿਤੇ ਅਮਿਤ ਸ਼ਾਹ ਜੀ ਬਣ ਜਾਂਦੇ। ਜਿਹੜਾ ਬਿਹਾਰ ਦਾ ਇਲੈਕਸ਼ਨ ਹੋਇਆ ਆ ਹੁਣ 2020 ਚ ਜੀ, ਉਦੋਂ ਥੋੜਾ ਦਿਨ ਪਹਿਲਾਂ ਹੀ ਨੱਡਾ ਜੀ ਪ੍ਰਧਾਨ ਬਣੇ। ਅਮਿਤ ਸ਼ਾਹ ਜੀ ਦਾ ਕਿੱਡਾ ਵੱਡਾ ਕੱਦ ਹੈ, ਤਾਂ ਉਹ ਕਿਵੇਂ ਆਪਣੀ ਪਾਰਟੀ ਨੂੰ ਬਚਾ ਕੇ ਰੱਖਦੇ ਨੇ। ਤੁਸੀਂ ਨੋਟ ਕੀਤਾ ਹੋਣਾ, ਪੱਤਰਕਾਰ ਉਹ ਨਜ਼ਰ ਰੱਖਦੇ ਹੋ ਕਿ ਪੂਰੇ ਇਲੈਕਸ਼ਨ 'ਚ ਅਮਿਤ ਸ਼ਾਹ ਬਿਹਾਰ ਨਹੀਂ ਗਏ, ਸਿਰਫ ਇਸ ਕਰਕੇ ਕਿ ਨੱਡਾ ਜੀ ਨਵੇਂ ਪ੍ਰਧਾਨ ਬਣੇ ਨੇ, ਕਿਤੇ ਉਹ ਮੇਰੇ ਪ੍ਰਭਾਵ ਥੱਲੇ ਨਾ ਨੱਪੇ ਜਾਣ। ਔਰ ਵੱਡੀ ਗੱਲ ਜਿਹੜੀ ਉਦੋਂ ਮਗਰੋਂ ਹੋਈ ਹੈ, ਜਿਹੜੀ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਆ, ਕਿ ਇਲੈਕਸ਼ਨ ਦਾ ਰਿਜ਼ਲਟ ਆਉਂਦਾ, ਜਿਹੜਾ ਗੱਠਜੋੜ ਨਿਤੀਸ਼ ਕੁਮਾਰ ਵਾਲਾ ਭਾਰਤੀ ਜਨਤਾ ਪਾਰਟੀ ਵਾਲਾ ਇਲੈਕਸ਼ਨ ਲੜਿਆ, ਉਹ ਜਿੱਤ ਜਾਂਦਾ। ਤਾਂ ਅਮਿਤ ਸ਼ਾਹ ਜਿਹੜੇ ਪਹਿਲਾਂ ਪ੍ਰਧਾਨ ਰਹੇ ਸੀ, ਉਹ ਦੇਸ਼ ਦੇ ਗ੍ਰਹਿ ਮੰਤਰੀ ਨੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਕਿ ਜੋੜੀ ਆ, ਉਹ ਬੁੱਕੇ ਲੈ ਕੇ ਨੱਡਾ ਜੀ ਦੇ ਘਰ ਜਾਂਦੇ ਨੇ ਪ੍ਰਧਾਨ ਦਾ ਸਵਾਗਤ ਕਰਨ ਲਈ ਕਿ ਤੁਹਾਡੀ ਅਗਵਾਈ 'ਚ ਬਿਹਾਰ 'ਚ ਜਿੱਤ ਹਾਸਲ ਹੋਈ ਆ। ਇਹ ਤੋਂ ਵਧੀਆ ਡੈਮੋਕ੍ਰੇਸੀ ਕਿੱਥੇ ਹੋ ਸਕਦੀ ਹੈ? ਇਹ ਦੋਸ਼ ਸਹੀ ਦੋਸ਼ ਨਹੀਂ ਹੈ। ਪਰ ਜਿਹੜਾ ਤੁਸੀਂ ਗੱਲ ਆਖੀ ਨਾ ਵੀ ਕੋਈ ਬੋਲਦਾ ਨਹੀਂਗਾ, ਉਹ ਡੰਡਾ ਹੀ ਐਡਾ ਕਾਇਮ ਹੈ ਜੀ, ਕੋਈ ਬੋਲਦਾ ਤਾਂ ਨਹੀਂ ਬੋਲਦਾ ਕੋਈ ਵੀ। ਉਹਨੂੰ ਪਤਾ ਵੀ ਪਾਰਟੀ ਦੇ ਵਿੱਚ ਇਹ ਦੋ ਹੀ ਬੰਦੇ ਪ੍ਰਭਾਵਸ਼ਾਲੀ ਨੇ, ਅਗਰ 3-5 ਕਰਾਂਗੇ ਤਾਂ ਫਿਰ ਅਜਿਹਾ ਰਸਤਾ ਵਿਖਾਉਣਗੇ ਜਿਵੇਂ ਅਡਵਾਨੀ ਜੀ ਨੂੰ ਵਿਖਾਇਆ, ਔਰ ਬਾਅਦ 'ਚ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ। ਉਹ ਆਹ ਡਰ ਜਿਹੜਾ ਹੈ, ਇਹ ਡਰ ਨਹੀਂ ਕਿਸੇ ਨੂੰ ਬੋਲਣ ਦਿੰਦਾ। ਇਹ ਨਹੀਂ ਹੈ ਵੀ ਅੰਦਰ ਵਿਰੋਧ ਨਹੀਂ ਹੁੰਦਾ, ਵਿਰੋਧ ਹੁੰਦਾ ਹੈ, ਲੇਕਿਨ ਉਹ ਵਿਰੋਧ ਬਾਹਰ ਨਹੀਂ ਆਉਂਦਾ। ਨਹੀਂ ਚਲੋ, ਜਿੰਨੇ ਚਿਰ ਆਪਾਂ ਬਾਹਰ ਨਹੀਂ ਆਉਂਦਾ ਉਹਨੇ ਚਿਰ ਆਪਾਂ ਵੀ ਤਾਂ ਕਿਆਸ ਨਹੀਂ ਨਾ ਲਾ ਸਕਦੇ ਵੀ ਉਹਦੇ ਮਨ 'ਚ ਕੀ ਆ। ਆਪਾਂ ਨੂੰ ਲੱਗਦਾ ਵੀ ਠੀਕ ਆ। ਚਲੋ, ਤੁਹਾਡੇ ਗੱਲ ਨਾਲ ਅਸੀਂ ਸਹਿਮਤੀ ਜਿਹੜੀ ਆ ਉਹ ਬਾਅਦ ਦਾ ਮਸਲਾ ਜੀ। ਬੀਜੇਪੀ ਸਰਕਾਰ ਜਾਂ ਇੰਜ ਕਹਿ ਲਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਸਾਰੇ ਸਿੱਖ ਮਸਲਿਆਂ ਨੂੰ ਹੱਲ ਕਰਨ ਦੀ ਇਹਨਾਂ ਨੇ ਸ਼ਲਾਘਾਯੋਗ ਪਹਿਲ ਕੀਤੀ ਹੈ, ਜਿਵੇਂ ਕਿ ਸ਼੍ਰੋਮਣੀ ਕਮੇਟੀ 'ਚੋਂ ਸਹਿਜਧਾਰੀ ਵੋਟਰਾਂ ਨੂੰ ਪਾਸੇ ਕਰਨਾ, ਕਾਲੀ ਸੂਚੀ ਨੂੰ ਖਤਮ ਕਰਨਾ, ਕਰਤਾਰਪੁਰ ਸਾਹਿਬ ਦਾ ਲਾਂਘਾ ਕਹਿ ਲਈਏ, ਬੰਦ ਪਏ ਕੇਸਾਂ ਨੂੰ ਦੁਬਾਰਾ ਖੋਲ ਕੇ, ਜਿਸ ਤਰ੍ਹਾਂ ਕਾਂਗਰਸ ਦੇ ਜਿਹੜੇ ਸਿੱਖ ਕਤਲੇਆਮ ਦੇ ਦੋਸ਼ੀ ਸੀਗੇ, ਕਿੱਡੇ ਕੱਦਾਵਾਰ ਲੋਕ ਸੀਗੇ, ਉਹਨਾਂ ਨੂੰ ਜੇਲ੍ਹ 'ਚ ਡੱਕਣਾ। ਪਰ ਇਸ ਦੇ ਬਾਵਜੂਦ ਵੀ ਸਿੱਖਾਂ 'ਚ ਬੀਜੇਪੀ ਪ੍ਰਤੀ ਬੇਗਾਨਗੀ ਦਾ ਅਹਿਸਾਸ ਕਿਉਂ ਹੈ? ਕਮੀ ਕਿੱਥੇ ਹੈ? ਮੈਨੂੰ ਲੱਗਦਾ ਕਮੀ ਪ੍ਰਚਾਰ ਕਰਨ 'ਚ ਹੀ ਕਮੀ ਆ। ਇੱਕ ਤਾਂ ਗੱਲ ਇਹ ਹੋ ਗਈ ਕਿ ਪੰਜਾਬ ਬਾਦਲ ਪਰਿਵਾਰ ਤੋਂ ਬੇਹੱਦ ਦੁਖੀ ਸੀ, ਤੇ ਭਾਰਤੀ ਜਨਤਾ ਪਾਰਟੀ ਦੀ ਬਾਦਲ ਪਰਿਵਾਰ ਨਾਲ ਜਾਂ ਅਕਾਲੀ ਦਲ ਨਾਲ, ਅਕਾਲੀ ਦਲ ਤਾਂ ਕੀ ਸੀ, ਬਾਦਲ ਪਰਿਵਾਰ ਨਾਲ ਲੰਬੀ ਸਾਂਝ ਸੀ। ਇੱਕ ਬੰਦਾ ਆਪਾਂ ਵੇਖਦੇ ਹਾਂ ਕਿ ਉਹ ਬਹੁਤ ਕੋਈ ਚੰਗਾ ਕੰਮ ਕਰ ਰਿਹਾ ਹੁੰਦਾ, ਤਾਂ ਕੋਈ ਆ ਕੇ ਕਹਿੰਦਾ ਯਾਰ ਵੀ ਉਹ ਬੰਦਾ ਬੜਾ ਨੇਕ ਆ, ਉਹ ਕਹਿੰਦਾ ਯਾਰ ਛੱਡ ਪਰੇ, ਨੇਕ ਕਿੱਥੇ ਆ, ਉਹ ਫਲਾਣੇ ਨੇ ਜਿਹੜਾ ਰੋਜ਼ ਮਹਿਖਾਨੇ ਬੈਠਾ ਹੁੰਦਾ ਸ਼ਰਾਬ ਉਹਦੇ ਨਾਲ ਫਿਰਦਾ ਹੁੰਦਾ ਉਹ ਸਾਰੀ ਦਿਹਾੜੀ। ਮੈਂ ਸਮਝਦਾ ਕਿ ਇਹ ਬਹੁਤ ਵੱਡਾ ਨੁਕਸਾਨ ਹੋਇਆ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪੰਜਾਬ 'ਚ ਇਮੇਜ ਬਣਾਉਣ ਲਈ, ਕਿ ਜਿਹੜੇ ਗਲਤੀਆਂ ਕੀਤੀਆਂ ਅਕਾਲੀ ਦਲ ਨੇ, ਉਹ ਗਲਤੀਆਂ ਦਾ ਖਮਿਆਜਾ ਉਸ ਪਾਰਟੀ ਨੂੰ ਭੁਗਤਣਾ ਪਿਆ। ਮੇਰੀ ਹੁਣ ਵੀ ਇਹ ਵਿਚਾਰ ਆ ਕਿ ਜਿਹੜੀ ਤੁਸੀਂ ਪਹਿਲਾਂ ਗੱਲਾਂ ਕਰਦੇ ਸੀ, ਮੈਂ ਭਾਵੇਂ ਪਾਰਟੀ ਦਾ ਹਿੱਸਾ, ਕਿ ਸਾਨੂੰ ਬਹੁਤ ਸਾਫ਼ ਇਮੇਜ ਵਾਲੇ ਲੋਕ ਹੀ ਲੈਣੇ ਚਾਹੀਦੇ ਆ। ਸਾਨੂੰ ਲੋਕਾਂ ਦਾ ਸਮਰਥਨ ਲੈਣਾ ਚਾਹੀਦਾ। ਲੀਡਰਾਂ ਦੇ ਆਉਣ ਨਾਲ ਸਾਡੀ ਬਹੁਤੀ ਤਰੱਕੀ ਨਹੀਂ ਹੋਣੀ। ਤਾਂ ਫਿਰ ਪ੍ਰਚਾਰ ਕਰਕੇ ਅਸੀਂ ਆਪਣਾ ਪੱਖ ਰੱਖ ਕੇ ਪ੍ਰਚਾਰ ਸਕਦੇ ਹਾਂ। ਹੁਣ ਤੁਸੀਂ ਬਾਹਰ ਬੈਠੇ ਵੀ ਮਹਿਸੂਸ ਕਰਦੇ ਹੋ ਕਿ ਆਹ ਗੱਲਾਂ ਹੋਈਆਂ ਨੇ ਇੱਥੇ, ਖਾਸ ਕਰਕੇ ਮੈਂ ਹੁਣ 4 ਮਹੀਨੇ ਹੋ ਗਏ ਆਏ ਨੂੰ, ਕਿ ਕਾਲੀ ਸੂਚੀ ਉਹਨਾਂ ਨੇ ਆ ਕੇ ਖਤਮ ਕੀਤੀ ਆ। ਤੁਹਾਡੇ ਆ ਜਿਨ੍ਹਾਂ ਦਾ ਮਰਡਰ ਹੋ ਗਿਆ ਮੇਰੇ ਇੱਥੇ ਆਏ ਤੋਂ ਹੋਇਆ, ਰਕਮਨ ਸਿੰਘ ਹੋਰੀ ਕਦੇ ਗਏ ਨਹੀਂ ਸੀ ਇੰਡੀਆ, ਉਹ ਵੀ ਗਏ। ਉਹਨਾਂ ਦਾ ਕੰਮ ਕਰਨ ਦੀ ਦਾ ਬਹੁਤ ਸਪੀਡ ਆ, ਸ਼ਰਧਾ ਵੀ ਬਹੁਤ ਆ ਸਿੱਖਾਂ ਪ੍ਰਤੀ, ਗੁਰੂ ਪ੍ਰਤੀ,
ਪਰ ਇਹ ਵਾਕਿਆ ਮੈਂ ਇਸ ਗੱਲ ਨੂੰ ਮੰਨਦਾ ਕਿ ਉਹ ਬੇਗਾਨਗੀ ਦੀ। ਦੂਜਾ ਸੀਗਾ ਜਦੋਂ ਅੰਦੋਲਨ ਚੱਲਿਆ ਨਾ, ਕਿਸਾਨ ਅੰਦੋਲਨ, ਉੱਥੇ ਪ੍ਰਚਾਰ ਬਹੁਤ ਹੋਇਆ। ਉਹ ਪ੍ਰਚਾਰ ਸਰਕਾਰ ਦੇ ਫੈਸਲੇ ਦੇ ਖਿਲਾਫ ਨਾ ਹੋ ਕੇ ਨਿੱਜੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵਿਅਕਤੀਆਂ ਖਿਲਾਫ ਹੋ ਗਿਆ, ਤਾਂ ਉਹਨੂੰ ਠੀਕ ਕਰਨ ਲਈ ਨਾ ਸਮਾਂ ਲੱਗਦਾ। ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਕੱਲੇ ਤੁਰਾਂਗੇ ਤਾਂ ਲੋਕਾਂ ਨੂੰ ਅਸੀਂ ਕਨਵਿੰਸ ਕਰਵਾ ਲਾਂਗੇ ਕਿ ਪੰਜਾਬ ਦੇ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ। ਨਹੀਂ, ਪਰ ਕਿਸਾਨ ਅੰਦੋਲਨ ਦੇ ਦੌਰਾਨ ਤੁਸੀਂ ਕਿਹਾ ਪ੍ਰਚਾਰ ਜਿਹੜਾ ਉਹ ਤੁਹਾਡੀ ਪਾਰਟੀ ਨੂੰ ਲੈ ਕੇ ਬਹਿ ਗਿਆ, ਪਰ ਉਹ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੀ ਉਹ ਤਾਂ ਆਪ ਲੈ ਕੇ ਬੈਠੇ ਗਏ, ਉਹਨਾਂ ਦੇ ਆਪਦੇ ਪੱਲੇ ਕੁਝ ਨਹੀਂ ਰਿਹਾ। ਉਹ ਦੇਖੋ, ਉਹ ਗੱਲ ਸਰਕਾਰ ਕਹਿੰਦੀ ਸੀਗੀ ਕਿ ਇਹ ਕਿਸੇ ਖਾਸ ਮੋਟਿਵ ਲਈ ਨੇ। ਇੱਕ ਮੈਨੂੰ ਆ ਵਿੱਚ ਤੁਸੀਂ ਗੱਲ ਕਰ ਲਈ, ਅਸੀਂ ਚੂੜਚੱਕ ਪਿੰਡ ਆ ਸਾਡੇ, ਉੱਥੇ ਕਿਤੇ ਭੋਗ ਸੀਗਾ ਤੇ ਉਦੋਂ ਮਗਰੋਂ 20-25 ਬੰਦੇ ਕਿਸੇ ਦੇ ਘਰ ਚਾਹ ਪੀਣ ਬੈਠ ਗਏ ਜੀ। ਉਦੋਂ ਹਜੇ ਅੰਦੋਲਨ ਚੱਲਦਾ ਸੀ। ਸਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਇੱਕ ਵੀਡੀਓ ਕੋਈ ਦਿਖਾਉਣ ਲੱਗ ਪਿਆ, ਤਾਂ ਉਹ ਬਲਵੀਰ ਸਿੰਘ ਰਾਜੇਵਾਲ ਹੋਣੀ ਕਹਿੰਦੇ ਵੀ ਸਾਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਸੱਦਿਆ ਸੀ 6-7 ਲੀਡਰਾਂ ਨੂੰ। ਉਦੋਂ ਅਗਲੇ ਦਿਨ ਸਾਡੀ ਮੀਟਿੰਗ ਹੋਣੀ ਸੀ ਉਹ ਖੇਤੀਬਾੜੀ ਮੰਤਰੀ ਤੋਮਰ ਹੋਣਾ ਦੀ ਕਮੇਟੀ ਨਾਲ, ਤੇ ਸਾਨੂੰ ਕਹਿੰਦੇ ਉਹਨੇ ਕਿਹਾ ਕਿ ਇਹਨਾਂ ਨੂੰ ਵਾਪਸ ਨਹੀਂ ਲਿਆ ਜਾ ਸਕਦਾ, ਉਹ ਮਜਬੂਰੀ ਆ, ਪਰ ਤੁਸੀਂ ਜਿਹੜੀ ਵੀ ਅਮੈਂਡਮੈਂਟ ਚਾਹੁੰਦੇ ਹੋ ਉਹ ਕਰਵਾ ਲਓ, ਚਾਹੇ ਕੋਈ ਅਮੈਂਡਮੈਂਟ ਕਰਾ ਲਓ, ਚਾਹੇ ਇਹਨਾਂ ਦਾ ਸਰੂਪ ਹੀ ਵਿਗੜ ਜੇ, ਤਾਂ ਮੈਂ ਉਹਨਾਂ ਨੂੰ ਹਦਾਇਤ ਕਰ ਦਿੰਦਾ ਕੱਲ ਵਾਲੀ ਮੀਟਿੰਗ 'ਚ ਤੁਸੀਂ ਉਹ ਅਮੈਂਡਮੈਂਟ ਵਾਲਾ ਆਪਣਾ ਪਰਚਾ ਦੇ ਦਿਓ, ਵੀ ਟਾਈਟਲ ਰਹਿਣ ਦਿਓ, ਕੱਲਾ ਤੇ ਟਾਈਟਲ ਰਹਿਣ ਦਿਓ ਤੇ ਹੋ ਜੂਗੀ। ਕਹਿੰਦੇ ਅਸੀਂ ਕਿਹਾ ਨਹੀਂ, ਇਹ ਰੱਦ ਹੀ ਕਰਨੇ ਚਾਹੀਦੇ ਆ। ਤਾਂ ਉਹ ਜਿਹੜੇ 15-20 ਬੰਦੇ ਬੈਠੇ ਸੀ, ਉਹਨਾਂ ਸਾਰਿਆਂ ਦੇ ਸਮਰਥਕ ਸੀ, ਉਹ 8-7 ਬੋਲੇ ਬੜੇ ਗੁੱਸੇ ਨਾਲ। ਮੈਂ ਉਹ ਸ਼ਬਦ ਤਾਂ ਨਹੀਂ ਬੋਲ ਸਕਦਾ ਕਿ ਹੋਰ ਤੁਸੀਂ ਕੀ ਚਾਹੁੰਦੇ ਹੋ, ਦੇਖੋ, ਪਰ ਉਹ ਗੱਲ ਤਾਂ ਅਲੱਗ ਆ। ਉਹਨਾਂ ਨੂੰ ਤਾਂ ਲੋਕਾਂ ਨੇ ਤਾਂ ਧੋਤਾ ਕਿ ਸਾਨੂੰ ਐਵੇਂ ਗੁੰਮਰਾਹ ਕਰਦੇ ਫਿਰਦੇ ਰਹੇ, ਆਪਣਾ ਇਲੈਕਸ਼ਨ ਲੜਨਾ ਚਾਹੁੰਦੇ ਸੀ। ਬਾਕੀ ਕਾਮਰੇਡ ਚਲਾ ਰਹੇ ਸੀ, ਇਲੈਕਸ਼ਨ ਤਾਂ ਚਲਾ ਰਹੇ ਸੀ, ਜੋਗਿੰਦਰ ਯਾਦਵ ਵਰਗੇ, ਕਪਤਾ ਸਿੰਘ ਵਰਗੇ। ਜੋਗਿੰਦਰ ਯਾਦਵ ਦੀ ਇੱਕ ਇੰਟਰਵਿਊ ਆਈ ਆ ਬਾਅਦ ਚ, ਹੁਣ ਵੀ ਉਹ YouTube ਤੇ ਹੈਗੀ ਆ ਜੀ। ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤੁਸੀਂ ਇੰਨਾ ਪ੍ਰਚਾਰ ਕਰ ਲਿਆ ਤਾਂ ਯੂਪੀ ਦੇ ਇਲੈਕਸ਼ਨ ਚ ਅਖਿਲੇਸ਼ ਯਾਦਵ ਕਿਉਂ ਨਹੀਂ ਜਿੱਤਿਆ। ਉਹਨੇ ਬੜੀ, ਮੈਂ ਸ਼ਬਦ ਕੀ ਕਹਾਂ, ਬੇਬਾਕੀ ਤਾਂ ਨਹੀਂ, ਬੇਸ਼ਰਮੀ ਨਾਲ ਕਿਹਾ ਵਾ। ਕਹਿੰਦੇ ਵੀ ਦੇਖੋ ਅਸੀਂ ਪੂਰਾ ਜ਼ੋਰ ਲਾ ਕੇ ਪਿੱਚ ਤਿਆਰ ਕਰਕੇ ਦੇਤੀ ਸੀ, ਹੁਣ ਬੌਲਿੰਗ ਉਹਨਾਂ ਨੇ ਕਰਨੀ ਸੀ, ਬੈਟਿੰਗ ਉਹਨਾਂ ਨੇ ਕਰਨੀ ਸੀ, ਤੇ ਜੇ ਉਹ ਨਹੀਂ ਖੇਡ ਸਕੇ ਭਾਰਤੀ ਜਨਤਾ ਪਾਰਟੀ ਨੂੰ ਤਾਂ ਸਾਡਾ ਕੀ ਕਸੂਰ ਆ, ਅਸੀਂ ਆਪਣਾ ਕੰਮ ਕਰਤਾ ਸੀ। ਉਹ ਤੋਂ ਪਤਾ ਲੱਗਦਾ ਕਿ ਕਾਹਦੇ ਵਾਸਤੇ ਸੀ। ਪਰ ਜਿਹੜੀ ਗੱਲ ਤੁਹਾਨੂੰ ਮੈਂ ਪਹਿਲਾਂ ਕਹੀ ਹੈ ਕਿ ਇਸ ਅੰਦੋਲਨ ਦੇ ਨਾਂ ਤੇ ਜਿਹੜਾ ਪ੍ਰਚਾਰ ਕੀਤਾ ਗਿਆ, ਉਹ ਪ੍ਰਚਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੀਤਾ ਗਿਆ। ਤੁਸੀਂ ਦੇਖੋ ਇੱਕ ਹੋਰ ਅਜੀਬ ਗੱਲ, ਪਤਾ ਨਹੀਂ ਮੈਨੂੰ ਤੁਹਾਡਾ ਟਾਈਮ ਕਿੰਨਾ, ਕਿ ਪੱਛਮੀ ਬੰਗਾਲ ਚ ਇਲੈਕਸ਼ਨ ਹੁੰਦੀ ਹੈ, ਉਂਗਲ ਉਹ ਲਾਉਂਦੇ ਨੇ ਜੋਗਿੰਦਰ ਯਾਦਵ ਹੋਣੀ ਸਾਰੇ, ਸਿੱਖ ਚਿਹਰੇ ਲੈ ਕੇ ਕਿਸਾਨ ਉੱਥੇ ਜਾਂਦੇ ਨੇ ਪ੍ਰਚਾਰ ਕਰਨ। ਨਾ ਤਾਂ ਉਹ ਮਮਤਾ ਬੈਨਰਜੀ ਦੇ ਹੱਕ 'ਚ ਪ੍ਰਚਾਰ ਕਰਦੇ ਆ, ਨਾ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਦੇ, ਨਾ CPIM ਦੇ ਹੱਕ 'ਚ ਪ੍ਰਚਾਰ ਕਰਦੇ। ਕਹਿੰਦੇ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਾਓ। ਅਸੀਂ ਮੇਜਰ ਸਿੰਘ ਪੱਤਰਕਾਰ ਦੀ ਜਿਹਦੀ ਡੈਥ ਹੋਈ, ਉਹਦੇ ਭੋਗ ਸੀ, ਉਦੋਂ ਮਗਰੋਂ ਜਤਿੰਦਰ ਪੰਨੂ ਹੋਣੀ ਜਿਹੜੇ ਬਹੁਤ ਵੱਡੇ ਸਤਿਕਾਰਤ ਪੱਤਰਕਾਰ ਨੇ, ਤੇ ਬਖਤਾਵਰ ਸਿੰਘ ਢਿੱਲੋਂ, ਹੋਰ ਜਿਹੜੇ ਸੱਜਣ ਮਿੱਤਰ, ਪ੍ਰਿੰਸੀਪਲ ਜਸਪਾਲ ਸਿੰਘ ਸੀ, ਪ੍ਰਿੰਸੀਪਲ ਨਛੱਤਰ ਸਿੰਘ ਸੀ, ਅਸੀਂ ਇੱਕ ਜਗ੍ਹਾ ਚਾਹ ਪੀਣ ਬਹਿ ਗਏ। ਉੱਥੇ ਇਹ ਵਿਚਾਰ ਆਇਆ ਸੀ, ਮੈਂ ਦਿੱਤਾ ਤੇ ਉਹਨਾਂ ਨੇ ਪ੍ਰੋੜਤਾ ਕੀਤੀ ਵੀ ਗੱਲ ਠੀਕ ਹੈ। ਮੈਂ ਉਹਨਾਂ ਨੂੰ ਕਿਹਾ ਕਿ ਕੋਈ ਇੱਕ ਬੰਦਾ ਇਲੈਕਸ਼ਨ ਲੜ ਰਿਹਾ, ਇੱਕ ਕੋਈ ਸੱਜਣ ਮਿੱਤਰ ਕਿਸੇ ਹੋਰ ਦੀ ਮਦਦ ਤੇ ਆ ਜਾਂਦਾ, ਜਿਹੜਾ ਇਲੈਕਸ਼ਨ ਲੜਦਾ ਉਹ ਉਲਾਂਭਾ ਦਿੰਦਾ ਕਿ ਸਾਂਝੇ ਮਿੱਤਰਾਂ ਨੂੰ ਕਿ ਫਲਾਣਾ ਬੰਦਾ ਜੀ ਬਲਦੇਵ ਸਿੰਘ ਭਾਮ ਮੇਰੇ ਖਿਲਾਫ ਆ, ਤਾਂ ਉਹ ਇਕੱਠੇ ਹੋ ਕੇ ਕਹਿੰਦਾ ਵੀ ਦੱਸੋ ਮੈਂ ਇਹਨਾਂ ਦੇ ਖਿਲਾਫ ਕੀ ਕਿਹਾ, ਮੈਂ ਤਾਂ ਫਲਾਣੇ ਦੀ ਸਪੋਰਟ ਕਰ ਰਿਹਾ। ਇਹ ਜੇ ਮੈਂ ਕਿਹਾ ਵੀ ਕੋਈ ਬੰਦਾ ਆ ਕੇ ਕਹੇ ਕਿ ਫਲਾਣੇ ਨੂੰ ਨਾ ਪਾਓ, ਤਾਂ ਪੰਨੂ ਸਾਹਿਬ ਬੋਲ ਪਏ ਵੀ ਫਿਰ ਤਾਂ ਉਹਦੇ ਛਿੱਤਰ ਹੀ ਪੈਣੇ ਚਾਹੀਦੇ ਆ। ਤੇ ਮੈਂ ਕਿਹਾ ਆਪਣੇ ਵਾਲੇ ਕੀ ਕਹਿ ਰਹੇ ਉੱਥੇ ਜਾ ਕੇ ਕਿ ਭਾਰਤੀ ਜਨਤਾ ਪਾਰਟੀ ਨੂੰ ਨਾ ਪਾਓ। ਇਸ ਕਰਕੇ ਉਹ ਸਿੱਖ ਚਿਹਰੇ ਲੈ ਕੇ ਇੱਕ ਪਿੱਛੋਂ ਘੜੀ ਸਾਜ਼ਿਸ਼ ਨਾਲ
ਸਿੱਖਾਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਉੱਥੋਂ ਦੇ ਵਰਕਰਾਂ ਦੇ ਮਨ 'ਚ ਨਫ਼ਰਤ ਪੈਦਾ ਕਰ ਰਹੇ ਨੇ, ਚਾਹੇ ਜਾਣੇ 'ਚ ਕਰ ਰਹੇ ਨੇ ਚਾਹੇ ਅਣਜਾਣੇ 'ਚ ਕਰ ਰਹੇ ਨੇ, ਜਿਹਦਾ ਖਮਿਆਜਾ ਕਦੇ ਭੁਗਤਣਾ ਪੈਣਾ। ਇਹ ਗੱਲਾਂ ਅਸੀਂ ਸੋਚ ਵਿਚਾਰ ਕੇ ਨਹੀਂ ਕਰਦੇ, ਕਿਸੇ ਦੇ ਆਖੇ ਕਰ ਦਿੰਦੇ ਆ। ਜੇ ਪਹਿਲੀ ਗੱਲ ਤਾਂ ਉਹਨਾਂ ਦੇ ਇਸ ਕਰਕੇ ਉਹ ਪੰਨੂ ਸਾਹਿਬ ਹੋਣੀ ਵੀ ਕਹਿੰਦੇ ਸੀ ਕਿ ਅਸੀਂ ਤਾਂ ਇਸ ਕਰਕੇ ਚਰਚਾ ਕਰ ਰਹੇ ਸੀ ਕਿ ਜਦੋਂ ਉਹ ਕਹਿੰਦੇ ਵੀ ਸਾਡਾ ਸਿਆਸਤ ਨਾਲ ਸੰਬੰਧ ਹੀ ਕੋਈ ਨਹੀਂ ਤੇ ਉਹ ਪ੍ਰਚਾਰ ਕਰਨ ਕਿਉਂ ਗਏ ਨੇ। ਮੈਂ ਕਿਹਾ ਮੈਂ ਇਹ ਵੀ ਕਹਿਣਾ ਕਿ ਤੁਸੀਂ ਜਦੋਂ ਮੰਗਾਂ ਬਣਵਾਉਣੀਆਂ, ਮੈਂ ਸਟੂਡੈਂਟ ਫੈਡਰੇਸ਼ਨ ਤੋਂ ਲੜਾਈ ਲੜਦਾ ਆਇਆ, ਮੈਂ ਕਦੇ ਲਾਠੀ ਚਾਰਜ ਨਹੀਂ ਹੋਣ ਦਿੱਤਾ ਆਪਣੇ ਗਰੁੱਪ। ਜਦੋਂ ਦੇਖਿਆ ਸਾਹਮਣੇ ਦੀ ਨੀਤ ਬਦਲ ਗਈ, ਆਪਾਂ ਵੀ ਬਦਲ ਗਏ। ਇਹ ਤਾਂ ਨਹੀਂ ਕਰਦਾਰ ਹੁੰਦਾ ਲੀਡਰ ਦਾ ਕਿ ਤੁਸੀਂ ਕੁੱਟ ਪਵਾ ਦਿਓ। ਤੁਸੀਂ ਮੈਂ ਕਿਹਾ ਮੰਗਾਂ ਕਿਸੇ ਨੂੰ ਪ੍ਰਭਾਵਿਤ ਕਰਕੇ ਮਨਾ ਸਕਦੇ ਹੋ ਕਿ ਜ਼ਲੀਲ ਕਰਕੇ। ਤੁਸੀਂ ਵੱਡੇ ਪੱਤਰਕਾਰ ਹੋ, ਉਹ ਕਹਿੰਦੇ ਪ੍ਰਭਾਵਿਤ ਕਰਕੇ, ਮੈਂ ਕਿਹਾ ਜ਼ਲੀਲ ਕਰਦੇ ਨੇ। ਇਸ ਕਰਕੇ ਉਹ ਜਿਹੜੀ ਆਪਾਂ ਗੱਲ ਕੀਤੀ ਸੀ ਉਹ ਪ੍ਰਚਾਰ ਬਹੁਤ ਕਰਤਾ, ਲੇਕਿਨ ਪ੍ਰਚਾਰ ਉਹਨਾਂ ਨੇ ਬਾਕੀਆਂ ਦੇ ਕਹਿਣ ਤੇ ਕੀਤਾ ਔਰ ਆਪਣੇ ਹਿੱਤ ਲਈ ਕੀਤਾ। ਪਰ ਲੋਕਾਂ ਨੂੰ ਜਦੋਂ ਸਮਝ ਆ ਗਈ ਕਿ ਕਿਸ ਕੰਮ ਲਈ ਗਏ ਸੀ, ਜਿਹੜੇ ਸੀਐਮ ਦੇ ਕੈਂਡੀਡੇਟ ਸੀ ਉਹ 4200 ਵੋਟ ਨਾਲ ਸਿਮਟ ਗਏ। ਬਿਲਕੁਲ ਬਿਲਕੁਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਸਵਾਗਤ ਹੈ ਜੀ। ਬਰਾੜ ਸਾਹਿਬ, ਪ੍ਰਧਾਨ ਮੰਤਰੀ ਸਿੱਖ ਲੀਡਰਸ਼ਿਪ ਨੂੰ ਬੁਲਾ ਕੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਉਹਨਾਂ ਨਾਲ ਮੀਟਿੰਗਾਂ ਵੀ ਕਰ ਰਹੇ ਆ, ਤਸਵੀਰਾਂ ਵੀ ਬਾਹਰ ਆ ਰਹੀਆਂ ਨੇ। ਇਸ ਦੇ ਬਾਵਜੂਦ ਸਥਿਤੀ 'ਚ ਸੁਧਾਰ ਨਾ ਹੋਣ ਦਾ ਜਿਹੜਾ ਸਪਸ਼ਟ ਕਾਰਨ ਉਹ ਇਹ ਹੈ ਕਿ ਜਿਹੜੀ ਲੀਡਰਸ਼ਿਪ ਨੂੰ ਉਹ ਲਿਆ ਕੇ ਲੋਕਾਂ ਦੇ ਸਾਹਮਣੇ ਕਰ ਰਹੇ ਨਾ, ਉਹ ਆਧਾਰ ਅਧੀਨ ਹੈਗੀ ਹੈ, ਆਧਾਰਹੀਨ। ਮਤਲਬ ਕਿ ਉਹਨਾਂ ਦਾ ਕੋਈ ਪਬਲਿਕ ਦੇ ਵਿੱਚ ਬਹੁਤਾ ਆਧਾਰ ਨਹੀਂ ਹੈਗਾ। ਉਹ ਚੰਗੇ ਬੁੱਧੀਜੀਵੀ ਹੋ ਸਕਦੇ ਆ, ਚੰਗੇ ਲੇਖਕ ਹੋ ਸਕਦੇ ਆ, ਲੇਕਿਨ ਬਤੌਰ ਸਿੱਖ ਲੀਡਰਸ਼ਿਪ ਉਹਨਾਂ ਦਾ ਕੋਈ ਇਹੋ ਜਿਹਾ ਆਧਾਰ ਜਿਹੜਾ ਸਾਹਮਣੇ ਨਹੀਂ ਆਉਂਦਾ। ਸੋ ਸਿੱਖ ਆਵਾਮ ਦੇ ਵਿੱਚ ਅਜਿਹੇ ਲੋਕਾਂ ਨੂੰ ਪੇਸ਼ ਕਰਨਾ, ਕੀ ਇਹਨੂੰ ਸੁਹਿਰਦਤਾ ਦੀ ਕਮੀ ਕਿਹਾ ਜਾ ਸਕਦਾ ਹੈ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਸਲਾਹਕਾਰ ਮਾੜੇ ਹੈ ਜੀ? ਔਖਾ ਜਿਹਾ ਪ੍ਰਸ਼ਨ ਹੈ ਮੈਂ ਪਾਰਟੀ ਦੇ ਤੌਰ ਤੇ, ਪਰ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਜੀ। ਮੈਂ ਉਹ ਕਹਿ ਕੇ ਗੱਲ ਮੁਕਾਉਣੀ ਚਾਹੁੰਦਾ ਜੀ। ਅਸਲ ਸਲਾਹਕਾਰਾਂ ਦੀ ਗੱਲ ਨਹੀਂ, ਜਿਹੜੇ ਬੰਦੇ ਉੱਥੇ ਬੰਦੇ ਪੇਸ਼ ਕਰਦੇ ਆ ਜਾ ਕਿ ਅਸੀਂ ਤੁਹਾਡੀ ਸਿੱਖ ਲੀਡਰਾਂ ਨਾਲ, ਸਿੱਖ ਲੀਡਰਸ਼ਿਪ ਨਾਲ ਗੱਲ ਕਰਾਉਣੀ। ਬਿਲਕੁਲ, ਇਹ ਖਿਆਲ ਉਹਨਾਂ ਨੂੰ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ, ਕਿਉਂਕਿ ਪ੍ਰਧਾਨ ਮੰਤਰੀ ਹੋਣਾ ਦੇ ਲੈਵਲ ਤੇ ਜਿੰਨੇ ਉਹਨਾਂ ਦੇ ਰਜੇਵੇਂ ਨੇ ਹੋਰ ਨੇ, ਉਹ ਕਿਸੇ ਦੀ ਪੜਚੋਲ ਤਾਂ ਕਰਨ ਲੱਗਣਗੇ ਨਹੀਂ ਹੁੰਦਾ, ਸੰਭਵ ਨਹੀਂ ਗੀ। ਅੱਗੇ ਵੀ ਕਿਸੇ ਮੰਤਰੀ ਨੂੰ ਕਿਸਾਨ ਅੰਦੋਲਨ ਤੋਂ ਬਾਅਦ ਸ਼ਾਇਦ ਪਤਾ ਨਹੀਂ ਚੱਲਦਿਆਂ ਕੁਝ ਲੀਡਰ ਮਿਲ ਕੇ ਆਏ ਸੀ ਜੀ। ਉਹਨਾਂ ਚੋਂ ਇੱਕ ਅਜਿਹਾ ਲੀਡਰ ਵੀ ਸੀ ਜਿਹਦਾ ਮੁੰਡਾ NIA ਨੇ ਟਿਫਨ ਬੰਬ 'ਚ ਫੜਿਆ ਹੋਇਆ। ਉਹ ਮਗਰੋਂ ਬੜਾ ਘਬਰਾਹਟ ਹੋਈ ਵੀ ਉਹ ਕਿਵੇਂ ਆ ਗਏ ਜੀ ਵਿੱਚ। ਇਸ ਕਰਕੇ ਜਿਹੜੇ ਸੱਜਣ ਲੈ ਕੇ ਜਾਂਦੇ ਨੇ ਜੀ, ਉਹ ਮੇਰਾ ਖਿਆਲ ਆ ਕਿ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਇਹਦੇ ਨਾਲ, ਕਿਉਂਕਿ ਉਹ ਲੀਡਰ ਸਹਿਰਦ ਆਗੂ ਨੇ ਜਿਨ੍ਹਾਂ ਨੂੰ ਉਹ ਲੈ ਕੇ ਗਏ ਨੇ, ਉਹ ਸਮਝ ਰੱਖਦੇ ਨੇ, ਲੇਕਿਨ ਗਰਾਊਂਡ ਲੈਵਲ ਤੇ ਵਿਚਰਨ ਵਾਲੇ ਲੀਡਰ ਹੋਰ ਹੁੰਦੇ ਨੇ, ਬੁੱਧੀਜੀਵੀ ਅਲੱਗ ਕਿਸਮ ਦੇ ਹੁੰਦੇ ਨੇ। ਬਿਲਕੁਲ, ਉਹ ਇਸ ਕਰਕੇ ਇਹ ਗਲਤੀ ਉਸ ਸਟੇਜ ਤੇ ਹੁੰਦੀ ਆ ਜਿਹੜੇ ਸੱਜਣ ਲੈ ਕੇ ਜਾਂਦੇ ਨੇ ਕਿ ਉਹ ਚਾਹੁੰਦੇ ਆ ਕਿ ਸਾਡੀ ਵਾਹ ਹੋ ਜੇ, ਇਸ ਤਰ੍ਹਾਂ ਦਾ ਗੱਲ ਹੋ ਜਾਂਦੀ। ਮੈਂ ਇਹ ਗੱਲ ਮਹਿਸੂਸ ਕਰਦਾ, ਤਾਂ ਹੀ ਮੈਂ ਥੋੜੀ ਗੱਲ ਦੀ ਪ੍ਰੋੜਤਾ ਕੀਤੀ ਆ ਕਿ ਅਸੀਂ ਮਹਿਸੂਸ ਕਰਦੇ ਹਾਂ ਹੌਲੀ ਹੌਲੀ ਜਿਵੇਂ ਜਿਵੇਂ ਪਾਰਟੀ ਫੋਰਮ ਤੇ ਜਦੋਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸੀਗੇ ਮੁਹਾਲੀ ਜੀ, ਉਹ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ, ਉਸ ਦਿਨ ਉਹ ਜਿਹੜੇ ਪੰਜਾਬ ਦੇ ਸ਼ਾਮਲ ਹੋਏ ਨਵੇਂ ਲੀਡਰਾਂ ਨੂੰ ਮਿਲੇ ਆ, ਉਹ ਸਾਰੇ ਮਹਿਸੂਸ ਕਰਦੇ ਸੀ ਕਿ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੇ ਕਿਤੇ ਪ੍ਰਧਾਨ ਮੰਤਰੀ ਨੂੰ ਵੈਲਕਮ ਕਹਿਣ ਲਈ ਖੜੇ ਕਿਸੇ ਲੀਡਰ ਨੂੰ ਨਾਂ ਲੈ ਕੇ ਪੁੱਛ ਲੈਣ ਵੀ ਤੇਰਾ ਕੀ ਹਾਲ ਆ। ਪਰ ਉਹਨਾਂ ਨੇ ਪੂਰਾ 1 ਘੰਟਾ ਸਾਰੇ ਲੀਡਰਾਂ ਨਾਲ ਪੰਜਾਬ ਦੇ ਮਾਮਲੇ ਡਿਸਕਸ ਕੀਤੇ, ਪਰਸਨਲ ਟੱਚ ਦਿੱਤਾ ਗੱਲਬਾਤ ਨੂੰ। ਇਸ ਕਰਕੇ ਇਸ ਲੈਵਲ ਤੇ ਵੀ ਹੋ ਰਿਹਾ ਤੇ ਹੌਲੀ ਹੌਲੀ ਸਭ ਠੀਕ ਹੋ ਜਾਏਗਾ। ਸੋ ਬਰਾੜ ਸਾਹਿਬ, ਇੱਕ ਜਦੋਂ ਵਾਜਪਾਈ ਹੁਣਾਂ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤਾਂ ਉਸ ਵਕਤ ਹਰਿਆਣੇ ਨੂੰ ਤੇ ਹਿਮਾਚਲ ਨੂੰ ਵੱਡੇ ਆਰਥਿਕ ਪੈਕੇਜ ਜਿਹੜੇ ਉਹ ਦਿੱਤੇ ਗਏ ਸੀ, ਪਰ ਉਦੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ, ਧੱਕਾ ਕੀਤਾ ਵੀ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ, ਜਦੋਂ ਕਿ ਬਾਰਡਰ ਸਟੇਟ ਸੀ ਔਰ ਇਹਦਾ ਹੱਕ ਬਣਦਾ ਸੀ, ਇਹਦਾ ਵਿਕਾਸ ਕਰਨਾ ਜ਼ਰੂਰੀ ਸੀ।
ਵੈਸੇ ਵੀ ਦੇਸ਼ ਦੇ ਵਾਸਤੇ ਅਸੀਂ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਬਹੁਤ ਕੁਝ ਝੱਲਿਆ ਦੇਸ਼ ਦੀ ਖਾਤਰ। ਫਿਰ ਹੁਣ ਜਦੋਂ ਨਰਿੰਦਰ ਮੋਦੀ ਹੁਣਾਂ ਦੀ ਅਗਵਾਈ ਦੇ ਵਿੱਚ 8.5 ਸਾਲ ਹੋ ਗਏ ਸਰਕਾਰ ਬਣੀ ਨੂੰ, ਇਹਨਾਂ 8.5 ਸਾਲਾਂ ਦੇ ਵਿੱਚੋਂ ਵੀ ਕਰੀਬ 5 ਸਾਲ ਸਰਕਾਰ ਜਿਹੜੀ ਹੈ ਅਕਾਲੀ ਦਲ ਨਾਲ ਸਾਂਝੀ ਵੀ ਰਹੀ ਹੈ। ਇਸ ਦੌਰਾਨ ਵੀ ਕੋਈ ਅਜਿਹਾ ਐਲਾਨ ਜਾਂ ਅਜਿਹੀ ਕੋਈ ਪੰਜਾਬ ਨੂੰ ਦੇਣ ਨਹੀਂ ਦਿੱਤੀ ਗਈ ਇਹਦਾ ਜਿਹਦੇ ਨਾਲ ਪੰਜਾਬੀ ਜਿਹੜੇ ਆ ਉਹ ਕਹਿ ਸਕਣ ਕਿ ਹਾਂ ਭਾਰਤੀ ਜਨਤਾ ਪਾਰਟੀ ਵੀ ਸਾਡੀ ਪਾਰਟੀ ਹੈ। ਦੇਖੋ ਗੱਲ ਜਿਹੜਾ ਤੁਹਾਡਾ ਪ੍ਰਸ਼ਨ ਤਾਂ ਹੈਗਾ ਬਿਲਕੁਲ ਠੀਕ ਕਿ ਵਾਜਪਾਈ ਸਾਹਿਬ ਮੌਕੇ ਹੋਇਆ। ਜੇ ਹੁਣ ਆਪਣੇ ਕਹੇ ਤੁਹਾਡੇ ਪਲਾਜੇ ਦੀ ਚੋਰੀ ਹੋ ਜਾਏ ਤਾਂ ਫਿਰ ਤੁਸੀਂ ਸਭ ਤੋਂ ਪਹਿਲਾਂ ਉਹਦੇ ਮਾਲਕ ਦੀ ਜਾਂ ਚੋਰ ਨੂੰ ਤਾਂ ਨਹੀਂ ਕਹਿਣਾ, ਉਹ ਤੁਸੀਂ ਕਹੋਗੇ ਕਿ ਵਾਚਮੈਨ ਨੂੰ ਪਕੜੋ। ਉਹ ਕਿੱਥੇ ਸੀ ਜੀ? ਵਾਚਮੈਨ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋ ਰਹੀ ਸੀ ਨਾ। ਫਿਰ ਉਹਨਾਂ ਦੇ ਹੁੰਦਿਆਂ ਹੋ ਗਿਆ ਤਾਂ ਉਹਨਾਂ ਨੇ ਕਿਉਂ ਨਾ ਕੀਤਾ? ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਜਿੰਨਾ ਚਿਰ ਸਰਕਾਰ ਆਪਣਾ ਪੱਖ ਪੇਸ਼ ਨਹੀਂ, ਆਪਾਂ ਪਹਿਲਾਂ ਗੱਲਬਾਤ ਜਦੋਂ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਨਰਿੰਦਰ ਮੋਦੀ ਹੋਣਾ ਨੂੰ ਸੈਂਟਰ ਦੀ ਕਾਂਗਰਸ ਪਾਰਟੀ ਵਿਰੋਧ ਨਹੀਂ ਕਰਦੀ ਸੀ, ਨਫ਼ਰਤ ਕਰਦੀ ਸੀ, ਪਰ ਉਹਦੇ ਬਾਵਜੂਦ ਉਹ ਡਿਵੈਲਪਮੈਂਟ ਲਈ ਜ਼ਿਆਦਾ ਫੰਡ ਲੈ ਜਾਂਦੀ ਸੀ। ਜੁਗਤ ਸੀ। ਹੁਣ ਜੁਗਤ ਸੀ ਇੱਕ ਇਹ ਸੀ ਕਿ ਆ ਕੇ ਤੁਸੀਂ ਗੱਲ ਅੱਖ ਚੱਕ ਪਾ ਕੇ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਹਾਲਾਤ ਤੁਹਾਡੇ ਇਹ ਨੇ ਕਿ ਤੁਹਾਡੇ ਮੈਂਬਰ ਪਾਰਲੀਮੈਂਟ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸੀਨੀਅਰ ਨੇ, ਮੈਂਬਰ ਪਾਰਲੀਮੈਂਟ ਸਰਦਾਰ ਸੁਖਦੇਵ ਸਿੰਘ ਢੀਂਡਸਾ ਸੀਨੀਅਰ ਨੇ, ਮੈਂਬਰ ਪਾਰਲੀਮੈਂਟ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸੀਨੀਅਰ ਨੇ, ਮੈਂਬਰ ਪਾਰਲੀਮੈਂਟ ਸਰਦਾਰ ਰਣਜੀਤ ਸਿੰਘ ਬਰੂਮਪੁਰਾ ਸੀਨੀਅਰ ਨੇ, ਬਾਦਲ ਸਾਹਿਬ ਦੇ ਹਾਣ ਦੇ ਨੇ ਬਿਨਾਂ ਚੰਦੂ ਮਾਜਰਾ। ਪਰ ਤੁਸੀਂ ਪਹਿਲਾਂ ਦਿੱਲੀ ਮਿਲਦੇ ਹੋ ਉੱਥੇ ਗੁਜਰਾਤ ਭਵਨ ਕਿ ਜੀ ਹਰਸਿਮਰਤ ਨੂੰ ਬਣਾ ਦਿਓ ਮੰਤਰੀ। ਹੁਣ ਹਰਸਿਮਰਤ ਨੂੰ ਮੰਤਰੀ ਕਾਹਦੇ ਵਾਸਤੇ ਬਣਾਉਣਾ? ਮੁੱਖ ਮੰਤਰੀ ਦੇ ਘਰ ਦਾ ਤਾਂ ਡਰਾਈਵਰ ਨਹੀਂ ਮਾਨ ਹੁੰਦਾ, ਉਹਦੀ ਆਮ ਸਧਾਰਨ ਐਮਐਲਏ ਨਾਲੋਂ ਜ਼ਿਆਦਾ ਪਾਵਰ ਹੁੰਦੀ ਹੈ, ਜਦੋਂ ਮਰਜ਼ੀ ਕਿਸੇ ਨੂੰ ਫੋਨ ਕਰਾ ਲੈ। ਬਿਲਕੁਲ। ਤੇ ਬੀਬਾ ਹਰਸਿਮਰਤ ਤਾਂ ਮੁੱਖ ਮੰਤਰੀ ਦੀ ਨੂੰਹ ਆ, ਉਪ ਮੁੱਖ ਮੰਤਰੀ ਦੇ ਘਰ ਵਾਲੀ ਆ, ਇੱਕ ਵੱਡੀ ਮੰਤਰੀ ਦੀ ਭੈਣ ਆ, ਇੱਕ ਵੱਡੇ ਖਾਨਦਾਨ ਦੀ ਧੀ ਆ, ਇੱਕ ਵੱਡੇ ਖਾਨਦਾਨ ਦੀ ਨੂੰਹ ਆ, ਉਹ ਸਟੇਟਸ ਉਹਦਾ ਬਹੁਤ ਆ। ਤੇ ਉਹ ਐਮਪੀ ਵੀ ਬਣ ਗਈ। ਸਬਰ ਆਪਾਂ ਨੂੰ ਫੇਰ ਨਹੀਂ। ਉਦੋਂ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਸਟੋਰੀ ਕੀਤੀ ਸੀ ਕਿ ਬਾਦਲ ਸਾਹਿਬ ਹੋਣੀ ਪਹਿਲਾਂ ਉੱਥੇ ਮਿਲਦੇ ਨੇ ਗੁਜਰਾਤ ਭਵਨ ਦਿੱਲੀ 14 ਫਿਰ ਮੁੱਖ ਮੰਤਰੀ ਦਾ ਅਸਤੀਫਾ ਦੇ ਕੇ ਉੱਥੋਂ ਦਾ ਕੰਮ ਨਿਪਟਾਉਣ ਲਈ ਨਰਿੰਦਰ ਮੋਦੀ ਜੀ ਗੁਜਰਾਤ ਜਾਂਦੇ ਨੇ। ਉਹ 2-3 ਦਿਨ ਉੱਥੇ ਰੁਕਦੇ ਨੇ ਤਾਂ ਉਦੋਂ ਬਾਦਲ ਸਾਹਿਬ ਤੇ ਸੁਖਬੀਰ ਜੀ ਮਗਰ ਉੱਥੇ ਗਏ। ਉਦੋਂ ਸਟੋਰੀ ਹੋਈ ਸੀ ਕਿ ਪ੍ਰਧਾਨ ਮੰਤਰੀ ਜਿਹੜੇ ਬਣਨ ਜਾ ਰਹੇ ਨੇ ਨਰਿੰਦਰ ਮੋਦੀ ਜੀ ਨੇ ਬੁਰਾ ਮਨਾਇਆ। ਅਸਲ ਵਿਚਲੀ ਕਹਾਣੀ ਇਹ ਸੀ ਕਿ ਜਦੋਂ ਗੁਜਰਾਤ ਭਵਨ ਬਾਦਲ ਸਾਹਿਬ ਨੇ ਮਿਲ ਕੇ ਕਿਹਾ ਕਿ ਸਾਡੇ ਕਿੰਨੇ ਮੰਤਰੀ ਲੈਣੇ, ਉਹਨਾਂ ਨੇ ਕਿਹਾ ਇੱਕ, ਤੇ ਉਹਨਾਂ ਨੇ ਕਿਹਾ ਵੀ ਉਹਨੂੰ 20 ਨੂੰ ਲੈ ਲਓ। ਤਾਂ ਜੋ ਅੰਦਰਲੀਆਂ ਖਬਰਾਂ ਪੁਣ ਛਣ ਕੇ ਬਾਹਰ ਆਉਂਦੀਆਂ, ਮੈਨੂੰ ਇੱਕ ਦਿਨ ਮਲੂਕਾ ਸਾਹਿਬ ਨੇ ਵੀ ਦੱਸੀ ਸੀ ਕਿ ਉਹਨਾਂ ਨੇ ਬਾਦਲ ਸਾਹਿਬ ਨੂੰ ਕਹਿਤਾ ਕਿ ਨਹੀਂ ਤੁਸੀਂ ਬਾਕੀ ਚੋਂ ਜਿਹਨੂੰ ਮਰਜ਼ੀ ਬਣਾ ਲਓ, ਤੁਹਾਡਾ ਇਹ ਅਧਿਕਾਰ ਆ, ਪਰ ਇਹ ਨਵੇਂ ਨੇ ਇਹਨਾਂ ਨੂੰ ਨਾ ਬਣਾਓ। ਤਾਂ ਬਾਦਲ ਸਾਹਿਬ ਉੱਥੋਂ ਬਾਹਰ ਆ ਗਏ। ਫਿਰ ਘਰੋਂ ਡੰਡਾ ਖੜਕਿਆ ਹੋਣਾ, ਉਹ ਫਿਰ ਮਗਰ ਉੱਥੇ ਗਏ ਤੇ ਉਦੋਂ ਉਹ ਸਟੋਰੀ ਹੋਈ ਸੀ। ਇਸ ਕਰਕੇ ਜਦੋਂ ਉਹ ਲੋਕ ਪੰਜਾਬ ਦੀ ਪਹਿਰੇਦਾਰੀ ਕਰਦੇ ਹੋਣ ਜਿਨ੍ਹਾਂ ਦਾ ਨਿੱਜ ਤੋਂ ਅੱਗੇ ਝਾਕਣ ਦਾ ਹੀਆ ਹੀ ਨਹੀਂ ਪੈਂਦਾ, ਉਹ ਕਿੱਥੋਂ ਇਹ ਹੱਲ ਕਰਾ ਲੈਣਗੇ? ਇਸ ਕਰਕੇ ਜਿਹੜੀ ਵੀ ਧਿਰ ਪੰਜਾਬ 'ਚ ਸਰਕਾਰ ਚਲਾਉਂਦੀ ਆ ਉਹਨੇ ਪੈਰਵਾਈ ਕਰਨੀ ਆ। ਕਿਤੇ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਕਰਨੀ ਸੀ, ਹੁਣ ਭਗਵੰਤ ਮਾਨ ਉਹਨਾਂ ਨੇ ਕਰਨੀ ਆ ਜੀ। ਬਿਲਕੁਲ। ਜਦੋਂ ਧਰਮ ਸਿੰਘ ਉਹਨਾਂ ਦੇ ਚੱਲਣ ਲੱਗੂ ਅਸੀਂ ਕਰ ਲਾਂਗੇ। ਚਲੋ ਅਸੀਂ ਤਾਂ ਦੁਆ ਕਰਾਂਗੇ ਜੀ ਤੁਹਾਡੀ ਛੇਤੀ ਚੱਲਣ ਲੱਗ ਪਏ। ਨਹੀਂ ਚਲੋ ਜਦੋਂ ਚੱਲਣ ਲੱਗੇਗੀ ਤਾਂ ਕਰਾਂਗੇ। ਇਹ ਵਿਤਕਰਾ ਰਾਜ ਨਹੀਂ ਹੋਇਆ, ਵਿਤਕਰਾ ਰਾਜ ਨਹੀਂ ਹੋਇਆ। ਉਹਨਾਂ ਨੂੰ ਸਹੂਲਤ ਦਿੱਤੀ ਜਾ ਸਕਦੀ ਸੀ, ਪੰਜਾਬ ਤੋਂ ਨਹੀਂ ਸੀ ਵਾਪਸ ਲੈਣੀ ਚਾਹੀਦੀ, ਜਾਂ ਪੰਜਾਬ ਨੂੰ ਵੀ ਦੇਣੀ ਚਾਹੀਦੀ, ਪੰਜਾਬ ਨੂੰ ਵੀ ਦੇਣੀ ਚਾਹੀਦੀ ਸੀ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਮੋਦੀ ਸਰਕਾਰ ਨੇ 3 ਜਿਹੜੇ ਆ ਖੇਤੀ ਕਾਨੂੰਨ ਬਣਾਏ ਸੀ, ਪ੍ਰੈਸ਼ਰ ਹੇਠ ਉਹ ਵਾਪਸ ਵੀ ਲੈ ਲਏ ਗਏ। ਅਸੀਂ ਵੀ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਉਹ ਇੱਕ ਸਹੀ ਫੈਸਲਾ ਸੀ ਜਿਹੜਾ ਪੰਜਾਬ ਦੇ ਮਾਹੌਲ ਨੂੰ ਬਚਾ ਸਕਿਆ ਜਾਂ ਦੇਸ਼ ਦੇ ਮਾਹੌਲ ਨੂੰ, ਕਿਸਾਨੀ ਨੂੰ ਬਚਾ ਸਕਿਆ। ਪਰ ਉਸ ਦੇ ਬਾਵਜੂਦ ਵਾਅਦਾ ਕਰਨ ਤੋਂ ਬਾਅਦ ਵੀ ਐਮਐਸਪੀ ਜਿਹੜੀ ਹੈ ਹਜੇ ਤੱਕ ਨਹੀਂ ਦਿੱਤੀ ਜਾ ਰਹੀ, ਜਦੋਂ ਕਿ ਉਹ ਕਿਸਾਨੀ ਦੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ। ਫਿਰ ਉਹਨੂੰ ਕਿਵੇਂ ਕਹੀਏ ਕਿ ਭਾਜਪਾ ਦੀ ਨੀਤ ਜਿਹੜੀ ਹੈ ਸਾਫ਼ ਹੈ ਜੀ? ਦੇਖੋ ਗੱਲ ਇਹ ਹੈ ਕਿ ਇਹ ਤਾਂ ਜਿਹੜੀ ਜਿਨ੍ਹਾਂ ਯੂਨੀਅਨ ਨਾਲ ਨਿਬੜੀ ਹੈ ਗੱਲ ਜੀ, ਉਹੀ ਇਹਦੇ ਬਾਰੇ ਬੈਟਰ ਉੱਤਰ ਦੇ ਸਕਦੇ ਆ, ਮੈਂ ਨਹੀਂ ਦੇ ਸਕਦਾ ਜੀ। ਐਮਐਸਪੀ ਤੇ ਜਿਹੜੀ ਹੁਣ ਝੋਨਾ ਵੀ ਖਰੀਦਿਆ ਜਾਣਾ, ਕਣਕ ਵੀ ਪਹਿਲਾਂ ਖਰੀਦੀ ਗਈ ਆ,
ਪਰ ਬਾਕੀ ਕੀ ਗੱਲਾਂ ਹੋਈਆਂ ਨੇ ਕੀ ਨਹੀਂ ਹੋਈਆਂ ਉਹ ਕਮੇਟੀ ਮੇਰਾ ਖਿਆਲ ਇੱਕ ਬਣੀ ਹੈ ਜਿਹਦੇ ਦੋਨਾਂ ਤਰ੍ਹਾਂ ਦੇ ਨੁਮਾਇੰਦੇ ਨੇ ਜਿਨ੍ਹਾਂ ਨੇ ਉਹ ਵਿਚਾਰ ਕਰਨੇ। ਕਿਸਾਨ ਨੁਮਾਇੰਦੇ ਤਾਂ ਉਹਦੇ ਵਿੱਚ ਲਏ ਨਹੀਂ ਨਾ ਜੀ ਗਏ, ਤੇ ਕਿਸਾਨਾਂ ਵੱਲੋਂ ਤਾਂ ਕੋਈ ਨੁਮਾਇੰਦਾ ਨਹੀਂ ਹੈ। ਮੈਂ ਇਹਦੇ ਬਾਰੇ ਉੱਤਰ ਦੇਣ ਦੇ ਸਮਰੱਥ ਨਹੀਂ, ਮੈਨੂੰ ਇਹਦੇ ਪੂਰੇ ਪਰਫੈਕਟ ਨਹੀਂ ਪਤਾ ਕਿ ਕੀ ਉਦੋਂ ਉਹਨਾਂ ਦੀ ਡਿਸਕਸ਼ਨ ਹੋਈ ਸੀ। ਇਹ ਜ਼ਰੂਰ ਸੀ ਕਿ ਉਹ ਕਮੇਟੀ ਬਣਨੀ ਆ, ਉਹ ਕਮੇਟੀ ਦਾ ਡਿਸੀਜਨ ਆਉਣਾ, ਫਿਰ ਉਦੋਂ ਟਿੱਪਣੀ ਕੀਤੀ ਜਾਊਗੀ ਜਦੋਂ ਕਮੇਟੀ ਦਾ ਡਿਸੀਜਨ ਆਊਗਾ। ਅੰਦਰ ਕੀ ਹੋ ਰਿਹਾ ਮੈਨੂੰ ਨਹੀਂ ਪਤਾ ਜੀ। ਸੋ ਬਰਾੜ ਸਾਹਿਬ, ਨਰਿੰਦਰ ਮੋਦੀ ਹੋਰਾਂ ਨੇ ਵਿਦੇਸ਼ੀ ਸਿੱਖ ਜਿਹੜੇ ਆ ਉਹਨਾਂ ਦੇ ਬਹੁਤ ਸਾਰੇ ਮਸਲੇ ਹੱਲ ਕੀਤੇ ਆ, ਜਿਵੇਂ ਰਿਫਿਊਜੀਆਂ ਨੂੰ ਪਾਸਪੋਰਟ ਦੇਣਾ, ਕਾਲੀ ਸੂਚੀ ਨੂੰ ਖਤਮ ਕਰਨਾ, ਬਹੁਤ ਸਾਰੇ ਅਜਿਹੇ ਮਸਲੇ ਆ ਜਿਨ੍ਹਾਂ ਦਾ ਹੱਲ ਕੀਤਾ ਗਿਆ। ਔਰ ਅਸੀਂ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਇਸ ਵਿਸ਼ੇ ਤੇ ਆ ਕੇ ਸ਼ਲਾਘਾ ਕਰਦੇ ਹਾਂ ਕਿ ਪਰ ਫਿਰ ਵੀ ਇਸ ਦੇ ਬਾਵਜੂਦ ਜਦੋਂ ਬੰਦੀ ਸਿੰਘਾਂ ਦਾ ਮਸਲਾ ਆਉਂਦਾ ਜੀ, ਉਦੋਂ ਸਰਕਾਰ ਚੁੱਪ ਕਰ ਜਾਂਦੀ ਹੈ। ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਆ, ਤੇ ਫਿਰ ਬੇਅੰਤ ਸਿੰਘ ਹੋਣਾ ਦੇ ਕਾਤਲ ਜਿਹੜੇ ਹੈ ਉਹਨਾਂ ਨੂੰ ਛੱਡੇ ਜਾਣ 'ਚ ਫਿਰ ਕੀ ਅੜਿੱਕਾ ਕੀ ਹੈ, ਕਿੱਥੇ ਮਤਲਬ ਕਿ ਕਮੀ ਹੈ? ਇਹ ਰਿਪਰੈਜ਼ੈਂਟ ਜਿਹੜਾ ਹੈ ਉਹ ਸਹੀ ਨਹੀਂ ਕਰ ਸਕੇ, ਜਾਂ ਸਰਕਾਰ ਜਿਹੜੀ ਹੈ ਉਹ ਕੁਝ ਨਹੀਂ ਚਾਹੁੰਦੀ ਇਸ ਤਰ੍ਹਾਂ ਦਾ? ਇਹ ਰਿਪਰੈਜ਼ੈਂਟ ਨਹੀਂ ਸਹੀ ਕਰ ਸਕੇ ਜੀ। ਦੇਖੋ, ਜਿਹੜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਨੇ ਉਹ ਵੀ ਸੁਪਰੀਮ ਕੋਰਟ ਨੇ ਛੱਡੇ ਆ। ਜਿਨ੍ਹਾਂ ਦਾ ਬੰਦਾ ਕਤਲ ਹੋਇਆ ਉਹਨਾਂ ਨੇ ਵੀ ਸਹਿਮਤੀ ਦਿੱਤੀ ਆ ਗਾਂਧੀ ਪਰਿਵਾਰ ਨੇ ਕਿ ਅਸੀਂ ਉਹਨਾਂ ਨੂੰ ਮਾਫ ਕਰਦੇ ਹਾਂ। ਇਹ 2 ਸਾਲ ਪਹਿਲਾਂ ਵੀ ਹੋਇਆ, ਮਗਰੋਂ ਵੀ ਹੋਇਆ, ਉਹਦੇ ਕਰਕੇ ਹੋਇਆ। ਜਿੱਥੇ ਵੀ ਇੱਕ ਸਟੇਟ ਗਵਰਨਮੈਂਟ ਦਾ ਅਧਿਕਾਰ ਖੇਤਰ ਵੀ ਆ, ਕਿਉਂਕਿ ਸਟੇਟਾਂ ਦੇ ਵੱਡੇ ਵੱਡੇ, ਜਿਵੇਂ ਹੁਣ ਉਹਦਾ ਦਵਿੰਦਰ ਭੁੱਲਰ ਦਾ ਕੇਸ ਆ, ਉਹ ਵੀ ਤੁਹਾਡੀ ਵੀ ਨੌਲੇਜ ਆ ਕਿ ਉਹ ਜਿਹੜੀ ਦਿੱਲੀ ਸਰਕਾਰ ਕੋਲੇ ਪਿਆ ਹੋਇਆ ਜੀ। ਪਰ ਇਹ ਵੀ ਜਿਹੜੇ ਬਿਆਨਬਾਜ਼ੀ ਕਰਦੇ ਆ, ਕਮੇਟੀ ਬਣਾ ਲੈਂਦੇ ਆ। ਜਿਹੜੀ ਪਹਿਲਾਂ ਕਮੇਟੀ ਬਣਾ ਲਈ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਦੋਂ ਮਗਰੋਂ ਹੁਣ ਵੱਖਰਾ ਇਜਲਾਸ ਸੱਦ ਲਿਆ। ਉਹ ਜਿਹੜਾ ਕੰਮ ਹੁਣ ਕਹਿੰਦੇ ਵੀ ਅਸੀਂ ਵੱਡੇ ਵੱਡੇ ਵਕੀਲ ਸੱਦੇ ਆ, ਇਹ ਤਾਂ ਪਹਿਲਾਂ ਸੱਦਣੇ ਚਾਹੀਦੇ ਸੀ। ਇਸ ਕਰਕੇ ਇਹਦਾ ਜਿਹੜਾ ਉੱਤਰ ਇਹ ਹੈ ਕਿ ਉਹਨਾਂ ਨੇ ਸਹੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕਰ ਰਹੇ। ਹੱਲ ਕਰਨ ਨੂੰ 3 ਬੰਦੇ ਛੱਡੇ ਵੀ ਗਏ ਨੇ, ਕੁਛ ਨੂੰ ਮਤਲਬ ਨਹੀਂ ਸੀ ਜਿਹਨੂੰ ਛੱਡੇ ਸਕਦਾ, ਉਹਨਾਂ ਨੂੰ ਪੈਰੋਲ ਦਿੱਤੀ ਹੋਈ ਆ। ਕੁਝ ਕੇਸ ਜਿਹੜੇ ਹੋਰ ਨੇ, ਉਹਦੇ ਗਜਿੰਦਰ ਸ਼ੇਖਾਵਤ ਜੀ ਨੇ ਕਿਹਾ ਸੀ ਕਿ ਠੀਕ ਤਰ੍ਹਾਂ ਕੇਸ ਲੈ ਕੇ ਤਾਂ ਹੁਣ ਸਟੇਟ ਕੋਲੇ ਜਾਣ। ਇਸ ਕਰਕੇ ਉਹ ਤਾਂ ਰਾਜਨੀਤੀ ਕਰ ਰਹੇ ਨੇ, ਬਦਨਾਮ ਕਰਨ ਲਈ ਵਰਕ ਨਹੀਂ ਕਰ ਰਹੇ। ਜਿਹੜਾ ਕੰਮ ਕਾਨੂੰਨ ਨਾਲ ਹੋਣਾ ਉਹ ਕਾਨੂੰਨ ਦੇ ਹਿਸਾਬ ਨਾਲ ਹੀ ਹੋਣਾ। ਅਕਾਲੀ ਦਲ ਦੇ ਦੋਹਰੇ ਮਾਪਦੰਡ ਤਾਂ ਜਿਹੜੇ ਆ ਉਹ ਸ਼ੁਰੂ ਤੋਂ ਸਾਡੇ ਸਾਹਮਣੇ ਆ ਰਹੇ ਆ, ਕਿਉਂਕਿ ਜਦੋਂ ਬੀਬੀ ਜਿਹੜੀ ਹੈ ਰਾਜੋਆਣਾ ਦੀ ਭੈਣ ਜਿਹੜੀ ਹੈ ਉਹ ਪਹਿਲਾਂ ਇਲੈਕਸ਼ਨ ਲੜੀ ਸੀ, ਇਸ ਤੋਂ ਪਹਿਲਾਂ ਵੀ ਪਟਿਆਲੇ ਲੜੀ ਸੀ, ਉਦੋਂ ਜਿਹੜਾ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਉਮੀਦਵਾਰ ਖੜਾ ਕੀਤਾ, ਲੇਕਿਨ ਹੁਣ ਜਦੋਂ ਆਪਦੇ ਪੱਲੇ ਕੁਛ ਨਹੀਂ ਰਿਹਾ, ਉਹ ਤਾਂ ਡੁੱਬਦੇ ਨੂੰ ਠੀਕ ਹੈ ਸਹਾਰਾ ਭਾਲ। ਬਿਲਕੁਲ। ਤੇ ਉਦੋਂ ਉਹ ਬੀਬੀ ਰਾਜੋਆਣਾ ਨੂੰ ਸਿਰਫ ਇਸੇ ਗੱਲ ਤੇ ਵੀ ਇਹ ਸਿੱਖ ਬੰਦੀਆਂ ਦਾ ਮਸਲਾ ਜਾ ਕੇ ਪਾਰਲੀਮੈਂਟ 'ਚ ਉਠਾਉਣਗੇ ਔਰ ਉਹ ਰਿਹਾ ਹੋ ਜਾਣਗੇ। ਇਹ ਉਹਨਾਂ ਨੂੰ ਪਤਾ ਸੀ ਕਿ ਬੀਬੀ ਨੇ ਜਿੱਤਣਾ। ਉਹਨਾਂ ਨੂੰ ਸਿਰਫ ਇਹ ਸੀ ਕਿ ਅਸੀਂ ਇਹਦੇ ਆਸਰੇ ਕੁਝ ਵੋਟਾਂ ਲੈ ਸਕਾਂਗੇ। ਉਹ ਜਿਸ ਸਿਮਰਜੀਤ ਸਿੰਘ ਮਾਨ ਨੂੰ ਨਿੰਦੇ ਸੀ, ਉਹਦੇ ਘਰ ਵੀ ਗਏ ਸੀ ਵੀ ਤੂੰ ਹੀ ਸਾਨੂੰ ਰਲਾ ਲਾ। ਨਹੀਂ, ਉਹ ਤਾਂ ਬੜੀ ਮਾੜੀ ਹਾਲਤ ਆ ਨਾ ਅਕਾਲੀ ਦਲ ਦੀ। ਵੋਟ ਸ਼ੇਅਰ ਜਿਹੜਾ ਵੀ ਸਾਡਾ ਵੱਧ ਜਾਊਗਾ ਅੱਗੇ ਨਹੀਂ, ਪਰ ਉਹ ਜਿਸ ਤਰ੍ਹਾਂ ਦੇ ਇਹ ਵਿਖਾਇਆ ਗਿਆ ਵੀ ਜੇ ਉਹ ਬੀਬੀ ਜਿਹੜੀ ਹੈ ਚਲੋ ਪਾਰਲੀਮੈਂਟ ਚਲੀ ਵੀ ਜਾਂਦੀ, ਪਾਰਲੀਮੈਂਟ ਤਾਂ ਬੀਬੀ ਪਹਿਲਾਂ ਹਰਸਿਮਰਤ ਵੀ ਸੀਗੀ, ਉਹ ਮੰਤਰੀ ਵੀ ਸੀਗੀ, ਆਪ ਵੀ ਬੈਠੇ। ਹੁਣ ਜਿਹੜੀ ਮਸਲਾ ਕੋਈ ਰਾਜੋਆਣਾ ਦੀ ਭੈਣ ਨੇ ਉਠਾਉਣਾ ਸੀ, ਉਹ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਹੁਣ ਉਠਾ ਲੈਣ। ਹਾਂ, ਇਹਨਾਂ ਨੇ ਕਿਉਂ ਨਹੀਂ ਉਠਾਇਆ ਹੁਣ? ਉਹ ਇਸ ਕਰਕੇ ਉਹਨਾਂ ਦੀ ਗੱਲ ਤਾਂ ਲੋਕ ਨਹੀਂ ਸੁਣਦੇ, ਹੁਣ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਲੋਕਾਂ ਨੂੰ। ਜੀ। ਸੋ ਬਰਾੜ ਸਾਹਿਬ, ਸਾਡੇ ਕੋਲ ਸਮਾਂ ਬਹੁਤ ਘਟਦਾ ਜਾ ਰਿਹਾ ਹੈ ਲਗਾਤਾਰ, ਔਰ ਅਸੀਂ ਜਲਦੀ ਤੁਹਾਡੇ ਤੋਂ ਜਿਹੜੇ ਸਵਾਲ ਲੈਣਾ ਚਾਹੁੰਦੇ ਹਾਂ, ਔਰ ਅਸੀਂ ਖੈਰ ਸਪੀਡ ਅਸੀਂ ਅੱਗੇ ਨਾਲ ਫੜੀ ਵੀ ਹੈ। ਤੁਹਾਡੀ ਪਾਰਟੀ ਤੇ ਦੋਸ਼ ਲੱਗਦਾ ਬਰਾੜ ਸਾਹਿਬ ਕਿ ਤੁਸੀਂ ਘੱਟ ਗਿਣਤੀਆਂ ਦੇ ਵਿਰੁੱਧ ਹੋ। ਜਿਸ ਤਰ੍ਹਾਂ ਕਸ਼ਮੀਰ ਦਾ ਮਸਲਾ ਲੈ ਲਈਏ, ਧਾਰਾ 370 ਨੂੰ ਤੋੜਨਾ, ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਵੰਡ ਕੇ ਉਹਨਾਂ ਨੂੰ ਰਾਜ ਦਾ ਦਰਜਾ ਖੋਹ ਲੈਣਾ, ਮੁਸਲਮਾਨਾਂ ਤੇ ਹੁੰਦੇ ਤਸ਼ੱਦਦ ਤੋਂ ਅੱਖਾਂ ਮੀਚ ਲੈਣਾ, ਇਹ ਬਹੁਤ ਸਾਰੇ ਜਿਹੜੇ ਤੱਥ ਇਸ ਤਰ੍ਹਾਂ ਦੇ ਨੇ ਜਿਹੜੇ ਸਾਨੂੰ ਇਹ ਦਿਖਾਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਨੀਤ 'ਚ ਕਿਤੇ ਫਰਕ ਹੈ, ਕਿਉਂਕਿ ਅਸੀਂ ਦਾਅਵਾ ਕਰਦੇ ਹਾਂ ਕਿ ਜਿਹੜਾ ਭਾਰਤ ਹੈ ਉਹ ਵੱਖ-ਵੱਖ ਧਰਮਾਂ ਤੇ ਬੋਲੀਆਂ ਦਾ ਇੱਕ ਗੁਲਦਸਤਾ ਹੈ। ਇਸ ਦੇ ਬਾਵਜੂਦ ਵੀ ਇਹ ਕੁਝ ਕਿਉਂ ਹੋ ਰਿਹਾ ਜੀ? ਦੇਖੋ, ਇੱਕ ਤਾਂ ਇਹ ਹੈ ਕਿ ਤੁਸੀਂ ਵਾਰ-ਵਾਰ ਉਹੀ ਗੱਲ ਕਰ ਦਿੰਦੇ ਹੋ ਕਿ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲੱਗਦਾ। ਦੋਸ਼ ਤਾਂ ਇਹ ਤਾਂ ਦੋਸ਼ ਹੀ ਨਹੀਂ ਸਹੀ ਜੀ। ਮੈਂ ਬਹੁਤ ਫਖਰ ਨਾਲ ਕਹਿਣਾ ਕਿ ਅਕਾਲੀ ਦਲ 'ਚ ਵੀ ਸੀਗਾ, ਹੁਣ ਵੀ ਕਹਿਣਾ ਕਿ 370 ਨੂੰ ਖਤਮ ਕਰਨਾ, 35A ਨੂੰ ਖਤਮ ਕਰਨਾ ਭਾਰਤ ਲਈ ਮਾਣ ਵਾਲੀ ਗੱਲ ਆ। ਅਸੀਂ ਸਹੀ ਆਜ਼ਾਦੀ ਜਿਹੜੀ 15 ਅਗਸਤ 1947 ਨੂੰ ਮਿਲੀ, ਉਹ 5 ਅਗਸਤ 2019 ਨੂੰ ਸਹੀ ਮੈਨੇ ਸੰਪੂਰਨ ਹੋਏ। ਉਹ ਸਾਡਾ ਹਿੱਸਾ ਹੀ ਨਹੀਂ ਸੀ। ਇਹ ਕਿਵੇਂ ਭਾਰਤ ਬਰਦਾਸ਼ਤ ਕਰੇ
ਕਿ ਉੱਥੇ ਕਨਸਟੀਟਿਊਸ਼ਨ ਵੱਖਰਾ ਹੋਊਗਾ ਜੀ, ਉੱਥੋਂ ਦੀ ਸਿਟੀਜ਼ਨਸ਼ਿਪ ਵੱਖਰੀ ਹੋਊਗੀ, ਵੱਡੀ ਗੱਲ ਹੋਊਗੀ, ਉੱਥੋਂ ਦਾ ਫਲੈਗ ਵੱਖਰਾ ਹੋਊਗਾ, ਉੱਥੋਂ ਦੀ ਅਸੈਂਬਲੀ 6 ਸਾਲ ਚੱਲਦੀ ਹੈ ਉੱਥੇ। ਦੂਜੀ ਗੱਲ, ਇਹਦੇ 'ਚ ਕਿਤੇ ਧੋਖਾ ਕਿੱਥੇ ਆ? ਭਾਰਤੀ ਜਨਤਾ ਪਾਰਟੀ ਹਰ ਵਾਰੀ ਆਪਣੇ ਚੋਣ ਮੈਨੀਫੈਸਟੋ 'ਚ ਲਿਖਦੀ ਸੀ ਕਿ ਜਦੋਂ ਸਾਨੂੰ ਸੰਪੂਰਨ ਬਹੁਮਤ ਹੋਇਆ ਹਿੰਦੁਸਤਾਨ ਦਾ, ਉਦੋਂ ਅਸੀਂ 370 ਤੇ 35 ਇਹ ਖਤਮ ਕਰ ਦੇਣੇ। ਉਹਨਾਂ ਨੂੰ ਲੋਕਾਂ ਨੇ 303 ਸੀਟਾਂ ਦਿੱਤੀਆਂ, ਉਹਨਾਂ ਨੇ ਲੋਕਾਂ ਦਾ ਮੈਂਡੇਟ ਲੈ ਕੇ ਕੀਤਾ। ਰਹੀ ਗੱਲ ਤੁਸੀਂ ਵਿਰੋਧ ਦੀ, ਤੁਸੀਂ ਅੱਜ ਅਖਬਾਰਾਂ ਕੱਢ ਕੇ ਦੇਖ ਲਓ, ਕਿਸੇ ਹਿੰਦੁਸਤਾਨ ਦੀ ਪਾਰਟੀ ਤੋਂ ਬਿਨਾਂ ਮੁਸਲਮਾਨਾਂ ਨੇ, ਹਿੰਦੁਸਤਾਨ ਦਾ ਨੇ ਉਹਦਾ ਕਦੇ ਵਿਰੋਧ ਨਹੀਂ ਕੀਤਾ। ਦੂਸਰੀ ਗੱਲ, ਮੈਂ ਉੱਥੇ ਘੁੰਮਣ ਫਿਰਨ ਜਾਣਾ, ਹੋਟਲ ਉੱਥੇ ਖਾਲੀ ਪਏ ਹੁੰਦੇ ਸੀ। ਮੇਰੇ ਇੱਕ ਦੋਸਤ ਆ ਸ਼ਾਇਦ ਭੱਟ, ਉੱਥੇ ਉਹ ਟੈਕਸੀ ਚਲਾਉਂਦਾ, ਮੈਂ ਉਹਨੂੰ 2 ਨੋਵਾ ਗੱਡੀਆਂ, ਇੱਕ ਮੋਗਿਓ, ਇੱਕ ਜਲਾਲਾਬਾਦ ਤੋਂ ਆਪਣੇ ਦੋਸਤਾਂ ਰਾਹੀਂ ਜਿਹੜੇ ਸੇਲ ਪਰਚੇਜ ਕਰਦੇ ਆ, ਲੈ ਕੇ ਦਿੱਤੀਆਂ ਕਿ ਉਹ ਇੰਨੇ ਖੁਸ਼ ਨੇ ਕਿ ਉੱਥੇ ਹੁਣ ਟੂਰਿਸਟ ਆਉਣ ਲੱਗ ਪਿਆ ਕਿ ਤੁਸੀਂ ਹੋਟਲਾਂ ਦੀ ਬੁਕਿੰਗ ਦੇਖ ਲਓ, ਆਨਲਾਈਨ ਵੇਖ ਲਓ। ਇੱਥੇ ਇਹ ਗੱਲਾਂ ਜਿਹੜਾ ਤੁਸੀਂ ਕਹਿੰਦੇ ਕਿ ਉੱਥੇ ਮੁਸਲਮਾਨਾਂ ਦੇ ਤਸ਼ੱਦਦ ਹੁੰਦਾ, ਮੁਸਲਮਾਨਾਂ ਦੇ ਤਸ਼ੱਦਦ ਤਾਂ ਮੁਸਲਮਾਨ ਕਰਦੇ ਆ, ਮਸਜਿਦ 'ਚ ਜਾ ਕੇ ਬੰਬ ਚਲਾਉਂਦੇ ਆ, ਉਹ ਜਿਹੜੇ ਮਾਰਦੇ ਨੇ, ਉਹ ਕਿਉਂ ਨਹੀਂ ਦੇਖਦੇ ਵੀ ਉੱਥੇ ਇੱਕ ਵਧੀਆ ਟੀਚਰ ਮਾਰਤੇ, ਕੋਈ ਹਿੰਦੂ ਮਾਰਤੇ, ਹੋਰ ਮਾਰਤਾ। ਪਾਕਿਸਤਾਨ ਉੱਥੇ ਲੜਾਈ ਲੜਦਾ ਆ ਕੇ, ਤੇ ਅਸੀਂ ਪਾਕਿਸਤਾਨ ਨੂੰ ਨੱਥ ਪਾਉਣ ਲਈ ਜਿਹੜਾ ਕੰਮ ਕੀਤਾ ਉਹਦੀ ਸ਼ਲਾਘਾ ਕਰਾਂਗੇ ਕਿ ਨਿੰਦਿਆ ਕਰਾਂਗੇ? ਨਹੀਂ, ਇਹ ਠੀਕ ਹੈ, ਪਰ ਕਿਸੇ ਇੱਕ ਨੂੰ ਹੀ ਦਬਾਈ ਜਾਣਾ ਔਰ ਹਰੇਕ ਮਸਲੇ ਤੇ ਵੇਖੋ, ਜਦੋਂ ਬਲਡੋਜ਼ਰ ਚੱਲਦੇ ਆ ਉਹ ਸਿਰਫ ਮੁਸਲਮਾਨਾਂ ਦੇ ਘਰਾਂ ਦੇ ਗਲਤ ਬਿਲਕੁਲ। ਤੁਹਾਡੀ ਇਨਫੋਰਮੇਸ਼ਨ ਗਲਤ, ਬਿਲਕੁਲ ਇਨਫੋਰਮੇਸ਼ਨ ਗਲਤ। ਤੁਸੀਂ ਇਨਫੋਰਮੇਸ਼ਨ ਕਲੈਕਟ ਕਰੋ। ਜਿਹੜੀ ਉੱਥੇ ਜਦੋਂ ਦਿੱਲੀ ਦੇ ਏਰੀਏ 'ਚ ਹੋਇਆ ਸੀ, ਜਿਹੜੇ ਬਲਡੋਜ਼ਰ ਚੱਲੇ ਸੀ, ਮੈਂ ਉਦੋਂ ਮਗਰੋਂ ਅੰਕੜੇ ਸੁਣ ਰਿਹਾ ਸੀ ਕਿਸੇ ਪੁਲਿਸ ਅਫਸਰ ਤੋਂ, ਉਹ ਕਹਿੰਦਾ 28 ਮੁਸਲਮਾਨਾਂ ਦੇ ਘਰੇ ਤੇ ਚੱਲੇ ਨੇ ਔਰ 84 ਕਿਸੇ ਅਦਰ ਧਰਮ ਦੇ ਲੋਕਾਂ ਦੇ ਚੱਲੇ ਨੇ। ਇਸ ਕਰਕੇ ਉਹ ਇੱਕ ਗੱਲ ਤੁਸੀਂ ਇਹ ਵੀ ਕਿਉਂ ਨਹੀਂ ਦੇਖਦੇ ਕਿ ਜਿੱਥੇ ਕੋਈ ਵਾਰਦਾਤ ਹੁੰਦੀ ਹੈ ਉਸ ਵਾਰਦਾਤ 'ਚ ਮੁਸਲਮਾਨ ਹੀ ਕਿਉਂ ਹੁੰਦਾ ਵੀ? ਮੈਂ ਨਹੀਂ ਕਹਿੰਦਾ ਕਿ ਨਹੀਂ, ਬਿਲਕੁਲ ਉਹ ਠੀਕ ਹੈ, ਇਹ ਵੀ ਤਾਂ ਡਾਕਟਰ ਸਾਹਿਬ ਕੈਟਾਗਰੀ ਹੈ, ਪਰ ਸ਼ਾਮਲ ਕਿਹਨੇ ਕਰਨਾ ਹੈ? ਮੁਸਲਮਾਨਾਂ ਨੂੰ ਸ਼ਾਮਲ ਕਿਹਨੇ ਕਰਨਾ ਹੈ? ਮਸਲਾ ਕਿਸੇ ਦਾ ਵੀ ਹੋਵੇ, ਕਸੂਰ ਕਿਸੇ ਦਾ ਵੀ ਹੋਵੇ, ਫੜੀ ਉਹ ਧਿਰ ਜਾਂਦੀ ਹੈ, ਜਾਂ ਜਦੋਂ ਕਾਗਜ਼ਾਂ ਦੇ ਵਿੱਚ ਆਉਂਦੀ ਹੈ ਤੇ ਉਹੀ ਧਿਰ ਲਿਆਂਦੀ ਜਾਂਦੀ ਹੈ। ਇਹ ਕਿਤੇ ਨਾ ਕਿਤੇ ਤੁਸੀਂ ਮੈਨੂੰ ਦੱਸੋ, ਇਸ ਟਾਈਮ ਉੱਥੇ ਡਿਵੈਲਪਮੈਂਟ ਹੋ ਰਹੀ ਆ, ਤੁਸੀਂ ਦੌਰਾ ਕਰਕੇ ਆ ਕੇ ਬਾਅਦ 'ਚ ਸਵਾਲ ਕਰੋ ਕਿ ਕਸ਼ਮੀਰ ਵਾਲੇ ਤਾਂ ਸਾਰੇ ਖੁਸ਼ ਨੇ, ਜਿਹੜੇ ਤੁਸੀਂ ਕਹਿੰਦੇ ਕਿ 2 ਟੋਟੇ ਕਰਤੇ। ਉੱਥੇ ਜਦੋਂ ਬੋਲਣ ਲੱਗੇ ਸੀ ਫਰੂਕ ਹੋਣੀ, ਗੁਲਾਮ ਨਬੀ ਆਜ਼ਾਦ ਹੋਣੀ, ਉੱਥੇ ਜਿਹੜਾ ਉਹ ਲੱਦਾਖ ਦਾ ਮੈਂਬਰ ਪਾਰਲੀਮੈਂਟ ਸੀ, ਉਹ ਖੜਾ ਹੋ ਕੇ ਬੋਲਿਆ ਸੀ ਕਿ ਅਸੀਂ ਦੱਸਾਂਗੇ ਲੱਦਾਖ ਅੱਡ ਹੋਣ ਨਾਲ ਫਾਇਦਾ ਕਿ ਤੁਸੀਂ ਦੱਸੋਗੇ। ਉਹਨੇ ਕਿਹਾ ਸੀ ਕਿ ਅਸੀਂ ਇਹ ਮੰਗ ਜਦੋਂ ਗ੍ਰਹਿ ਮੰਤਰੀ ਸੀ ਰਾਜਨਾਥ ਸਿੰਘ ਉਦੋਂ ਵੀ ਕੀਤੀ ਸੀ, ਅਸੀਂ ਉਦੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ 'ਚ ਵੀ ਕੀਤੀ ਸੀ। ਉਹ ਕਹਿੰਦਾ ਮੈਂ ਸਟੂਡੈਂਟਾਂ ਦੀ ਨੁਮਾਇੰਦਗੀ ਕਰਦਾ ਸੀ। ਅਸੀਂ ਬਿਲਕੁਲ ਹੈਪੀ ਹਾਂ, ਉਹ ਬਿਲਕੁਲ ਖੁਸ਼ ਨੇ, ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੈ। ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਕਰਦਾ ਰਿਹਾ ਜੀ ਹੁਣ ਤੱਕ, ਬੜਾ ਇਹ ਤੇ ਕਿੰਨਾ ਕੁਝ ਪੰਜਾਬ ਦਾ ਨੁਕਸਾਨ ਵੀ ਅਸੀਂ ਇਸੇ ਗੱਲ 'ਚ ਝੱਲਿਆ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ। ਪਰ ਜਦੋਂ 370 ਤੋੜਨ ਦੀ ਗੱਲ ਆਉਂਦੀ ਹੈ, ਉਦੋਂ ਫਿਰ ਉਹ ਵੱਖਰਾ ਸਟੈਂਡ ਜਿਹੜਾ ਹੈ ਉਹ ਅਪਣਾਉਂਦੇ ਨੇ। ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ? ਇਹ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਜਾ ਸਕਦਾ, ਮੇਰੇ ਨਾਲ ਸੰਬੰਧ ਤਾਂ ਸਵਾਲ ਨਹੀਂ, ਮੈਂ ਤਾਂ ਮੈਂਬਰ ਪਾਰਲੀਮੈਂਟ ਨਹੀਂ। ਤੁਸੀਂ ਨਾਲ ਰਹੇ ਹੋ ਉਹਨਾਂ ਦੇ? ਇਹ ਤਾਂ ਉਹਨਾਂ ਨੂੰ ਪੁੱਛਿਆ ਜਾ ਸਕਦਾ। ਬਰਾੜ ਸਾਹਿਬ ਇੱਕ ਦੱਸੋ ਪਹਿਲਾਂ ਵੀ ਕਿ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਹਿਲਾਂ ਕਬਜ਼ਾ ਜਿਹੜਾ ਹੈ ਉਹ ਵਾਇਆ ਮੀਡੀਆ ਤੁਹਾਡਾ ਹੁੰਦਾ ਹੈ, ਭਾਰਤੀ ਜਨਤਾ ਪਾਰਟੀ ਦਾ, ਠੀਕ ਹੈ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਹੈ ਉਹ ਤੁਸੀਂ ਜਾਣਦੇ ਹੋ ਵੀ ਉਹ ਤੁਹਾਡੀ ਪਾਰਟੀ ਦੇ ਹੁਣ ਲੀਡਰ ਨੇ, ਔਰ ਉਹ ਪਹਿਲਾਂ ਦਿੱਲੀ ਦੇ ਵਿੱਚ ਕਾਬਜ਼ ਸੀ, ਉਹਨਾਂ ਨੇ ਫਿਰ ਮੁੜ ਕੇ ਆਪ ਦਾ ਪ੍ਰਧਾਨ ਬਣਾਇਆ, ਉਸ ਪ੍ਰਧਾਨ ਨੂੰ ਫਿਰ ਸਾਰਾ ਕੁਝ ਛੱਡ ਛੜਾ ਕੇ ਤੇ ਫਿਰ ਉਹ ਉਸ ਪਾਲੇ ਦੇ ਵਿੱਚ ਚਲਾ ਜਾਂਦਾ ਹੈ। ਉਸ ਤੋਂ ਬਾਅਦ ਹੁਣ ਤੁਸੀਂ ਹਰਿਆਣੇ ਦੀ ਕਮੇਟੀ ਜਿਹੜੀ ਹੈ ਉਹ ਬਣਾਤੀ, ਔਰ ਇਹਦੇ ਨਾਲ ਹੁਣ ਇਹ ਸਿੱਖਾਂ ਦਾ ਕੋਈ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਜੀ? ਦੇਖੋ, ਜਿਹੜੀ ਤਾਂ ਤੁਸੀਂ ਉਹ ਦਿੱਲੀ ਵਾਲੀ ਗੱਲ ਆ, ਉਹ ਤਾਂ ਇਲੈਕਟਡ ਮੈਂਬਰਾਂ ਨੇ ਕਿਹੜੇ ਪਾਸੇ ਖੜਨਾ, ਕਿਹਨੂੰ ਪ੍ਰਧਾਨ ਚੁਣਨਾ, ਉਹਨਾਂ ਦਾ ਅਧਿਕਾਰ ਕੀਤਾ। ਜਿਹੜਾ ਤੁਸੀਂ ਇਹ ਸੈਂਟੈਂਸ ਵਰਤ ਰਹੇ ਹੋ ਕਿ ਹਰਿਆਣਾ ਕਮੇਟੀ ਬਣਾਤੀ, ਇਹ ਅਸੀਂ ਨਹੀਂ ਬਣਾਈ। ਹਰਿਆਣਾ ਕਮੇਟੀ ਵੱਖਰੀ ਬਣਾਈ ਭੁਪਿੰਦਰ ਸਿੰਘ ਹੁੱਡੇ ਹੋਰਾਂ ਨੇ। ਹੁਣ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ। ਉਹ ਜਿਹੜਾ ਹੁੱਡੇ ਹੋਣਾ ਨੇ ਜਦੋਂ ਬਣਾਈ ਉਦੋਂ ਹਜੇ ਨੋਟੀਫਿਕੇਸ਼ਨ ਨਹੀਂ ਸੀ ਹੋਇਆ, ਐਕਟ ਬਣ ਗਿਆ। ਕੁਝ ਗੁਰਦੁਆਰਿਆਂ ਤੇ ਫੋਰਸ ਬਿਠਾ ਲਈ, ਅਕਾਲੀ ਫੋਰਸ ਬਿਠਾ ਲਈ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਤੇ ਕੁਝ ਗੁਰਦੁਆਰਿਆਂ ਤੇ ਦੂਜੇ ਧਿਰ ਨੇ ਕਬਜ਼ਾ ਕਰ ਲਿਆ। ਜਿਹੜੇ ਬਾਬਾ ਦਾਦੂਵਾਲ ਸੀ,
ਜਗਦੀਸ਼ ਸਿੰਘ ਝਿੰਡਾ ਸੀ, ਦਦਾਰ ਸਿੰਘ ਨਰਵੀ ਸੀ, ਤਾਂ ਉਦੋਂ ਨੂੰ ਸ਼੍ਰੋਮਣੀ ਕਮੇਟੀ ਤੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਇਦ ਹਰਭਜਨ ਸਿੰਘ ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਸਟੇਟਸ ਕੋ ਕਾਇਮ ਕਰਤਾ ਕਿ ਜਿਹਦਾ ਜਿੱਥੇ ਕਬਜ਼ਾ ਉਵੇਂ ਰੱਖੋ ਜੀ, ਤੇ ਉਹਦੇ ਬਾਰੇ ਚ ਹੁਣ ਡਿਸੀਜਨ ਆ ਗਿਆ ਕਿ ਉਹ ਜਿਹੜਾ ਐਕਟ ਬਣਾਇਆ ਉੱਥੋਂ ਦੀ ਸਰਕਾਰ ਨੇ ਉਹ ਠੀਕ ਬਣਾਇਆ। ਅਗਲਾ ਤੁਹਾਡਾ ਪ੍ਰਸ਼ਨ ਹੈ ਸਿੱਖਾਂ ਦਾ ਫਾਇਦਾ ਕਿ ਨੁਕਸਾਨ। ਸਿੱਖਾਂ ਦਾ ਕੋਈ ਨੁਕਸਾਨ ਨਹੀਂ ਗਾ ਪੂਰਾ ਜਿੰਨਾ ਵੀ। ਪਹਿਲਾਂ ਵੀ ਕਮੇਟੀਆਂ ਵੱਖਰੀਆਂ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਆ, ਪਟਨਾ ਸਾਹਿਬ ਦੀ ਕਮੇਟੀ ਵੱਖਰੀ ਆ, ਤਖਤ ਨੇ, ਤਖਤ ਹਜ਼ੂਰ ਸਾਹਿਬ ਦੀ ਕਮੇਟੀ ਵੱਖਰੀ ਆ। ਉਦੋਂ ਇਲਾਵਾ ਕਲਕੱਤੇ ਬਹੁਤ ਵੱਡੀ ਸਿੱਖ ਸੰਗਤ ਆ, ਉੱਥੇ ਕਮੇਟੀਆਂ ਵੱਖਰੀਆਂ ਨੇ, ਕਮੇਟੀਆਂ ਵੱਖਰੀਆਂ ਨੇ। ਮੈਂ ਸਮਝਦਾ ਜਿਹੜਾ ਕੁਝ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋਈ ਹੈ, ਜਾਂ ਅੱਜ ਕੱਲ੍ਹ ਤਾਂ ਕਹਿ ਲਓ ਕਿ ਬਾਦਲ ਪਰਿਵਾਰ ਕਮਜ਼ੋਰ ਹੋਇਆ, ਉਹਦੇ ਲਈ ਕੱਢੇ ਕਿਹਨੇ ਬੀਜੇ ਨੇ? ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਉੱਥੇ ਥੋੜੀ ਜਾਣਕਾਰੀ ਲਈ, ਦਰਸ਼ਕਾਂ ਦੀ ਜਾਣਕਾਰੀ ਲਈ ਵੀ ਦੱਸਾਂ, ਉੱਥੇ ਇੱਕ ਮੀਰੀ ਪੀਰੀ ਟਰਸਟ ਬਣਾਇਆ ਜੀ, ਸ਼ਾਹਪੁਰ ਮਾਰਕੰਡੇ। ਉਹਦਾ ਇੱਕ ਮੈਡੀਕਲ ਕਾਲਜ ਹੈ, ਇੱਕ ਮੈਡੀਕਲ ਹਸਪਤਾਲ ਹੈ। ਉਹ ਟਰਸਟ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ 'ਚ, ਕਾਲਜ ਬਣਾਇਆ, ਹਸਪਤਾਲ ਬਣਾਇਆ। ਉਦੋਂ ਮਗਰੋਂ ਹਰ ਸਾਲ ਉਹਨੂੰ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10 ਕਰੋੜ 20 ਕਰੋੜ 100 ਕਰੋੜ ਤੋਂ ਉੱਤੇ ਪੈਸੇ ਦੇਤਾ। ਉਹਦਾ ਪ੍ਰਧਾਨ ਪਤਾ ਕੌਣ? ਟਰਸਟ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਪ੍ਰਕਾਸ਼ ਸਿੰਘ ਬਾਦਲ ਤਾਂ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਨਹੀਂਗੇ, ਮੈਂਬਰ ਵੀ ਨਹੀਂਗੇ। ਉਹਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਣਾ ਚਾਹੀਦਾ ਸੀ, ਚਾਹੇ ਉਹ ਬਲਦੇਵ ਸਿੰਘ ਬਣਦਾ, ਚਾਹੇ ਉਹ ਧਾਮੀ ਬਣਦਾ, ਚਾਹੇ ਕੋਈ ਬਣਦਾ। ਇਹਨਾਂ ਦੇ ਪਰਿਵਾਰ ਦੇ ਮੈਂਬਰ ਉਸ ਟਰਸਟ 'ਚ ਨੇ। ਉਹਦਾ ਵਿਰੋਧ ਉੱਠਿਆ ਸੀ ਉਦੋਂ, ਜਿਹੜਾ ਜਗਦੀਸ਼ ਸਿੰਘ ਝੀਂਡਾ ਹੋਣਾ ਨੇ ਜਾਂ ਦਦਾਰ ਸਿੰਘ ਨਰਵੀ ਹੋਣਾ ਨੇ ਜਾਂ ਬਾਕੀ ਸਿੱਖ ਸੰਗਤ ਨੇ ਉਠਾਇਆ ਸੀ। ਇੱਕ ਵਿਰੋਧ ਇਹ ਸੀ ਕਿ ਇਹ ਸਾਡੇ ਆ ਕੇ ਇੱਥੇ ਕਾਬਜ਼ ਹੋ ਰਹੇ ਨੇ, ਸ਼੍ਰੋਮਣੀ ਕਮੇਟੀ ਤੋਂ ਬਾਹਰ ਦੇ ਬੰਦੇ ਟਰਸਟ 'ਚ ਪਾਏ ਜਾ ਰਹੇ ਨੇ। ਦੂਜਾ ਵਿਰੋਧ ਸੀ ਕਿ ਇੱਥੋਂ ਦੇ ਗੁਰਦੁਆਰਿਆਂ ਦੀ ਜਿਹੜੀ ਆਮਦਨ ਆ ਉਹ ਇੱਥੇ ਨਹੀਂ ਵਰਤੀ ਜਾਂਦੀ। ਮੈਂ ਹੁਣ ਥੋੜਾ ਸਮਾਂ ਘੱਟਾ ਨੇ, ਇੱਕ ਮੀਟਿੰਗ ਅਕਾਲੀ ਦਲ ਦੀ ਇਹਦੇ ਬਾਰੇ 'ਚ ਮਾਰਚ 2006 'ਚ ਹੋਈ ਸੀ, ਤੇ ਉੱਥੇ ਸਾਰੇ ਭਾਸ਼ਣ ਦੇ ਰਹੇ ਸੀ। ਉਹ ਵਿਸਤਾਰ ਵਾਲੀ ਗੱਲ ਆ ਕਿ ਉਹ ਜੀ ਤੋੜਨਾ ਚਾਹੁੰਦੇ ਆ। ਮੈਂ ਕਿਹਾ ਸੀ ਹੱਲ ਕੀ ਹੈ? ਮੈਂ ਉਦੋਂ ਕਿਹਾ ਸੀ ਕਿ ਬਾਦਲ ਸਾਹਿਬ ਉਹਨਾਂ ਨੂੰ ਸੱਦ ਕੇ ਤੁਸੀਂ ਗੱਲ ਕਰ ਲਓ, ਤੇ ਜਿਹੜੀ ਉਹ ਗੱਲ ਕਹਿਣ ਉਹ ਉਹਨਾਂ ਦੀ ਮੰਨ ਲਓ, ਤੇ ਮੰਨ ਕੇ ਉਹਨਾਂ ਨੂੰ ਸੰਤੁਸ਼ਟ ਕਰ ਦਿਓ ਕਿ ਇੱਥੋਂ ਦੀ ਆਮਦਨ ਇੱਥੇ ਖਰਚੀ ਜਾਊਗੀ ਤੇ ਅਸੀਂ ਦਖਲ ਨਹੀਂ ਦੇਵਾਂਗੇ। ਤਾਂ ਉਹ ਕਿਸੇ ਨੇ ਮੰਨੀ ਨਹੀਂ। ਇਸ ਕਰਕੇ ਹੁਣ ਜਿਹੜੀ ਗੱਲ ਆ ਮੈਂ ਸਮਝਦਾ ਜੋ ਕਿ ਫਾਇਦਾ ਇਸ ਗੱਲ ਦਾ ਹੋਣਾ ਕਿ ਸਿੱਖਾਂ ਦੀ ਤਾਕਤ ਹਰਿਆਣੇ 'ਚ ਹੈ ਨਹੀਂ ਗੀ। ਹੁਣ 40-41 ਹਲਕੇ ਬਣਨਗੇ, ਉੱਥੇ 80-200 ਬੰਦਾ ਇਲੈਕਸ਼ਨ ਲੜੂਗਾ, 2-3 ਪਾਰਟੀਆਂ ਵੱਲੋਂ, ਸਿੱਖਾਂ ਵੱਲੋਂ ਲੜੂ, ਸਿੱਖ ਹੀ ਲੜੂ। ਤਾਂ ਉਹ ਜਿਹੜੇ 40 ਮੈਂਬਰ ਉੱਥੋਂ ਚੁਣੇ ਜਾਣਗੇ, ਉਹਨਾਂ ਦੀ ਇੱਕ ਫੋਰਸ ਹੋਊਗੀ। ਮੈਂ ਸਮਝਦਾ ਅੱਜ ਤੋਂ 5 ਸਾਲ ਬਾਅਦ ਉੱਥੇ ਸਿੱਖਾਂ ਦੀ ਇੱਕ ਵੱਖਰੀ ਅਥਾਰਟੀ, ਇੱਕ ਵੱਖਰੀ ਪਾਵਰ ਹੋਊਗੀ, ਜਿਵੇਂ ਦਿੱਲੀ ਦੇ ਸਿੱਖਾਂ ਦੀ ਪਾਵਰ ਇਸ ਕਰਕੇ ਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਕੋਲ ਆ। ਡਾਕਟਰ ਸਾਹਿਬ, ਤੁਸੀਂ ਅਕਾਲੀ ਦਲ ਦਾ ਬਹੁਤ ਅਹਿਮ ਹਿੱਸਾ ਰਹੇ ਹੋ। ਅਕਾਲੀ ਦਲ ਦੇ ਪਤਨ ਦੇ ਕੀ ਕਾਰਨ ਸੀ? ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਹਦਾ ਜਿਹੜਾ ਸਿੱਖੀ ਸਰੂਪ ਨੂੰ ਉਹ ਵਿੱਚੋਂ ਹਟਾ ਲੈਣਾ, ਜਾਂ ਬੰਟੀ ਛੰਟੀ ਤੇ ਰੋਜੀ ਹੁਣੇ ਜਾਂ ਇਹਨਾਂ ਦਾ ਅੱਗਾ ਛੋਟੇ ਛੋਟੇ ਨਾਵਾਂ ਵਾਲੇ ਜਿਹੜੇ ਬੰਦੇ ਅੱਗੇ ਆਉਣਾ ਔਰ ਵੱਡੇ ਜਥੇਦਾਰਾਂ ਦਾ ਪਾਸੇ ਹੋ ਜਾਣਾ, ਇਹ ਕਾਰਨ ਹੈ ਜਾਂ ਕੋਈ ਹੋਰ ਵੀ ਕਾਰਨ ਹੈ ਜੀ? ਦੇਖੋ, ਮੈਂ ਇਹ ਕਾ ਵਿੱਚ ਹੋਰ ਗੱਲ ਹੈ, ਇਹ ਅੱਗੇ ਹੋਰ ਸਾਡੇ ਲੀਡਰ ਵੀ ਕਹਿਣ ਲੱਗ ਪੈਂਦੇ ਆ ਜੀ ਬੰਟੀ ਛੰਟੀ ਰੋਜੀ, ਇਹ ਗੱਲਾਂ ਨੂੰ ਬਿਲਕੁਲ ਨਿਰਮੂਲ ਗੱਲਾਂ ਨੇ। ਕਿਸੇ ਦੇ ਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹਦਾ ਮਤਲਬ ਸੁੱਚਾ ਸਿੰਘ ਲਗਾ ਚਾਹੀਦਾ ਸੀ, ਨਾਂ ਨਾਲ ਕੀ ਫਰਕ ਪੈਂਦਾ? ਉਹਦਾ ਨਾਂ ਪਰ ਸੁੱਚਾ ਸਿੰਘ ਸੀਗਾ। ਗੱਲ ਇਹ ਹੈ ਕਿ ਲੀਡਰ ਕਿਹਦੀ ਸੁਣਦਾ, ਲੀਡਰ ਫੈਸਲਾ ਕੀ ਲੈਂਦਾ। ਨਾਲ ਵਾਲਿਆਂ ਦਾ ਕਿਸੇ ਦਾ ਨਾਂ ਨਾ ਕੋਈ ਵੱਡਾ ਹੁੰਦਾ, ਨਾ ਕੋਈ ਨਾਂ ਨਾ ਛੋਟਾ ਹੁੰਦਾ। ਮੈਂ ਸੋਚਦਾ ਜਦੋਂ ਇਸ ਤਰ੍ਹਾਂ ਦੇ ਨਾਂ ਲੈ ਕੇ ਕੋਈ ਕਿਸੇ ਤੇ ਟਿੱਪਣੀ ਕਰਦਾ, ਮੈਂ ਸੋਚਦਾ ਇਹ ਬਹੁਤ ਛੋਟੀ ਸੋਚ ਆ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੇ ਕੋਈ ਧਨ ਸਿੰਘ ਹੋਵੇ ਤਾਂ ਉਹ ਬਹੁਤ ਧਨ ਦਾ ਮਾਲਕ ਹੁੰਦਾ, ਜੇ ਕੋਈ ਗਰੀਬ ਦਾਸ ਹੋਵੇ ਤਾਂ ਉਹ ਬਹੁਤ ਗਰੀਬ ਹੁੰਦਾ। ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੁੰਦੀਆਂ, ਇਹ ਤਾਂ ਐਵੇਂ ਗੱਲਾਂ ਕਰਨ ਲਈ ਨੇ। ਗੱਲ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਦੀ ਗੱਲ ਸੁਣਨੀ ਸੀ, ਕਿਹਦੀ ਕਰਨੀ ਸੀ। ਧਾਰਮਿਕ ਤੌਰ ਤੇ ਬਹੁਤ ਵੱਡੀ ਅਵਗਿਆ ਜਦੋਂ ਹੋਈ ਹੈ, ਉਦੋਂ ਉਹ ਉਹਦੇ ਨੂੰ ਸਹੀ ਤਰ੍ਹਾਂ ਡੀਲ ਨਹੀਂ ਕਰ ਸਕੇ। ਔਰ ਖਾਸ ਕਰਕੇ ਇਹ ਗੱਲ ਨਿਕਲ ਕੇ ਬਾਅਦ ਚ ਆ ਗਈ ਕਿ ਬੇਈਮਾਨੀ ਨਾਲ ਡੀਲ ਨਹੀਂ ਕੀਤੀ, ਉਹ ਦਿਖਦਾਈ ਹੋ ਗਈ। ਜਥੇਦਾਰ ਅਕਾਲ ਤਖਤ ਸਾਹਿਬ ਨੂੰ, ਜਥੇਦਾਰ ਕੇਸਗੜ੍ਹ ਸਾਹਿਬ ਨੂੰ, ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਨੂੰ ਕੋਠੀ ਸੱਦ ਕੇ ਬਿਨਾਂ ਸਰਸੇ ਵਾਲੇ ਮੁਖੀ ਦੇ ਮਾਫੀ ਮੰਗਣ ਤੋਂ ਉਹਨਾਂ ਨੂੰ ਹਦਾਇਤ ਦੇਣੀ, ਉਹ ਜਦੋਂ ਗੱਲਾਂ ਬਾਹਰ ਆਉਂਦੀਆਂ ਨੇ ਉਹ ਅਕਾਲੀ ਦਲ ਦੇ ਪਤਨ ਦਾ ਕਾਰਨ ਬਣਦੀਆਂ। ਵੱਡੀ ਗੱਲ ਜੇ ਮੈਂ ਸਿਆਸੀ ਤੌਰ ਤੇ ਕਰਾਂ ਤਾਂ ਮੈਂ ਇਹ ਵੀ ਸੋਚਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ
ਹਰਸਿਮਰਤ ਹੋਣਾ ਨੂੰ ਸਿਆਸਤ 'ਚ ਲੈ ਕੇ ਆਉਣਾ ਵੀ ਉਹਨਾਂ ਦੇ ਪਤਨ ਦਾ ਕਾਰਨ ਹੈ। ਇਹ ਮੈਂ ਨਿੱਜੀ ਗੱਲ ਤਾਂ ਕਰ ਰਿਹਾ ਕਿ ਜਿਹੜੀ ਇੱਕ ਛਵੀ ਸੀ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿ ਉਹ ਨਰਮ ਭਾਸ਼ਾ ਬੋਲਦੇ ਆ, ਉਹ ਬਹੁਤ ਧੰਦਲਾ ਗਈ ਉਦੋਂ। ਇਸ ਤਰ੍ਹਾਂ ਬਹੁਤ ਸਾਰੇ ਕਾਰਨ ਨੇ, ਇੱਕ ਕਾਰਨ ਥੋੜ੍ਹਾ ਆ। ਹੁਣ ਕਾਰਨ ਸਾਡੇ ਗਣਾਉਣ ਨਾਲ ਤਾਂ ਹੋਣੇ ਨੇ, ਆਪਣੇ ਗਰਵਾਨ ਚੋਂ ਝਾਕਣ ਕਿ ਜਿਸ ਪਾਰਟੀ ਨੇ, ਜਿਸ ਪੰਥ ਨੇ, ਜਿਸ ਕਿਸਾਨ ਨੇ ਸਾਨੂੰ ਇੰਨਾ ਕੁਝ ਦਿੱਤਾ, ਅਸੀਂ ਉਹ ਪਾਰਟੀ ਬਚਣੀ ਚਾਹੀਦੀ ਆ। ਪਰ ਉਹ ਕਹਿੰਦੇ ਵੀ ਨਹੀਂ, ਅਸੀਂ ਬਚਣੇ ਚਾਹੀਦੇ। ਹੁਣ ਫਿਰ ਇਹਦੇ ਕੀ ਹੱਲ ਕਰ ਸਕਦੇ? ਬਿਲਕੁਲ। ਸੋ ਬਰਾੜ ਸਾਹਿਬ, ਤੁਹਾਨੂੰ ਸੈਕੰਡ ਲਾਸਟ ਸਵਾਲ ਹੈ ਮੇਰਾ ਕਿ ਜਦੋਂ ਅਸੀਂ ਜਾਂ ਸਾਡੇ ਰੇਡੀਓ ਇੰਡੀਆ ਦੇ ਸਰੋਤੇ ਤੁਹਾਡੇ ਤੋਂ ਉਮੀਦ ਰੱਖੀਏ ਕਿ ਜਦੋਂ ਤੁਸੀਂ ਦੁਬਾਰਾ 4-6 ਮਹੀਨਿਆਂ ਨੂੰ ਜਾਂ ਸਾਲ ਨੂੰ ਤੁਸੀਂ ਵਾਪਸ ਆਉਣੇ ਸਾਡੇ ਕੋਲ ਇਸੇ ਪਲੇਟਫਾਰਮ ਤੇ ਅਸੀਂ ਆਮਣੇ ਸਾਹਮਣੇ ਬੈਠਦੇ ਹਾਂ, ਤਾਂ ਉਦੋਂ ਬਹੁਤ ਸਾਰੇ ਜਿਹੜੇ ਸਿੱਖ ਮਸਲੇ ਆ, ਜਿਵੇਂ ਆਨੰਦ ਮੈਰਿਜ ਐਕਟ ਲਾਗੂ ਕਰਨਾ, ਸਿੱਖ ਬੰਦੀਆਂ ਦੀ ਰਿਹਾਈ, ਇਹਦਾ ਹੱਲ ਕਰਕੇ ਆਓਗੇ ਜਾਂ ਹੱਲ ਦੇ ਨੇੜੇ ਲੈ ਕੇ ਆਓਗੇ? ਦੇਖੋ, ਮੈਂ ਆਸ ਤਾਂ ਰੱਖਣੀ ਚਾਹੀਦੀ ਹੈ, ਬੰਦਾ ਆਸ ਨਾਲ ਜਿਉਂਦਾ। ਮੈਂ ਉਹ ਅਥਾਰਟੀ ਤਾਂ ਨਹੀਂ ਹੈਗਾ ਜਿਹਨੇ ਮਸਲਾ ਹੱਲ ਕਰਨਾ, ਲੇਕਿਨ ਮੈਂ ਤੁਹਾਨੂੰ ਸਰੋਤਿਆਂ ਨੂੰ ਮੈਂ ਇਹ ਵਿਸ਼ਵਾਸ ਜ਼ਰੂਰ ਦਿਵਾ ਸਕਦਾ ਕਿ ਨਿਧੜਕ ਸਿੰਘ ਨੇ 40 ਸਾਲ ਦੀ ਸਿਆਸਤ 'ਚ ਮੈਂ ਆਪਣੇ ਤੇ ਦਾਗ ਨਹੀਂ ਲੱਗਣ ਦਿੱਤਾ। ਮੇਰੀ 34-35 ਕਿੱਲੇ ਜ਼ਮੀਨ ਵਿਕੀ, ਹੋਰ ਹੋ ਗਿਆ ਹੁਣ। ਮੈਂ ਕਦੀ ਕਿਸੇ ਗਲਤ ਬੰਦੇ ਦੀ ਸਪੋਰਟ ਨਹੀਂ ਕੀਤੀ। ਮੈਂ ਉੱਥੇ ਵੀ ਆਪਣੀ ਗੱਲ ਨਿਧੜਕ ਹੋ ਕੇ ਰੱਖਾਂਗਾ ਤੇ ਆਸ ਰੱਖੋ ਤੁਸੀਂ ਕਿ ਬਹੁਤ ਸਾਰੇ ਮਸਲੇ ਜਿਸ ਸਿਹਰਤਾ ਨਾਲ ਉਹ ਹੱਲ ਕਰਨਾ ਚਾਹੁੰਦੇ ਆ ਤਾਂ ਠੀਕ ਤਰ੍ਹਾਂ ਪੇਸ਼ ਕੀਤੇ ਗਏ ਤਾਂ ਲਾਜ਼ਮੀ ਹੱਲ ਹੋਣਗੇ ਜੀ। ਸੋ ਬਰਾੜ ਸਾਹਿਬ, ਸਾਡੇ ਕੋਲ 4 ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਲਾਸਟ ਸਵਾਲ ਜਿਹੜਾ ਹੈ ਅਸੀਂ ਉਹ 4-5 ਮਿੰਟਾਂ ਦੇ ਵਿੱਚ ਤੁਹਾਡੇ ਤੋਂ ਜਵਾਬ ਚਾਹਾਂਗੇ ਕਿ 2024 ਨੇੜੇ ਆ ਗਿਆ ਜੀ। ਹੁਣ ਤੱਕ ਦੀ ਕਾਰਗੁਜ਼ਾਰੀ ਦੇ ਲਿਹਾਜ਼ ਨਾਲ, ਹੁਣ ਤੱਕ ਦੇ ਹਾਲਾਤਾਂ ਦੇ ਲਿਹਾਜ਼ ਨਾਲ ਤੁਸੀਂ ਕੀ ਸਮਝਦੇ ਹੋ ਕਿ 2024 ਚ ਭਾਰਤੀ ਜਨਤਾ ਪਾਰਟੀ ਫਿਰ ਦੁਬਾਰਾ ਸੱਤਾ 'ਚ ਆਊਗੀ? ਤਾਂ ਕਿਉਂ ਆਊਗੀ? 100% ਆਊਗੀ। ਉਹਦਾ ਕਾਰਨ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ 2014 ਸੱਤਾ ਤੋਂ ਆਉਣ ਤੋਂ ਮਗਰੋਂ 19 ਚ ਹੋਰ ਵਿਕਾਸ ਹੋਇਆ, ਵਿਸਤਾਰ ਹੋਇਆ। ਦੇਖੋ, ਜਿੱਥੇ 2-3 ਸੀਟਾਂ ਲੋਕ ਸਭਾ ਦੇ ਜਿੱਤੀਆਂ ਸੀ, ਉੱਥੇ ਪੱਛਮੀ ਬੰਗਾਲ 18 ਜਿੱਤ ਲਈਆਂ। ਜਿੱਥੇ ਉੱਥੇ 13 MLA ਸੀ, ਉੱਥੇ ਹੁਣ 77 ਹੋ ਗਏ। ਇਵੇਂ ਅਸਾਮ 'ਚ ਗੱਲ ਬਣ ਗਈ, ਵਾਲੇ 'ਚ ਗੱਲ ਬਣ ਗਈ। ਇਸ ਟਾਈਮ ਜਿਹੜੀਆਂ ਚੋਣਾਂ ਹੋਈਆਂ ਨੇ ਇਦੋਂ ਪਹਿਲਾਂ ਨਗਰ ਨਿਗਮ ਦੀਆਂ ਤੇਲੰਗਾਨਾ 'ਚ, ਖਾਸ ਕਰਕੇ ਹੈਦਰਾਬਾਦ 'ਚ, ਉੱਥੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਪੈਰ ਪਸਾਰੇ ਜਿੱਥੇ ਉਹਨਾਂ ਕੋਲ ਕੁਝ ਨਹੀਂ ਗਾ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਸ਼ਵਾਸ, ਕਾਰਨ ਉਹਦਾ ਮੋਦੀ ਸਾਹਿਬ ਹੋਣਾ ਦੀ ਸਿਰਤਾ ਵੀ ਹੈਗੀ ਆ, ਕਰਪਸ਼ਨ ਰਹਿਤ ਪ੍ਰਸ਼ਾਸਨ ਦੇਣਾ ਵੀ ਹੈਗਾ, ਹਾਰਡ ਵਰਕ ਵੀ ਹੈਗਾ। ਤੇ ਵੱਡੀ ਗੱਲ, ਮੈਂ ਸਿਆਸੀ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿ ਆਪੋਜੀਸ਼ਨ ਦਾ ਬਹੁਤ ਬੁਰੀ ਤਰ੍ਹਾਂ ਅਲੱਗ-ਅਲੱਗ ਖੇਮਿਆਂ 'ਚ ਵੰਡੇ ਹੋਣਾ ਵੀ ਇਹ ਗੱਲ ਦਾ 100% ਸੰਕੇਤ ਆ। ਤੁਸੀਂ ਮੈਨੂੰ ਦੱਸੋ ਕਿ ਦੋਸ਼ ਅਸੀਂ ਤਾਂ ਲਾਇਆ ਨਹੀਂ ਸੀ, ਨਿਤੀਸ਼ ਕੁਮਾਰ ਹੁਣੀ ਦੋਸ਼ ਲਾ ਕੇ ਕਿ ਲਾਲੂ ਉਹਨਾਂ ਦੇ ਮੁੰਡੇ ਤਾਂ ਬੜੇ ਕਰਪਟ ਆ ਜੀ ਤੇ ਲਾਲੂ ਵੀ ਕਰਪਟ ਆ, ਉਹ ਛੱਡ ਕੇ ਚਲੇ ਗਏ। ਫਿਰ ਹੁਣ ਉਹਨਾਂ 'ਚ ਕੋਈ ਉਦੋਂ ਮੋਰ ਤਬਦੀਲੀ ਤਾਂ ਆਈ ਨਹੀਂ, ਹੁਣ ਉਹ ਇਕੱਠੇ ਹੋ ਗਏ। ਇਵੇਂ ਉੱਥੇ ਵੀ ਅਨੈਤਿਕ ਜਿਹਾ ਗੱਠਜੋੜ ਸੀਗਾ ਮਹਾਰਾਸ਼ਟਰ 'ਚ, ਜਿਹੜਾ ਹੁਣ ਅਨੈਲੋ ਦਾ ਇਕੱਠ ਹੋਇਆ। ਸੁਖਬੀਰ ਨੂੰ ਕਹਿੰਦੇ ਕਾਂਗਰਸ ਨਾਲ ਹੀ ਜਾਣਾ ਨਹੀਂ, ਉਹ ਉੱਥੋਂ ਨਿਤੀਸ਼ ਕੁਮਾਰ ਉੱਡ ਕੇ ਸਿੱਧਾ ਫਿਰ ਸੋਨੀਆ ਗਾਂਧੀ ਦੇ ਘਰ ਗਿਆ ਕਿ ਤੁਸੀਂ ਸਾਡੇ ਨਾਲ ਆ ਜਾਓ। ਇਹ ਫਿਰ ਹੁਣ ਗੱਠਜੋੜ ਕਿਵੇਂ ਚੱਲਣਗੇ, ਇਹ ਗੱਠਜੋੜ ਕਿਵੇਂ ਮੁਕਾਬਲਾ ਕਰਨਗੇ? ਇਸ ਕਰਕੇ ਜਿਹੜਾ ਇਲੈਕਸ਼ਨ ਹੋਊਗਾ ਉਹਦੇ 'ਚ ਲਾਜ਼ਮੀ ਜਿੱਤ ਹਾਸਲ ਹੋਊਗੀ ਔਰ ਉਹਦਾ ਕਾਰਨ ਜਿਹੜਾ ਸੁਸ਼ਾਸਨ ਆ ਉਹੀ ਹੋਊਗਾ। ਬਿਲਕੁਲ। ਬਟ ਸਾਹਿਬ, ਜਦੋਂ ਇਹੀ ਨਿਤੀਸ਼ ਕੁਮਾਰ ਜਦੋਂ ਤੁਸੀਂ ਉੱਧਰ ਗਿਆ, ਹੁਣ ਤੁਸੀਂ ਕਿਹਾ ਵੀ ਇਹ ਅਨੈਤਿਕ ਗੱਠਜੋੜ ਹੈ, ਜਦੋਂ ਤੁਹਾਡੇ ਨਾਲ ਹੋ ਜਾਂਦਾ ਹੈ? ਨਹੀਂ, ਮੈਂ ਨਹੀਂ ਕਿਹਾ, ਉਹ ਕਹਿੰਦਾ। ਨਿਤੀਸ਼ ਕੁਮਾਰ ਨੇ ਕਿਹਾ। ਜਦੋਂ ਭਾਰਤੀ ਜਨਤਾ ਪਾਰਟੀ ਨਾਲ ਆ ਜਾਂਦਾ, 2 ਵਾਰੀ ਅੱਗੇ ਆ ਚੁੱਕਾ ਹੈ, ਉਦੋਂ ਉਹ ਠੀਕ ਹੋ ਜਾਂਦਾ? ਨਹੀਂ, ਉਹੀ ਕਹਿੰਦਾ ਨਾ, ਉਹ ਤਾਂ ਉਹਨੂੰ ਪੁੱਛਣਾ ਚਾਹੀਦਾ ਨਾ। ਉਹਨਾਂ ਨੇ 2013 ਚ ਗੱਠਜੋੜ ਤੋੜਤਾ ਕਿ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਰਿੰਦਰ ਮੋਦੀ ਨੂੰ ਕਿਉਂ ਬਣਾਤਾ ਜੀ। 14 ਚ ਉਹਨਾਂ ਨੇ ਵਿਰੋਧ ਕੀਤਾ, ਲੇਕਿਨ ਉੱਥੇ ਭਾਰਤੀ ਜਨਤਾ ਪਾਰਟੀ ਦੀਆਂ ਵੱਧ ਸੀਟਾਂ ਆਈਆਂ ਸੀ, ਇਹ ਸਾਰੇ ਮਹਾਗਠਜੋੜ ਦੇ ਪਾਰਲੀਮੈਂਟ ਜੀ। ਉਦੋਂ ਮਗਰੋਂ ਜਿਹੜੀ 15 ਦਾ ਉਹਨਾਂ ਨਾਲ ਰਲ ਕੇ ਲੜ ਲਿਆ ਲਾਲੂ ਉਹਨਾਂ ਨੇ ਸਰਕਾਰ ਬਣਾ ਲਈ ਆਪਦੀ। ਫਿਰ ਅਸੀਂ ਤਾਂ ਨਹੀਂ ਕਿਹਾ 17 ਚ ਆਪੇ ਉਹਨੇ ਅਸਤੀਫਾ ਦੇ ਲਿਆ ਤੇ ਫਿਰ ਆਟੋਮੈਟਿਕਲੀ ਜੋ ਸਾਡੇ ਨਾਲ ਆ ਗਏ। ਫਿਰ ਹੁਣ ਉਹ ਦੱਸਣ
ਕਿ ਜੇ ਹੁਣ ਮਾੜੇ ਹੋ ਗਏ ਭਾਰਤੀ ਜਨਤਾ ਪਾਰਟੀ ਵਾਲੇ, ਉਹ ਛੱਡ ਕੇ ਚਲੇ ਗਏ, ਫਿਰ ਜਦੋਂ 17 ਚ ਆਏ ਕਿਉਂ ਆਏ, 20 ਸਾਡੇ ਨਾਲ ਇਲੈਕਸ਼ਨ ਕਿਉਂ ਲੜੀ, ਸੀਟਾਂ ਉਹਨਾਂ ਦੀਆਂ ਘੱਟ ਆਈਆਂ, ਭਾਰਤੀ ਜਨਤਾ ਪਾਰਟੀ ਦੀਆਂ ਜ਼ਿਆਦਾ ਆਈਆਂ, ਲੇਕਿਨ ਪਹਿਲੇ ਕੀਤੇ ਵਾਅਦੇ ਮੁਤਾਬਕ ਉਹਨੂੰ ਮੁੱਖ ਮੰਤਰੀ ਬਣਾਇਆ। ਅਸੀਂ ਨਹੀਂ ਕਿਹਾ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਨੈਤਿਕ ਗੱਠਜੋੜ ਆ। ਨਿਤਿਸ਼ ਕੁਮਾਰ ਨੂੰ ਤੁਹਾਡਾ ਕਾਊਂਟਰ ਸਵਾਲ ਹੈ। ਹਾਂ ਬਿਲਕੁਲ। ਸੋ ਬਰਾੜ ਸਾਹਿਬ ਬਹੁਤ ਬਹੁਤ ਮਿਹਰਬਾਨੀ, ਬੜਾ ਵਧੀਆ ਮਾਹੌਲ ਦੇ ਵਿੱਚ ਸਾਡੀ ਗੱਲਬਾਤ ਜਿਹੜੀ ਸਿਰੇ ਲੱਗੀ ਹੈ, ਔਰ ਤੁਸੀਂ ਬੜੇ ਬੇਬਾਕੀ ਨਾਲ ਸਾਰੇ ਸਾਡੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਨੇ। ਤੁਹਾਡਾ ਰੇਡੀਓ ਇੰਡੀਆ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਬਹੁਤ ਧੰਨਵਾਦ ਜੀ ਸਾਰੇ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਨ ਸਰਦਾਰ ਨਤੜਕ ਸਿੰਘ ਜੀ ਬਰਾੜ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਆਗੂ ਨੇ, ਔਰ ਇਹਨਾਂ ਤੋਂ ਅਸੀਂ ਬਹੁਤ ਚੰਗੇ ਦੀ ਉਮੀਦ ਕਰਦੇ ਹਾਂ। ਅਸੀਂ ਇਹਨਾਂ ਦੇ ਨਾਂ ਦੇ ਮੁਤਾਬਕ ਹੀ ਇਹਨਾਂ ਤੋਂ ਆਸਾਂ ਵੀ ਕਰਦੇ ਹਾਂ ਕਿ ਇਹ ਨਤੜਕ ਹੋ ਕੇ ਪੰਜਾਬ ਦੇ ਔਰ ਸਾਡੇ ਸਭ ਦੇ ਜਿਹੜੇ ਮਸਲੇ ਹੈ ਉਹ ਕੇਂਦਰੀ ਹਕੂਮਤ ਕੋਲ ਰੱਖਣਗੇ ਔਰ ਉਹਨਾਂ ਤੋਂ ਕੁਝ ਚੰਗਾ ਲੈ ਕੇ ਮੁੜਨਗੇ। ਸੋ ਕਿਉਂਕਿ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੀ ਸਮਾਪਤੀ ਦਾ, ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਫਿਰ ਮਿਲਾਂਗੇ ਜੀ ਕਿਸੇ ਹੋਰ ਸ਼ਖਸੀਅਤ ਦੇ ਨਾਲ, ਕੋਈ ਹੋਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ ਜੀ।